KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:11 ਹੋਏ ਨੇ। ਮੰਗਲਵਾਰ ਦਾ ਦਿਨ ਹੈ, ਵਰ੍ਹਾ 2020 ਦਾ, ਤੇ 28 ਜੁਲਾਈ ਹੈ। 13 ਸੌਣ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਖਬਰਾਂ ਸੁਣਾਉਣਾ। ਖਬਰਾਂ ਦੇ ਨਾਲ ਪਿਛਲੇ ਦਿਨੀ ਸਾਡੇ ਦੋ ਗੱਭਰੂ ਵੀਕਐਂਡ ਤੇ ਪਾਣੀ 'ਚ ਡੁੱਬ ਕੇ ਮਰ ਗਏ, ਕਲਟਸ ਲੇਕ ਦੇ ਵਿੱਚ ਤੇ ਇੱਕ ਲੇਕ ਲੂਇਸ ਦੇ ਵਿੱਚ। ਪਹਿਲਾ ਲੇਕ ਲੂਇਸ ਤੋਂ ਜਾਂਦਿਆਂ ਆਉਂਦਿਆਂ ਐਕਸੀਡੈਂਟ 'ਚ ਮੁੰਡਿਆਂ ਦੀਆਂ ਮੌਤਾਂ ਹੋ ਗਈਆਂ। ਮਾਪਿਆਂ ਨੂੰ ਅੰਨਾ ਕਰ ਗਏ। ਕਦੇ ਬਰੈਂਪਟਨ ਤੋਂ ਖਬਰਾਂ ਆਉਂਦੀਆਂ ਨੇ, ਇਹਦੇ ਬਾਰੇ ਅੱਜ ਮੈਂ ਕੁਝ ਗੱਲਬਾਤ ਕਰਨੀ ਚਾਹੁੰਦਾ ਵੀ ਪਾਣੀ ਦਾ ਖੇਲ ਕੀ ਹੈ, ਇਹ ਕਹਾਣੀ ਕੀ ਹੈ। ਪਿਛਲੇ ਦਿਨੀ ਇੱਕ ਬਹੁਤ ਜਵਾਨ ਮੁੰਡਾ ਫਰੇਜ਼ਰ ਦੇ ਪਾਣੀਆਂ ਦੇ ਵਿੱਚ ਡੁੱਬਿਆ, ਜਿਹੜਾ ਕਿ UBC ਦੀ ਫੁੱਟਬਾਲ ਟੀਮ ਦਾ ਮੈਂਬਰ, ਬਹੁਤ ਜਵਾਨ ਮੁੰਡਾ। ਤੇ ਉਹਨੇ ਛਾਲ ਮਾਰੀ ਬਾਲ ਚੱਕਣ ਨੂੰ, ਤੇ ਥੱਲੇ ਕਿਉਂਕਿ ਲਹਿਰਾਂ ਪਾਣੀ ਦੇ ਥੱਲੇ ਜਿਹੜੀਆਂ, ਸਤ੍ਹਾ ਤੋਂ ਨਹੀਂ ਪਤਾ ਲੱਗਦਾ ਥੱਲੇ ਪਾਣੀ ਦੇ ਵਿੱਚ ਕੀ ਘੁੰਮਦਾ, ਕੀ ਲੱਕੜ ਤੰਬੜ, ਕੀ ਰੁੜਿਆ ਆਉਂਦਾ ਫਰੇਜ਼ਰ 'ਚ, ਕਿਹੜੀ ਕੋਈ ਝਾਂਗ ਆਉਂਦਾ ਜਿਹ 'ਚ ਫਸ ਗਿਆ, ਤੇ ਬੋਡੀ ਤੀਸਰੇ ਦਿਨ ਉੱਥੋਂ ਹੀ ਨਿਕਲੀ ਬਾਹਰ। ਇਹ ਤੇ ਗੱਲਬਾਤ ਹੋਏਗੀ। 12:20 ਤੇ ਸਿਟੀ ਆਫ ਸਰੀ ਦੇ ਕੌਂਸਲਰ ਮਨਦੀਪ ਸਿੰਘ ਨਾਗਰਾ ਆਉਣਗੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸ਼ਹਿਰ ਦੇ ਵਿੱਚ ਉਸਾਰੀ ਦੇ ਜਿਹੜੇ ਪ੍ਰੋਜੈਕਟ ਨੇ ਕਿਹੋ ਜਿਹੇ ਚੱਲ ਰਹੇ ਨੇ, ਸ਼ਹਿਰ ਕੀ ਕਰ ਰਿਹਾ, COVID-19 ਦੇ ਨਾਲ ਜਿਹੜਾ ਫਰਕ ਪਿਆ ਉਹਦਾ ਕੀ ਹੈ। ਤੇ ਤੁਹਾਡੇ ਵੀ ਸਵਾਲ ਲਵਾਂਗਾ, ਤੁਸੀਂ ਵੀ ਆਪਣੇ ਸਵਾਲ ਕਰਨਾ। ਤੁਹਾਡੇ ਬਹੁਤ ਸਵਾਲ ਨੇ, ਚਾਹੇ ਜੇ ਜਦ ਬਿਜ਼ੀ ਹੋ ਜਾਣਾ ਤਾਂ ਮੈਨੂੰ ਹੁਣ ਫੇਸਬੁੱਕ ਤੇ ਭੇਜ ਦਿਓ, ਸੈੱਲ ਫੋਨ ਤੇ ਭੇਜ ਦਿਓ 604 729 1224। ਨਹੀਂ ਤੁਹਾਨੂੰ ਸਮਾਂ ਦੇਵਾਂਗਾ, ਤੁਸੀਂ ਸਿੱਧਾ ਜਿਹੜਾ ਆ ਕੇ ਉਹਨਾਂ ਤੋਂ ਸਵਾਲ ਪੁੱਛ ਲਿਓ। ਤੇ ਆਖਰੀ ਘੰਟੇ 'ਚ 1 ਤੋਂ 2 ਵਜੇ ਤੱਕ ਮਾਪਿਆਂ ਨੂੰ ਸੋਸ਼ਲ ਮੀਡੀਆ ਜਿਹੜਾ ਉਹ ਕਿਵੇਂ ਵਰਤਣਾ ਤੇ ਕਿੰਨਾ ਕੁ ਵਰਤਣਾ ਚਾਹੀਦਾ। ਐਡਿਕਸ਼ਨ ਹੋ ਗਈ, ਬਜ਼ੁਰਗ YouTube ਨੂੰ ਛੱਡਦੇ ਹੀ ਨਹੀਂ। ਟਿਕਟੌਕ ਤੇ YouTube ਤੇ ਇੱਕ ਦੂਜੇ ਤੋਂ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਇੱਕ ਦੇਖਿਆ ਇੱਕ ਤੋਂ ਅਗਲਾ ਦੇਖਿਆ, ਉਦੋਂ ਅਗਲਾ ਦੇਖਿਆ, ਉੱਥੋਂ ਆਈਆਂ ਖਬਰਾਂ, ਉਹਨਾਂ ਖਬਰਾਂ ਤੇ ਅਮਲ ਕਰ ਲੈਂਦੇ ਨੇ। ਖਬਰਾਂ 5 ਚੋਂ 4 ਝੂਠੀਆਂ ਹੁੰਦੀਆਂ ਨੇ ਤੇ ਦਿਮਾਗੀ ਤੌਰ ਤੇ ਮੁਸ਼ਕਿਲ 'ਚ ਜਾ ਰਹੇ। ਕਿੰਨਾ ਕੁ ਇਹ ਦੇਖਣਾ ਚਾਹੀਦਾ। WhatsApp ਤੇ ਗਰੁੱਪ ਬਣ ਗਏ ਪਿੰਡਾਂ ਦੇ, ਰਿਸ਼ਤੇਦਾਰਾਂ ਦੇ, ਤੇ ਉੱਥੇ ਹੁਣ ਲਿਖਣਾ ਤਾਂ ਆਉਂਦਾ ਨਹੀਂ, ਭਰ ਭਰ ਕੇ ਇੱਕ ਦੂਜੇ ਨੂੰ ਭੇਜੀ ਜਾਂਦੇ ਨੇ। ਸਵੇਰੇ ਚੱਲ ਪੈਂਦੀ ਆ ਗੱਲ। ਇਹ ਜਿਹੜਾ ਵਜ਼ਨ ਹੈ ਇਸ ਉਮਰ ਦੇ ਵਿੱਚ, ਤੇ ਘਰ ਦੀਆਂ ਗੱਲਾਂ ਅੱਗੇ ਤਾਂ ਫੋਨ ਕਰਕੇ ਕਰਦੇ ਸੀ, ਹੁਣ ਮੈਸੇਜ ਕਰਕੇ ਇੱਕ ਦੂਜੇ ਨੂੰ ਕਰ ਦਿੰਦੀਆਂ ਨੇ ਬੀਬੀਆਂ। ਖਾਸ ਤੌਰ ਤੇ ਫੇਸਬੁੱਕ ਤਾਂ ਨਹੀਂ, YouTube ਤੇ WhatsApp ਦੀ ਜਿਹੜੀ ਚੱਕਰੀ ਕਮਾਈ ਪਈ ਆ। ਗਰੁੱਪ ਬਣ ਗਏ ਤੇ ਵੀਡੀਓ ਚੈਟ, ਤੇ ਉਸ ਤੋਂ ਬਾਅਦ ਜਿਹੜਾ ਜਿਹੜੀ ਫੋਨ ਹੈ, ਹੁਣ ਫੋਨ ਕੋਈ 0 ਨਹੀਂ ਲਾਉਣੀ, ਕੋਈ 91 ਨਹੀਂ ਲਾਉਣਾ, ਤੇ ਬਟਨ ਨੱਪਿਆ ਨਹੀਂ ਤੇ ਫੋਨ ਪੰਜਾਬ ਗਿਆ ਨਹੀਂ। ਇਹਦੇ ਨੂੰ ਇਹ ਵਰਤਿਆ ਜਾਵੇ, ਇਹਦੇ 'ਚ ਨਹੀਂ। ਪਰ ਮੇਰੇ ਖਿਆਲ ਬਜ਼ੁਰਗਾਂ ਨੂੰ ਤਾਂ ਉਈਓ ਹੀ ਬਹੁਤ ਹੈ, ਦੋ ਤੇ ਪੋਤੇ ਸਾਂਭਣ ਨੂੰ ਤੇ ਆਪਣਾ ਰੱਬ ਦਾ ਨਾਮ ਲੈਣ ਨੂੰ। ਇਹ ਉਮਰ ਹੁਣ 70-75 'ਚ ਜਾ ਕੇ ਇਹ ਫੇਸਬੁੱਕ, YouTube ਤੇ WhatsApp ਦੀ ਨਹੀਂ ਹੈ। ਹੋਇਆ ਚੱਲ ਕੋਈ ਸ਼ਬਦ ਸੁਣ ਲਿਆ YouTube ਤੇ, ਪਰ ਇਹ ਕੀ ਗੱਲ ਬਈ ਇੱਕ ਹਟਿਆ ਦੂਜਾ, ਕਿਉਂਕਿ ਆਪੇ ਹੀ ਅੱਗੇ YouTube ਤੁਹਾਨੂੰ ਅਗਲੇ ਹੋਰ ਲਿੰਕ ਭੇਜ ਦਿੰਦੀ ਹੈ। ਸੋ ਇਸ ਤੇ ਅੱਜ ਮੈਂ ਗੱਲਬਾਤ ਕਰਨੀ ਚਾਹੁੰਦਾ। ਇਹ ਘਰ ਦੇ ਵਿੱਚ ਮੁਸ਼ਕਿਲਾਂ ਬੜੀਆਂ ਵੱਧ ਰਹੀਆਂ ਨੇ। ਆਪਣੇ ਆਪਣੇ ਕਮਰੇ 'ਚ ਜਾ ਕੇ ਜਿਉਂ ਫੋਨਾਂ ਨੂੰ ਚਿੰਬੜਦੇ ਆ, ਜਦ ਸਮਾਂ ਮਿਲਦਾ, ਜਿਵੇਂ ਛੋਟੇ ਜਵਾਕ ਨਹੀਂ ਫੋਨ ਨੂੰ ਚਿੰਬੜਦੇ ਸੀ, ਇਸ ਤਰ੍ਹਾਂ ਜਿਹੜੇ ਬਜ਼ੁਰਗ ਘੱਟ ਨੇ ਉਹ ਫਿਰ ਵੀ ਬਾਹਰ ਜਾਂਦੇ, ਮਾਵਾਂ ਫੋਨ ਨੂੰ ਬਹੁਤ ਚਿੰਬੜਦੀ। ਦੇ WhatsApp ਤੇ WhatsApp, ਦੇ YouTube ਤੇ YouTube। ਇਹ ਜਿਹੜੀ ਇਸ ਤੇ ਅੱਜ ਮੈਂ ਗੱਲ ਕਰਨੀ ਚਾਹੁੰਦਾ ਆਖਰੀ ਘੰਟੇ 'ਚ। 144 247 1550 1844 247 ਔਨ 에ਅਰ ਨੰਬਰ ਹੈ। KRPradio.com ਤੇ ਸਿੱਧਾ ਪ੍ਰਸਾਰ ਚੱਲ ਰਿਹਾ। ਪ੍ਰੋਗਰਾਮ ਰਹਿ ਜੇ ਤਾਂ ਉਸਨੂੰ YouTube ਤੇ ਪਾ ਦਿੱਤਾ ਜਾਂਦਾ ਲੋਕ ਸੱਥ ਦੇ ਥੱਲੇ। 604 440 6462 ਦਫ਼ਤਰ ਦਾ ਨੰਬਰ ਹੈ। info@krpradio.com ਦਫ਼ਤਰ ਦੀ ਈਮੇਲ ਹੈ। ਹਰਜੀਤ ਸਿੰਘ ਗਿੱਲ ਫੇਸਬੁੱਕ ਦਾ ਅਕਾਊਂਟ 604 729 1224 60 ਕੋਡ 729 1224 ਤੇ ਤੁਸੀਂ ਜਿਹੜਾ ਕੋਈ ਵੀ ਸੁਨੇਹਾ ਭੇਜ ਸਕਦੇ ਹੋ। harjeet.g@krpradio.com ਈਮੇਲ। ਧਰਤੀਏ ਜਗਦੀਏ ਜਨਣੀਏ ਤੇਰੇ ਵਿਹੜੇ ਸਦਾਈ ਰਾਗ, ਕਦੇ ਪਤਝੜ ਰੁੰਡ ਮਰੁੰਡ ਨੀ, ਕਦੇ ਗਾਏ ਬਸੰਤ ਸੁਹਾਗ। ਧਰਤੀਏ ਘੁੰਮ ਘਮੇਂਦੀਏ ਤੂੰ ਕੁੱਲ ਕਾਇਨਾਤ ਦੀ ਮਾਂ, ਸਭ ਤੋਂ ਪਹਿਲਾਂ ਤੂੰ ਹੈ, ਫਿਰ ਮੰਗਦੇ
फिर मगरों रब दा नाम। धरतीए इश्क करेंदी है तेरे मुख ते चमके नूर, तेरा हुस्न सुहप्पन सादगी तू ब्रह्मंड दी हूर। नी धरतीए देवन हारिए तू बख्शे सब नू प्राण, तू फकर दाती आप ही तू आपे ही सुल्तान। नी धरतीए पालन हारिए तेरी मिट्टी दे विच साह, तेरी कुख चो माए उपजीए तेरी कुख च होईए स्वाह। नी धरतीए प्यार वंडेंदी तेरा सदा सदा लई नाम, तेरे अंदरों उपजे खप गए इत्थे की रावण की राम। ये धरती अजब न्यारी भला तेरे वर्गा कौन, सब तेरे सब तू हूं, सब तेरे सब दी तू है। कि जल थल अंबर पौन, कि जल थल अंबर पौन। सुरिंदर सिंह मांगड़ दाऊ माजरा लिखता है 11:23 जी। सारिਆਂ ਦਾ ਹੀ ਧੰਨਵਾਦ जिथे भी बैठे हो, प्रोग्राम सुन रहे हो। 8144 247 1550 ऑन एयर नंबर है 1844 247 1550। हवाई सफर की गल जिहड़ी ग्लोबल जिहड़ी संसार का हवाई सफर है बहुत मट्ठी रफ्तार दे नाल राह ते आउंदा है, पर महामारी तो पहली स्थिति है जिहड़ी ओह जिहा समा आउण लई 2024 तक हले साल 3-4 लग सकते हैं। एयरलाइन इंडस्ट्री दी ट्रेड एसोसीएशन ने गल की, इंटरनेशनल एयर ट्रांसपोर्ट एसोसीएशन ते उन्होंने कहा कि चाहे यूरोप अमरीका ते चीन दे विच खुल भी गए ने अपने कारोबार, पर हवाई सफर नूं ओह जिहा हलारा नहीं मिल रहा। 25% पिछले साल दे नालों आ दिनां दे विच, क्योंकि आ तां हुण जिहड़ा गर्मी दा समा हुंदा दुनिया दे विच लोक जांदे आ, हवाई सफर नहीं तां इहदा मतलब फिर लोक जाणगे नहीं, लोक जाणगे नहीं तां वड्डा वड्डा जिहड़ा काम बिगड़ जाना। रिबैडोस ने कहा कहते 1 साल की जे घरों ही काम करना है साडे कोल आ जाओ, 1 साल का तुहानूं असीं वीज़ा दिंदे हां, इत्थों बह के काम कर लो, अपना घर छड्ड दो, नाले घुम जाओ आके। सो ये जिहड़ा हुण अगे तो अगे गलबात होनी है शुरू, कद नॉर्मल हुंदा, इन्ना छेती नॉर्मल नहीं होना। यह जिहड़ा हवाई सफर है लोग डरदे है। ईवन जिहड़े ने जिम वगैरह भी या होर भी सारिया जगह कई बार तुसीं वेग च आए तां तुरे फिरदे हो कि चलो इधर नूं लंघ गए, इधर नूं जे एक बार दोबारा फिर किते गल तुर पई। हुण अमरीका दे तां 150 माहरां ने कहा कि 1 साल अमरीका बंद होना चाहिए, पर सरपंच कित्थे सुणदा, उहने तां हुण सैट कीता होया कि वो किवें ना किवें नवंबर वालियां इलैक्शनां जिहड़ियां ने वो शुरू करेगा। इस तरह ही जिहड़ी अमरीका दे विच कुछ गैर कानूनी बंदे फड़े ने उन्होंने हुण डिपोर्ट करन दीयां गल्लां ये भी उन्हें करना है। 1-2 महीने देखो तुसीं पर जहाज चढ़ाऊगा और पक्का चढ़ाऊगा। पैट्रियोटिज्म, देश की आर्थिकता, आ वेखो बंदे कढ़ते, इस 33,000 के करीब भारती भी ने जिन्हां दी तैयारी है, ते 6 जून तो उन्होंने डिपोर्ट कर रहे ने ते भेजी जा रहे ने, पता ही नहीं लगना, जिहड़ा बंदा चक्या जेल चों चाढ़ देना उन्होंने। तो ये सारा कुछ करूँ ते फिर आके दिखाऊगा राजनीति दे विच कि आहा हो रहा दुनिया दे विच इस तरह ही होना। हवाई सफर दे नाल नाल इस इंडस्ट्री च बहुत काम करदे साडे मुंडे, नवे जिहड़े पायलट सी, नवे उन्होंने ब्रेक मिलनी सी वधिया एयरलाइन च। बड़ा लंबा प्रोसैस है, जे तुसीं इस नूं देखदे हो, एक पायलट बनना सौखा नहीं है, बहुत खर्चा आउंदा। प्राइवेट पायलट लाइसेंस PPL तो शुरू करके पहला ला लेंदे 50-60 घंटे, उसके बाद कमर्शियल पायलट लाइसेंस
ਉਹਦੇ ਤੇ 30-40 ਹਜ਼ਾਰ ਖਰਚ ਹੁੰਦਾ। CPL ਤੋਂ ਬਾਅਦ ਫਿਰ ਉਹ ਘੰਟੇ ਜੋੜਨ ਲੱਗਦਾ, ਕੋਈ ਇੰਸਟ੍ਰਕਟਰ ਦਾ ਕੋਰਸ ਕਰਦਾ ਮੁੰਡਾ, ਇੰਸਟ੍ਰਕਟਰਾਂ ਤੋਂ ਬਾਅਦ ਫਿਰ ATPL ਜਿਹਦੇ ਤੇ ਇੰਟਰਨੈਸ਼ਨਲ ਫਲਾਈਟਸ ਤੇ ਪਹਿਲਾਂ ਲੋਕਲ ਆਪਣੀ ਭਾਈਚਾਰੇ ਦੇ ਵਿੱਚੋਂ ਵਧੀਆ ਹੈ। ਕੈਨੇਡਾ ਦੇ ਵਿੱਚ ਸ਼ੇਰਗਿੱਲ ਜੀ ਆਪਣੇ ਕੈਪਟਨ ਨੇ, ਦੋਸਤ ਨੇ ਸਾਡੇ, ਤੇ ਮੁੰਡਾ ਉਹਨਾਂ ਦਾ ਇੰਸਟ੍ਰਕਟਰ ਹੈ ਬਾਉਂਡਰੀ ਵੇ ਤੇ ਭਤੀਜਾ ਉਹਨਾਂ ਦਾ। ਇਹ ਜਿਹੜਾ ਹੁਣ ਇੱਕ ਭਤੀਜਾ ਉਹਨਾਂ ਦਾ, ਉਹਨਾਂ ਨੇ ਇੰਸਟ੍ਰਕਟਰ ਦਾ ਸ਼ੁਰੂ ਕਰਨਾ ਸੀ ਪਰ ਉਹ ਨਹੀਂ ਗੱਲ ਬਣੀ। ਇਸ ਸਮੇਂ ਰੋਕਤਾ ਸਾਰਾ ਉਹਨਾਂ ਦੀ ਜਿਹੜੀ ਫਾਈਨਲ ਹੈ ਹਾਇਰਿੰਗ ਆ ਜਿਹੜੀ, ਜਾਂ ਉਹਨਾਂ ਦਾ ਟੈਸਟ ਆ ਜਿਹੜਾ, ਉਹ ਨਹੀਂ ਹੋ ਰਿਹਾ। ਸੋ ਇਹ ਜਿਹੜਾ ਇਸ਼ੂ ਹੈ ਕਿ ਇਸ ਨੂੰ ਇਹ ਮਹਾਮਾਰੀ ਨੇ ਬਹੁਤ ਕੁਝ ਚੇਂਜ ਕਰਨਾ। ਹਾਲੇ ਆਪਾਂ ਨੂੰ ਦਿਖ ਨਹੀਂ ਰਿਹਾ ਕੁਝ, ਹਾਲੇ ਲੱਗ ਰਿਹਾ, ਕਿਉਂਕਿ ਦੇਸ਼ਾਂ ਨੂੰ ਚਲਾਉਣ ਵਾਲੇ ਲੋਕਾਂ ਨੇ ਇਸ ਤਰ੍ਹਾਂ ਨਹੀਂ ਦੱਸਣਾ। ਤੁਸੀਂ ਸੋਚ ਸਕਦੇ ਆ ਵੀ ਕਿੰਨਾ ਹੀ ਜ਼ਿਆਦਾ ਗਿਣਤੀ ਅਮਰੀਕਾ ਦੇ ਵਿੱਚ ਹਰ ਰੋਜ਼, ਪਰ ਉਹਨੇ ਕੁਛ ਨਹੀਂ ਬੰਦ ਕੀਤਾ। ਜਦ ਬੰਦ ਕਰਨ ਦਾ ਕੰਮ ਕਰਦੇ ਨੇ ਤਾਂ ਉਸ ਦੇ ਬੰਦੇ ਗਨਜ਼ ਲੈ ਕੇ ਜਾ ਕੇ ਘੇਰ ਲੈਂਦੇ ਨੇ ਕੈਪੀਟਲ ਵੀ ਅਸੀਂ ਖੋਲ੍ਹਣਾ। ਇੱਕ ਨਹੀਂ ਨਾ, ਇੱਥੇ ਬਹੁਤ ਨੇ ਜਿਹੜੀਆਂ ਪਰਤਾਂ। ਨਵੰਬਰ ਦੀ ਇਲੈਕਸ਼ਨ ਤੋਂ ਪਹਿਲਾਂ ਅਮਰੀਕਾ 'ਚ ਬਹੁਤ ਵੱਡੇ ਬਦਲਾਅ ਆਉਣੇ ਨੇ। ਇਹ ਯਾਦ ਰੱਖਿਓ ਕਿ ਇਹ ਦੇਸ਼ ਭਗਤੀ ਦੇ ਨਾਂ ਤੇ ਹੁਣ ਇਹ 32-33 ਹਜ਼ਾਰ ਪਤਾ ਨਹੀਂ ਕਿਹੜਿਆਂ ਹਾਲੀ ਉਹ ਆਏ ਨੇ ਇੱਥੇ ਤੱਕ, ਇਹ ਕਿਵੇਂ ਉਹ ਹੁਣ ਮੁੜਨਗੇ। ਬਹੁਤ ਔਖਾ ਇਹ ਲੰਬਾ ਸਫ਼ਰ ਹੈ ਜਿਹੜਾ ਹੁਣ ਜਦ ਲੈਟਿਨ ਅਮਰੀਕਾ ਵਾਲੇ ਪਾਸਿਓਂ ਵੜਦੇ ਆ, ਪਤਾ ਨਹੀਂ ਕਿੱਥੇ ਉਤਰਦੇ ਆ, ਕਿੱਥੋਂ ਤੁਰ ਕੇ ਆਉਂਦੇ ਆ। ਇਸ ਤਰ੍ਹਾਂ ਹੀ ਹਲੇ ਯੂਰਪ 'ਚ ਲੋਕ ਆਉਂਦੇ ਆ। ਹੁਣ ਇੱਕ ਜਿਹੜੀ ਪਿਛਲੇ ਦਿਨੀ ਖਬਰ ਛਪੀ ਸੀ, ਉਹ ਕਿਰਗਿਸਤਾਨ ਦੇ ਵਿੱਚ ਲਾਤੇ ਬੰਦੇ, ਦਿੱਲੀੋਂ ਚੱਕੇ ਕਿਰਗਿਸਤਾਨ 'ਚ ਲਾਤੇ। ਕਿਰਗਿਸਤਾਨ ਦੇ ਵਿੱਚੋਂ ਉਹ ਮਾਸਕੋ ਆਏ, ਮਾਸਕੋ ਤੋਂ ਫਿਰ ਯੂਕਰੇਨ ਤੋਂ ਆਸਟ੍ਰੇਲੀਆ ਵੜ ਗਏ, ਆਸਟ੍ਰੇਲੀਆ ਤੋਂ ਅੱਗੇ ਜਰਮਨੀ ਦੇ ਉੱਪਰੋਂ ਫਿਰ ਕੁਛ ਨਹੀਂ। ਮਤਲਬ ਆਹ ਸਮੇਂ ਦੇ ਵਿੱਚ ਕੀ ਤੁਸੀਂ ਕਰੋਗੇ ਕੀ? ਪਰ ਹੁਣ ਉੱਥੇ ਕੋਈ ਸੁਣਦਾ ਨਹੀਂ ਕਿਸੇ ਨੂੰ। ਤੁਸੀਂ ਜ਼ਿਆਦਾਤਰ ਕਿਰਗਿਸਤਾਨ ਦਾ ਬਿਸ਼ਕੇਕ ਇੱਕ ਸ਼ਹਿਰ ਆ ਉਹਦਾ, ਬਿਲਕੁਲ ਕਜ਼ਾਕਿਸਤਾਨ ਦੇ ਬਾਰਡਰ ਤੇ। ਇਹ ਛੋਟੇ ਛੋਟੇ ਸੂਬੇ ਸੀ ਜਦ ਦੁਨੀਆ ਦੇ ਵਿੱਚ ਰਾਜ ਕਰਨ ਵਾਲੇ, ਸਭ ਨੂੰ ਕਹਿਣ ਵਾਲੇ ਕਿ ਅਸੀਂ ਬਰਾਬਰਤਾ ਕਰਨੇ, ਖਖੜੀਆਂ ਕਰੇਲੇ ਹੋ ਗਿਆ, ਆਪਣਾ ਹੀ ਨਹੀਂ ਸਾਂਭ ਹੋਇਆ ਤੇ ਦੁਨੀਆ ਨੂੰ ਕੀ ਸਾਂਭਣਾ। ਹਲੇ ਵੀ ਬੜਾ ਲੋਕਾਂ ਨੂੰ ਰੂਸ ਨਾਲ ਪਿਆਰ ਹੈ। ਜਿਹੜੀ ਬਦਕਾਰ ਭੂਮਿਕਾ 1984 ਦੇ ਵਿੱਚ ਰਸ਼ੀਅਨ ਸਪਾਈ ਏਜੰਸੀ ਨੇ, ਤਾਸ਼ ਨੇ ਤੇ ਉੱਥੇ ਦੇ ਕਾਮਰੇਡਾਂ ਨੇ ਆ ਕੇ ਇੰਦਰਾ ਗਾਂਧੀ ਨਾਲ ਯਾਰੀ ਪਵਾਈ ਰੂਸ ਦੀ, ਤੇ 84 ਦੇ ਘੱਲੂ ਘਰ ਜਿਹੜਾ ਕੁਛ ਇਹਨਾਂ ਨੇ ਕੰਮ ਕੀਤਾ, ਤਾਂ ਹੀ ਤਾਂ ਜਿਹੜੀ ਹਰ ਰੋਜ਼ ਤੁਹਾਨੂੰ ਗੱਲਾਂ ਦੱਸੀ ਦੀਆਂ ਨੇ ਕਿ ਜਿਹੜੇ ਸਾਡਾ ਸ਼ਿਕਾਰ ਖੇਡਦੇ ਰਹੇ, ਜਿਹੜੇ KP ਗਿੱਲ ਦੇ ਸਲਾਹਕਾਰ ਰਹੇ, ਹੁਣ ਉਹ ਸਾਡੇ ਸਭ ਤੋਂ ਪਸੰਦੀ ਦੇ TV ਐਂਕਰ ਨੇ। ਜਾਂ ਉਹ ਟੋਰਾਂਟੋ ਬੈਠਾ ਇੱਕ, ਉਹ ਕੁੱਕੜ ਖੇ ਵੀ ਨਹੀਂ, ਕੁਕੜੀ ਖੇ ਅੜਾਉਂਦਾ, ਤੇ ਉਹਦੀਆਂ ਚੱਕ ਕੇ ਅਸੀਂ YouTube ਦੀਆਂ ਵੀਡੀਓ ਅੱਗੇ ਪਹਿਲਾਂ ਦੇਖੋ, ਆਹ ਵੇਖੋ। ਜਵਾਕ ਸਾਡੇ ਕਹਿੰਦੇ ਨਹੀਂ, ਇਜ਼ ਟੂ ਫਨੀ। ਮੈਂ ਲਿਖ ਕੇ ਹਟਿਆ, ਅਗਲੇ ਹਿੱਸੇ 'ਚ ਕਰਦਾ ਗੱਲ ਬਈ ਇਹਦਾ ਜਿਹੜਾ ਹੀਲਾ ਕੀ ਕੀਤਾ ਜਾਵੇ ਇਹੋ ਜਿਹੇ ਬੰਦੇ ਦਾ। ਸੋ ਇਹ ਹੁਣ ਰੋਕਣ ਦੀ ਲੋੜ ਹੈ ਪੰਜਾਬ ਦੇ ਵਿੱਚ। ਪਲੀਜ਼ ਬੇਨਤੀ ਕਰੋ ਕਿ ਨਾ ਤੁਰਿਓ। ਇਹ ਬਹੁਤ ਔਖਾ ਹੈ। ਕਿਰਗਿਸਤਾਨ 'ਚ ਲਾ ਦਿੰਦੇ ਬਿਸ਼ਕੇਕ, ਤੇ ਬਿਸ਼ਕੇਕ ਤੋਂ ਫਿਰ ਕਿੱਥੇ ਜਾ ਕੇ ਮਾਸਕੋ ਆ, ਮਾਸਕੋ ਤੋਂ ਫਿਰ ਕੀਵ ਨੂੰ ਤੋੜਦੇ ਆ, ਯੂਕਰੇਨ ਨੂੰ ਤੋੜਦੇ ਆ, ਪਤਾ ਹੀ ਨਹੀਂ ਕੀ ਕੁਛ ਕਰਦੇ। ਉਹ ਸਮਝਿਓ ਕਿਸੇ ਨੂੰ ਕੁਛ ਨਹੀਂ ਪਤਾ। ਫਿਰ ਰਾਹ ਦੇ ਵਿੱਚ ਲੋਕ ਗਲ ਜਾਂਦੇ ਨੇ, ਕੋਈ ਡਿੱਗ ਪੈਂਦਾ, ਸਮੁੰਦਰਾਂ 'ਚ ਸਿੱਟ ਦਿੰਦੇ ਨੇ, ਕੋਈ ਜੰਗਲਾਂ 'ਚ ਰਹਿ ਜਾਂਦਾ, ਤੇ ਉਹ ਪੀਣ ਨੂੰ ਨਹੀਂ, ਖਾਣ ਨੂੰ ਨਹੀਂ। ਡੌਂਕਰ ਨੇ ਜਿਹੜੇ ਗਾਂਹ ਤੋਂ ਗਾਂਹ ਉਹਨਾਂ ਦੇ ਕੰਟਰੈਕਟ ਨੇ, ਤੋਰੀ ਫਿਰਦੇ ਨੇ। 3 ਮਹੀਨਿਆਂ 'ਚ ਜਰਮਨੀ ਲੋਕ ਵੜਦੇ ਨੇ। ਜਰਮਨੀ ਪਹਿਲਾਂ ਆਹ ਸਮੇਂ 'ਚ ਦੇਸ਼ਾਂ ਨੇ ਕਿਸੇ ਨੂੰ ਨਹੀਂ ਰੱਖਣਾ। ਉੱਥੇ ਆਪਣੀ ਛੰਨ 'ਚ ਬੈਠੇ ਹੋ, ਚਾਹੇ ਖੂਹ ਤੇ ਆਪਣੇ ਘਰੇ ਬੈਠੇ ਹੋ। ਇਹ ਸਮਾਂ ਨਹੀਂ ਹੈ ਤੁਰਨ ਦਾ। ਰੋਕ ਦਿਓ ਸੁਨੇਹਾ ਪਿੱਛੇ। 20-25 ਲੱਖ ਰੁਪਈਆ ਬਹੁਤ ਹੁੰਦਾ, ਕਿਸੇ ਨੂੰ ਦੇ ਦਿਓ। 6% ਬੈਂਕ ਦਿੰਦੀ ਹੈ 25 ਲੱਖ ਦਾ, ਤਾਂ ਵਿਆਜ ਹੀ ਨਹੀਂ ਮੁੱਕਣਾ ਤੁਹਾਨੂੰ। 2 ਲੱਖ ਰੁਪਈਆ ਵਿਆਜ ਹੋਣਾ। ਕਣਕ ਘਰ ਦੀ ਹੈ, ਖਾਰ ਨਾਲ ਜਿਹਨੇ ਸਾਰ ਲੈਣਾ। 6 ਮਹੀਨੇ ਬਾਅਦ ਵੇਚੀ ਕਣਕ 5-7 ਕਿੱਲਿਆਂ ਦੇ ਵਿੱਚ ਆਪਾਂ ਟੱਬਰ ਸਾਰਦੇ ਰਹੇ। 10 ਕਿੱਲੇ ਐਵਰੇਜ ਜ਼ਮੀਨ ਹੈ। ਇੱਥੇ ਆ ਕੇ ਹੁਣ ਜਿਹੜੀ ਕੋਈ ਮਰਜ਼ੀ ਆਪਾਂ ਗੱਲਾਂ ਕਰੀ ਚੱਲੀ। ਇਹ ਜ਼ਰੂਰ ਕਹੋ
तो ये ਜਿਹੜੀਆਂ ਚੇਂजेस आ रही ने ते ये एक ਵੱਡਾ ਜਿਹੜਾ ਵਿਸ਼ਾ ਲੋਕਲ ਕੈਨੇਡਾ ਦੀਆਂ ਜਿਹੜੀਆਂ ਖਬਰਾਂ ਨੇ ਵੀ ਚੈਰਿਟੀ ਦੇ ਜਿਹੜੇ ਕੋ-ਫਾਊਂਡਰ ਨੇ ਦੋਨੇ ਈਐਲ ਬਰਗਰ ਦੋਨੇ ਮਾਰਕ ਤੇ ਕ੍ਰੇਗ ਦੋਨਾਂ ਦੀ ਅੱਜ ਆਫਟਰਨੂਨ ਬਸ ਤਿਆਰੀ ਆ ਹੁਣ ਉੱਥੇ ਗੱਲ ਚੱਲ ਰਹੀ ਹੋਊਗੀ ਹਾਊਸ ਆਫ ਕਾਮਨਸ ਦੀ ਕਮੇਟੀ ਦੇ ਸਾਹਮਣੇ ਇਹਨਾਂ ਨੇ ਪੇਸ਼ ਹੋਣਾ ਵੀਰਵਾਰ ਨੂੰ ਟਰੂਡੋ ਟੈਲਫਰਡ ਨੇ ਆਉਣਾ तो ਵੀ ਚੈਰਿਟੀ ਦਾ ਰੌਲਾ ਜਿਹੜਾ ਉਹ ਮੁੱਕ ਨਹੀਂ ਰਿਹਾ ਵੀ ਚੈਰਿਟੀ ਦੇ ਵਿੱਚ ਜਿਉਂ ਅਪ੍ਰੈਲ ਦੀ ਗੱਲ ਚੱਲਦੀ ਹੈ 900 ਮਿਲੀਅਨ ਵੰਡਣ ਦਾ ਤੇ 40 ਮਿਲੀਅਨ ਕੋਈ 20 ਮਿਲੀਅਨ ਕਹਿੰਦਾ ਕੋਈ 40 ਮਿਲੀਅਨ ਕਹਿੰਦਾ ਤੇ ਉਸ ਦਾ ਖਰਚਾ ਟਰੂਡੋ ਪਰਿਵਾਰ ਦੀ ਤੇ ਮੋਰਨੋ ਦੀ ਇਹਨਾਂ ਦੇ ਨਾਲ ਨੇੜਤਾ ਇਹ ਬਹੁਤ ਵੱਡਾ ਇਸ਼ੂ ਹੈ ਇੱਥੇ ਚਾਹੇ ਗੱਲ ਹੋਵੇ ਨਾ ਹੋਵੇ ਮੰਗਲ ਦੇ ਗ੍ਰਹਿ ਵੱਲ ਨੂੰ ਲਗਾਤਾਰ ਜ਼ੋਰ ਪੂਰਾ ਚੜਿਆ ਹੋਇਆ ਨਾਸਾ ਨੇ ਹੁਣ ਇੱਕ ਆਪਣਾ ਰੋਵਰ ਨਾਲ ਇੱਕ ਹੈਲੀਕਾਪਟਰ ਉਹਨੂੰ ਇਸ ਵੀਕ ਲਿਫਟ ਆਫ ਕਰਨਾ ਤੇ ਇਹਦੇ ਰੋਵਰ ਨੇ ਉੱਥੇ ਰਹਿਣਾ ਤੇ ਉੱਥੇ ਦੀਆਂ ਚਟਾਨਾਂ ਉੱਥੇ ਦੀ ਮਿੱਟੀ ਉੱਥੇ ਦੀ ਆਬੋ ਹਵਾ ਤੇ ਬਹੁਤ ਕੁਝ ਇਹਦਾ ਇਹਨੇ ਕਰਨਾ 48 ਕਰੋੜ ਕਿਲੋਮੀਟਰ ਦੇ ਪੰਧ ਤੇ ਤੁਰਨਾ ਤੇ 7 ਮਹੀਨਿਆਂ ਦੇ ਵਿੱਚ ਪਹੁੰਚਣਾ ਹੈ ਤੇ ਉਹਦੇ ਬਾਅਦ ਫਿਰ ਇਹ 6 ਸਾਲਾਂ ਨੂੰ 2026 ਤੋਂ ਬਾਅਦ ਇਹਨੂੰ ਧਰਤੀ ਤੇ ਇਹਦੇ ਸੈਂਪਲ ਲੈ ਕੇ ਆਉਣੇ ਦੇ ਚੱਕ ਕੇ ਇੱਕ ਹੈਲੀਕਾਪਟਰ ਵੀ ਨਾਲ ਜਾ ਰਿਹਾ 2.5 ਕਿਲੋ ਦਾ ਰੋਬੋਟਿਕ ਹੈਲੀਕਾਪਟਰ ਹੈ ਇਹਨੇ ਫਿਰ ਗੇੜੇ ਕੱਢਣੇ ਆ 2 ਪਹਿਲਾਂ ਹੀ ਲਿਫਟ ਆਫ ਹੋ ਚੁੱਕੀਆਂ ਨੇ ਇੱਕ ਚੀਨ ਦੇ ਵੱਲੋਂ ਇੱਕ ਦੁਬਈ ਦੇ ਵੱਲੋਂ ਉੱਥੇ ਫਿਰ ਲੱਭਣਗੇ ਇਹ ਉੱਥੇ ਕੋਈ ਕੈਮਰੇ ਨੇ ਬਹੁਤ ਸੈਂਸਰ ਨੇ ਤੇ ਬਹੁਤ ਮਹਿੰਗਾ ਇਹ ਬਣਿਆ ਜਿਹਦੇ ਤੇ ਬੜਾ ਵੱਡਾ ਬਜਟ ਹੈ ਜਿਹਦੇ ਤੇ ਨਾਸਾ ਲਾ ਰਹੀ ਹੈ $3 ਅਰਬ ਇਹਦੇ ਤੇ ਲੱਗ ਰਿਹਾ ਤੇ 15 ਗ੍ਰਾਮ ਦੇ ਸੈਂਪਲ ਇਹਨੇ ਇਕੱਠੇ ਕਰਨੇ ਨੇ 23 ਕੈਮਰੇ ਨੇ ਤੇ ਇਹਦੇ ਤੇ ਲੱਗੇ ਹੋਏ ਨੇ ਪਹਿਲਾਂ ਵੀ ਇੱਕ ਰੋਵਰ ਉੱਥੇ ਗਿਆ ਹੋਇਆ ਹੁਣ ਇਹ ਜਾਣਾ ਸੈਂਪਲ ਇਹਨੇ ਕਲੈਕਟ ਕਰਨੇ ਨੇ ਟਿਊਬਾਂ ਵਿੱਚ ਫਿੱਟ ਨੇ ਜਿਹਦੇ ਵਿੱਚ ਇਹ ਚੱਕ ਕੇ ਸਮਾਨ ਭਰਨਾ ਤੇ ਫਿਰ ਹਿਊਮਨ ਬੈਨੀਫਿਟਸ ਲਈ ਉੱਥੇ ਕੀ ਕੁਛ ਆ ਬਹੁਤ ਕੁਝ ਇਕੱਠਾ ਕਰਨਾ ਤੇ ਉਹਦੇ ਬਾਅਦ ਫਿਰ ਤਿਆਰੀ ਹੋਣੀ ਆ ਬਸ 2030 ਦੇ ਗੇੜ ਦੇ ਵਿੱਚ ਲਾ ਲਓ ਮਤਲਬ ਇੱਕ ਦਹਾਕੇ ਦੇ ਵਿੱਚ ਮੰਗਲ ਤੇ ਪੈੜਾਂ ਜਿਹੜੀਆਂ ਪੈ ਜਾਣੀਆਂ ਨੇ ਉੱਥੇ ਜਿਹੜੇ ਹੈਬੀਟੈਟ ਬਣਾਉਣੇ ਨੇ ਉਸ ਤਰ੍ਹਾਂ ਹੀ ਬਣਾਉਣੇ ਜਿਵੇਂ ਇੱਕ ਦਿਨ ਮੈਂ ਤੁਹਾਨੂੰ ਦੱਸਿਆ ਜਦ ਘੁਮਾਰ ਚੱਕ ਤੇ ਪਹਿਲਾਂ ਮਿੱਟੀ 1 ਫੁੱਟ ਦੀ ਉੱਚੀ ਰੱਖਦਾ ਜਿਹਦੇ ਵਿੱਚ ਫਿਰ ਘੁਮਾ ਕੇ ਤੇ ਉਂਗਲ ਹੱਥ 'ਚ ਉਂਜਲ 'ਚ ਪਾਣੀ ਲੈ ਕੇ ਤੇ ਉਹਦੇ ਵਿੱਚ ਦੀ ਫਿਰ ਮਿੱਟੀ ਦੇ ਵਿੱਚ ਹੱਥ ਪਾ ਦਿੰਦਾ ਤੇ ਉਹਨੂੰ ਖੋਲ ਦਿੰਦਾ ਵਿੱਚੋਂ ਤੇ ਘੜਾ ਜਿਹੜਾ ਬਣਾਉਂਦਾ ਇਸੇ ਤਰ੍ਹਾਂ ਹੀ ਉੱਥੋਂ ਹੀ ਰੋਬੋਟ ਜਿਹਨੇ ਰੋਬੋਟਸ ਭੇਜਣੇ ਨੇ ਉਹਨੇ ਉੱਥੋਂ ਦੇ ਰੌਕਸ ਚੱਕ ਕੇ ਉੱਥੋਂ ਹੀ ਮਟੀਰੀਅਲ ਤਿਆਰ ਕਰਕੇ ਉਹ ਬੰਦਿਆਂ ਲਈ ਬਣਾਉਣੇ ਨੇ ਜਦੋਂ ਬਣ ਗਏ ਤੇ ਫਿਰ ਬੰਦਿਆਂ ਨੇ ਜਾਣਾ ਇਹ 10 ਸਾਲਾਂ ਦੇ ਵਿੱਚ ਸਾਰਾ ਕੁਝ ਹੋਣਾ 4 ਮੰਜ਼ਲੇ ਹੋਣਗੇ ਉਹ ਹਲੇ ਇਹ ਗੱਲਾਂ ਹੀ ਲੱਗਦੀਆਂ ਨੇ ਆਪਾਂ ਨੂੰ ਪਰ ਇਹ 7 ਮਹੀਨਿਆਂ ਦੇ ਸਫ਼ਰ ਤੇ ਕਿਸੇ ਨੇ ਪਹਿਲੀ ਜਿਹੜੀ ਬਾਜੀ ਮਾਰ ਲੈਣੀ ਹੈ ਤੇ ਕੋਈ ਦਿਨ ਹੋਏਗਾ ਆਪਣੇ ਵੇਖਦੇ ਜਿਹੜੇ ਕਿ ਮੰਗਲ ਗ੍ਰਹਿ ਤੇ ਬੰਦਾ ਜਾ ਉਤਰਿਆ ਕਰਜ਼ਾ ਇਕੱਠਾ ਕਰਨਾ ਹੈ ਕਰਜ਼ਾ ਬਾਲਾ ਚੜ੍ਹ ਨਾ ਦਿਆ ਕਰੋ ਪਰ ਫਿਰ ਔਖੇ ਨਾ ਹੋਇਆ ਕਰੋ ਇਕੱਠਾ ਕਰ ਲਿਆ ਕਰੋ ਇਹ ਵੀ ਇੱਕ ਆਰਟ ਹੈ ਕਰਜ਼ਿਆਂ ਦੇ ਹੁੰਦੇ ਹੋਏ ਇਨਵੈਸਟਮੈਂਟ ਦੇ ਵਿੱਚੋਂ ਆਪਣੀ ਜ਼ਿੰਦਗੀ ਵਧੀਆ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੇ ਸਾਲ ਦੇ ਖਰਚੇ ਦਾ 25-30 ਹਜ਼ਾਰ ਦਾ ਉੱਥੇ $ਮਿਲੀਅਨਸ ਨੇ ਕੁਛ ਨਹੀਂ ਵੱਟਣਾ ਆਪਣੀ ਜ਼ਿੰਦਗੀ ਖਰਾਬ ਕਰਕੇ ਕਰਜ਼ੇ ਮੋੜਨੇ ਇਹ ਵਧੀਆ ਇੱਕ ਸੁਭਾਅ ਨਹੀਂ ਜੇ 5-4 ਮਿਲੀਅਨ ਦਾ ਕਰਜ਼ਾ ਦਿੰਦੇ ਹੋ ਤਾਂ ਨਾਲ 20-50 ਹਜ਼ਾਰ ਆਪਣੇ ਤੇ ਵੀ ਖਰਚ ਲਓ ਜਾਨੂੰ 5-4 ਸਾਲਾਂ ਨੂੰ ਤੁਸੀਂ ਕਰਜ਼ੇ ਕੁਰਜ਼ੇ ਲਾ ਕੇ ਸਿੱਧੇ ਜੇ ਹੋਣਾ ਜਾਨੂੰ ਸ਼ੌਕ ਅੱਧੇ ਮਰ ਜਾਂਦੇ ਆ ਇਹ ਪਹਿਲੀ ਤਾਂ ਗੱਲ ਪੰਗਾ ਉੱਡਾ ਲੈਣਾ ਜਿੰਨੀ ਕੁ ਸਾਹ ਪੰਗਾ ਵੱਡਾ ਲੈ ਲਿਆ ਤਾਂ ਜ਼ਿੰਦਗੀ ਦੇ ਵਿੱਚ ਇਉਂ ਨਹੀਂ ਕਰਨਾ ਵੀ ਹੁਣ ਟੱਬਰ ਦੀ ਰੋਟੀ ਵੀ ਛਡਾ ਦਿਓ ਵੀ ਉਧਰ ਕਿਸ਼ਤਾਂ ਮੋੜਨੀਆਂ ਨੇ ਇਹ ਨਹੀਂ ਗੱਲ ਕਦੇ ਵੀ ਇਹ ਸੋਚ ਕੇ ਨਹੀਂ ਕੁਛ ਕਰਨਾ ਵੀ 2 ਸਾਲ ਦੇ ਬਸ ਆ ਲੈ ਏਕੜ ਲੈ ਤੇ 2 ਸਾਲਾਂ 'ਚ ਲਾਟਾਂ ਆਈਆਂ ਤੇ ਵੇਚ ਕੇ ਬਣਾ ਕੇ $1 ਮਿਲੀਅਨ ਆਪਾਂ ਹੋ ਗਏ ਪਹਿਲੀ ਤਾਂ ਗੱਲ 2 ਸਾਲ 'ਚ ਹੋਣਾ ਨਹੀਂ ਉਹਦੇ 'ਚ 1.5 ਸਾਲ ਹੋਰ ਪਾ ਦਿਓ 3.5 ਸਾਲ ਘੱਟੋ ਘੱਟ 3.5 ਸਾਲ ਨੂੰ ਰਾਜੇ ਦੀ ਪ੍ਰਜਾ ਕਿਹੜੀ ਹੋਣੀ ਆ ਕੀ ਹੋਣਾ ਮਾਰਚ ਤੋਂ ਪਹਿਲਾਂ ਸਾਰਾ ਕੁਛ ਸਾਰੇ ਜਿਹੜੇ ਰਿਸਕ ਲੈ ਕੇ ਤੁਰਨਾ ਮਤਲਬ ਕੀ ਹੋ ਸਕਦਾ ਵਰਸਟ ਕੇਸ ਸਿਨੈਰੀਓ ਜਿਹੜਾ ਇੱਕ ਸ਼ਬਦ ਹੈ ਉਹਦੇ ਤੇ ਜਾਣਾ ਕਿਸ਼ਤਾਂ ਟੁੱਟ ਗਈਆਂ ਕਿੰਨਾ ਆਪਣੇ ਕੋਲ ਪੈਸਾ ਕਿਵੇਂ ਦੇਵਾਂਗੇ ਕਿੰਨਾ ਚਾਹੀਦਾ ਕਿੰਨਾ ਅਸੀਂ ਸਾਡੇ ਤੇ ਖਰਚਣਾ 4 ਸਾਲਾਂ 'ਚ ਕੋਈ ਘਰ 'ਚ ਫੰਕਸ਼ਨ ਘਰ ਚੇਂਜ ਕਰਨਾ ਕੋਈ ਗੱਡੀ ਲੈਣੀ ਉਹ ਵੀ ਵਿੱਚ ਰੱਖਣਾ
नहीं तो फिर वो करना की है, तुसी भी वो डॉलरां नूं करोगे की जे जिंदगी 4 साल नरक दी कढ ली। हाँ सडन कोई गलती कर बैठे, कोई अजिही चीज़ होगी जिहड़ी अपने हत्थों बाहर होगी गल, किसी कोल नहीं हुंदे। जे पार्टनरशिप कहो ना भी मेरा हिस्सा कोई दे दूं, मतलब नहीं है। जदे अगले बिठा लेंदे ने कहंदे परसेंटेज घट कर ला, कोई नहीं इत्थे कोई किसी कोल डॉलर नहीं एक दे सकदा। किते बड़ियां दे नाल फिरदे फिरदे देखो ना भी ये बाजी ये तो लौटां डिवेलप करके मैनू ही फड़ा दूं, लो ये नहीं हुंदी गल। ते बरबली कोई भी हिस्सा नहीं किसी चीज़, कोई बरबली कहे भी तेरा 2% आ, तेरा 10% आ, तेरा 20% आ, बस ये दे देंगे तो तेरा बन गया भाई आ हो गया। नो, जब तक लिखत पढ़त नहीं तो कोई हिस्सा नहीं है। तो कहे भी जे देना तो लिख के दो। तो ये बहुत जरूरी है गल्लां बातां। हाँ वो भी ने जिहड़े हथ मिलाए दा कदर करते हैं, वो कहते जिहड़ी गल कहती ये होऊगी। वो भी ने जिहड़े अपने कीते हथ मिलाए दा ओहदी उन्हां नूं वफा नहीं है। तो ये जरूरी ख्याल रख के इन्वेस्टमेंट करनी है कि जिंदगी सौखी रहे। मलेशिया के साबका प्रधानमंत्री नजीब रजाक नूं 3 अरब डॉलर चोरी करने दे सरकारी पैसे दे विच दोषी पाया गया। 12 वरियां दी होऊ सज़ा ते $50 मिलियन के करीब होगा फाइन। स्टैप सन दे नाल मतरेब पुत दे नाल डील कर ली सरकारी वकीलों ने, उन्हें दसता बापू ने आ किया। मैन ऑफ स्टील कहते सी उन्होंने। 45 साल नजीब रजाक जिहड़ा पॉलिटिक्स दे विच मलेशिया दे सब तो टॉप रहा। पुत्र ते भतीजा प्राइम मिनिस्टरां दा 22 वरियां दी उम्र दे विच पार्लीमेंट च गया। $4.5 बिलियन गवर्नमेंट इन्वेस्टमेंट फंड तो चक गया, जिहदे विच $1 अरब सीधा ही अकाउंट च गया। ते 2018 दे विच ओह इस अपने हुणे अदालत जिहड़ा दोबारा सरकार बनाउण च काबिल रहा। बस फिर गल्लां चल पियां, हौली हौली लभ लिया अगले ने। मेन इहदे विच जिहड़ा करता धरता जो लो उसका नाम है, जिहड़ा भज्जिया होया मलेशियन बिजनेसमैन है, कहते चीन च रहिंदा, 67 वरियां दा ते बस आ कुछ कीता। मतलब तुसीं ये वेख लो बई लालच की है। लालच है जिहड़ा ओह बंदे नूं कित्थे खड़ाउंदा। प्रधानमंत्री देश दा ते रिजा अजीज जिहड़ा मनी जिहड़ा चक के एक फिल्म दे विच भी पैसा लाया, द वॉल्फ ऑफ वॉल स्ट्रीट दे विच एक याट बहुत महंगी खरीद ली। ते हॉलीवुड प्रोड्यूसर रिजा अजीज ते नजीब दा स्टैपसन है। 248 मिलियन गवर्नमेंट फंड ये चक गया। ते हुण सुलह कर ली, डील कर ली सरकार नाल, ते बापू मतरेया ठोकता, सब कुछ अंदरला कढ़ के दे दिता। ते 45 वरियां दी राजनीति ते 67 वरियां जद हुण उम्र होण सज़ा बोलनी है, हुण वेखियो भी की बनना है। लालच तां ही कहंदे ने खांदे नूं ना वेखो। ते आ हुण जिहड़ा WeChat की गल चल रही है, ये की है? ये करप्शन ही है। जब तुसीं चक चक के पैसे फड़ाओ तो जिहड़ा भाईचारे दे विच पता है कि फलाने फलाने बंदे ने आ करप्शन की है, पर सरकार दे कोल ये गल्लां दी पहुंच नहीं ते सबूत है नहीं तो अपने भी बहुत कुछ पिया, अखी सामने वेखण नूं पिया। पर गल उही है भी हुण कहंदे भी बिल्ली दे गल टल्ली बन्नू किहड़ा, ये रौला पै जांदा भी किहड़ा अगला छड्ड यार आपां काहनूं दुश्मनी पाउणी है। इत्थे दी एक जिंदगी दे विच रहिंदे आ जिथे पक्का तुसीं रहना नहीं, तुर जाना है, उत्थे भी बंदा सच बोलणों डरदा कि ना बहुत औखा बई, ये तां ये काम बड़ा औखा है, ये नहीं छड्ड सकदे, ये नहीं कर सकते, ये नहीं हो सकदा। एनीवेज तो रजाक होणी हुण समा कड्ढणगे, बचना है नहीं। 12 वरियां दी सज़ा हो, $50 मिलियन मोड़ना पैना। अगले हिस्से जिहड़ी गल करनी है वो ये मैं तुहाडे नाल करनी है कि जिहड़ी अपनी चैनलों की अपने स्टेशनों की रेटिंग के लिए मन घड़त गल्लां जिहड़ियां बना के ਉਹਦੇ ਤੇ ਗੱਲ करनी। अपने बहुत घट वरतारा है वैनकूवर दे विच, शुक्र है। इत्थे ऊँ तां छल कपट जे आपां कर लैंदे आ, वढ टुक जी एक दूजे दी इत्थे, पर आ गल्लों डरदे ने क्योंकि लोग जागरूक बहुत ने। इत्थे ऊँ तां ठीक है भी होइए असीं
नास्तिक टोले दे विचों ते असीं गल्लां सिखां दे खालिस्तान दी करके अपनी नौकरी नूकरी कोई घर वाले दी सैट सुट जे करके आपां जुगाड़ बंद लईए वो तां वो लोकां दी कमी है, वो बंदे दी नहीं प्रॉब्लम। पीढ़ियां दर पीढ़ियां जिन्हां दे घर दे विच इह गल्लां चलियां हुण भी रब है ही कोई नहीं, वो रब दे नाम ते एक खिता जिहड़े सिख मंगदे ने उहदी बंदे प्रौढ़ता करन, तो सानू पता होना चाहिए कि असीं करदे की। सो ये जिहड़ा उत्थे चल रहा काम वो ये चल रहा कि उत्थे हर रोज शिंगड़ी कोई छड़ी रहिंदी है, उत्थे क्रिएट करते हैं, उत्थे रोल दे दिंदे ने, ले भी आ जा तैनूं इन्ने दवांगे, आके बह जा बिठा लो, ते ओहदे ते फिर ठरक भोरदे ने लोग। आप तां की ठरक भोरना जो तां उही तरस दे काबिल हुंदे ने कई बंदे, ते पर सुनने वाले आनंद लैण लग जांदे ते बई चल बई अपना बई चलो गल्लां चलणगीआं, पर ऐ नहीं सोचते असीं कि इहदे विचों है की, इह किहदी जिहड़ी इहदे च बेइज्जती है। पंजाब दे विच इह गल बहुत शिद्दत नाल पिछले 2 दिनां चों चलदी है। वधिया उत्थे जिहड़े अफसर ने वो कहंदे इह बंदा जिहड़ा इहने पंजाब दे धीआं धियाणियां दा सत्यानाश कीता, जिहड़ा एक वार आवे सही हुण इहदा पंजाब इहदा मक्कू देखी ठोकदे किवें। हुण कईयां दे परिवार गल इह है भी इह तां है नहीं कि आम पिंडां दे विचों धीआं धियाणियां ने, बहुत कोई अफसर आ, कोई वकील आ, कोई जज आ, उन्हां दीआं बाल बच्चियां सब इत्थे पढ़न आईयां होईयां। कहंदे यार एक रस्से नाल सब बन्ह ताए ने। मैं कहा झमलाया भी तुसीं होई है, 6-6 फुटे नाल गनमैन दे दिंदे हो, सेवा करते ने पूरी, ते दिन रात आले दुआले लई फिरदे ने, ते तुसीं ओ झमलाया। वो कहंदे असीं काहनूं झमलाया, बेड़ी बैठी आ साडे शासकां दी जिन्हां ने इहनूं सिर ते बिठाया, ते उही उन्हां दी गलती है। वो इंस्ट्रक्शनां दे दिंदे ने IG रैंक दे बंदे नाल किसे नूं इहदा काम करो जी। हुण टका आ दिनां दे विच हुण कांग्रेस दे वेले नहीं जांदा, 22 च जे अकाली आ गए बादलों नहीं फेर जाओ। ये मतलब कहानी ये है भी इत्थे इन्हां दा हीला कोई नहीं, इत्थे तुसीं कुछ कह नहीं सकदे, चैलेंज नहीं कर सकदे, पर सरीरक शोषण बहुत होणगे जिन्हां दा होया होऊ उही अगे आ जाण। मैं तां कहना वकीलां दी बनाओ कोई टीम है, फसदा तां वड्डो, हर तीजे दिन कोई ना कोई पंगा, हर तीजे दिन कोई ना कोई पंगा, इत्थे भी लाओ निगाह, इत्थे भी तुहाडे अगेंस्ट बथेरा कुछ लोगों हुंदा, हर रोज हुंदा। जब कोई अपनी गल करे, कोई खबर के आधारित कोई गल करे, जिहड़ा कोई आप बना के चीज़ां नित जिहड़े तुले लाउंदे आ, ते उहनां नूं भी तुहानूं तां कुछ नहीं, तुहाडे तां पैसे 4 इकट्ठे करके कोई पूल दे विच ऊं भी खर्चदे ही आ गुरुद्वारियां दीआं प्रधानियां लई। हुण तां चल आराम है, जद हुण थल्ले ते उप्पर बैठण वाले अड्ड-अड्ड होए ने, पहिलां तां स्यापा यही नहीं सी मुक्कदा। 4-4 मिलियन, 2.5-2.5 मिलियन, 3-3 मिलियन हैंकड़ साडी रह रही। हुण सारिਆਂ ने खरीद लिया, ते 2-2, 3-3 मिलियन दी मॉर्गेजां ने। वो कहंदे हुण ना रौला पाओ, अपने अपने बिठा लो, बाहरले बैठ, जिथे मर्जी बैठण वाले, उपर थल्ले ते बहण वाले, टिक गई गल। इंस्टीट्यूट अपने बना ले अपने। सो ये जिहड़े पर ये जिहड़ी कहानी चली हुई है, इहनूं रोकना चाहिए। जे कोई गलत करदा, मनो घरत गल बना के किते दी किते लै वड़दा, वो उसनूं रोको, कोई होवे चाहे कोई एक वधिया सिटीजन का कोई पैनल बना लो, ਉਹਦੇ ਵਿੱਚ पैसे कर लो इकट्ठे, ते 5-7 वकील ਜਿਹੜੇ ਨੇ ਉਹ ਲਾ ਲਓ ਨਾਲ। कम्यूनिटी के तौर पर जब कोई बैशिंग करता है ਉਹਨੂੰ ਸੂ करो, बस। इंडिविजुअल कोई किसी लिए करता है कोई नहीं। जब कम्यूनिटी एट लार्ज सारिਆਂ ਨੂੰ एक जगह ते अगले ठोकते हैं ਤਾਂ रुकदा। असल मूँह पै गया, 36 वरे हो गए जब तक ਜਿਹੜਾ तीसरा घल्लू घारा होया, ਉਹਨਾਂ ਨੂੰ ਇਹੋ ਜਿਹੇ टट्टू चाहिए सी भी ਜਿਹੜੇ सिखां दी हमदर्दी ਨੂੰ कुछ ना कुछ कर लैण। कोई रिफ्यूजी आ गया ਉਹਨੂੰ पासपोर्ट दवाउणा, कोई विद्यार्थी आ गया ਉਹਦਾ कुछ करना, कोई कबड्डी वाले सिरे दे प्लेयर आ गए, वो भी कई गायक भी तकड़े भारी भरकम भी ਇਹਦੇ आड़ी ने ਜਿਹੜੇ ਇੱਥੋਂ ਜਾਂਦੇ ਰਹੇ सरी ਦੇ ਤੇ वैनकूवर ਦੇ, ਉਹ बहुत नेड़े ने। तो ये गुणा की गल है, बेगुणे बंदे नहीं किते सैट हो सकते, गुणा के नाल ये बंदा सैट हुंदा है। तो ये जिहड़ा ना इसनूं रोकना चाहिए। पंजाब दे विच इस दे लई बहुत इस समय दुख है। लोकां वधिया बंदे ਜਿਹੜੇ ਕੁਛ ਕਰਨ ਦੇ ਕਾਬਲ ने वो भी कहते
जद छड़ छड़ाइए वाले अपने इलैक्शन वाले केस दे विच ना जद इहने लाए तवे उत्थे वाले साडे पंजाब वाले बंदे दे दूजे दिन उहदियां मिन्नतां करदे जे पता लग्या वो कौन मेरा तेरे नाल रौला नहीं कोई इत्थे इत्थे फिर वो CNN वाला बन के दिखाउंदा भी मैं सिर ਜਿਹੜੇ ਤੁਹਾਡੇ ਇੱਥੋਂ ਉਸ ਸਮੇਂ ਦੀ ਵਿਰੋਧਤਾ 'ਚ ਉੱਥੇ ਫੋਨ ਕਰਦੇ ਰਹੇ ਉਹਨਾਂ ਨੂੰ ਵੀ ਰੱਖੋ ਜਿਹੜੇ ਧਰਮ ਦਾ ਗਿਆਨ ਵੰਡਦੇ ਆ ਨਾ ਤੁਹਾਨੂੰ ਉਹਨਾਂ ਨੂੰ ਵੀ ਨਿਗਾਹ ਰੱਖੋ ਵੀ ਉਹ ਕਰਦੇ ਕੀ ਨੇ ਤੇ ਜਿੰਨੇ ਬੰਦੇ ਨੇ ਜੇ ਤੁਹਾਨੂੰ ਇੱਕ ਕਮਿਊਨਿਟੀ ਨੂੰ ਬੈਸ਼ ਕਰਦੇ ਨੇ ਉਹਨਾਂ ਤੇ ਨਿਗਾਹ ਰੱਖੋ ਜਿਹੜੇ ਗੱਲ ਘਮਾਉਂਦੇ ਤੁਹਾਡੇ ਸਤਿਕਾਰਤ ਯੋਧਿਆਂ ਦੇ ਸ਼ਹੀਦਾਂ ਦਾ ਨਾਂ ਗਲਤ ਸਿਉਂ ਕਹਿ ਕੇ ਬੋਲਦੇ ਨੇ ਸਭ ਨੂੰ ਲਾਓ ਲਾਈਨ ਦੇ ਵਿੱਚ ਕੋਈ ਹੈ ਇਹਨਾਂ ਨੂੰ ਪਤਾ ਲੱਗੇ ਤੇ ਜਦ ਤੱਕ ਇਹਨਾਂ ਦਾ ਜਨਤਕ ਵਿਰੋਧ ਨਹੀਂ ਹੁੰਦਾ ਕਿਸੇ 'ਚ ਇਹਨਾਂ ਦਾ ਟੱਬਰ ਟੀਹਰ ਕੋਈ ਇਲੈਕਸ਼ਨ 'ਚ ਖੜਦਾ ਉਹਦਾ ਵਿਰੋਧ ਨਹੀਂ ਹੁੰਦਾ ਇਹਨਾਂ ਦਾ ਜਨਤਕ ਤੌਰ ਤੇ ਵਿਰੋਧ ਹੁੰਦਾ ਤੇ ਤੁਰੇ ਫਿਰਦੇ ਕਿਤੇ ਲਾਲ ਕਾਰਪੇਟ ਤੇ ਨੂੰ ਤੁਸੀਂ ਘੇਰਦੇ ਨੇ ਵੀ ਖੜ ਕੇ ਗੱਲ ਸੁਣ ਕੇ ਜਾਓ ਵੱਡਿਆ ਹੋਸਟ ਆ ਤੂੰ ਆਹ ਗੱਲ ਕਹਿੰਦਾ ਕਿਵੇਂ ਸੀ ਇਹ ਗੱਲ ਕਹੋ ਫੇਰ ਠੀਕ ਆਊ ਕਹਾਣੀ ਕੋਈ ਵੀ ਕਹਿੰਦਾ ਮੈਂ ਕਹਿੰਦਾ ਮੈਨੂੰ ਰੋਕੋ ਵੀ ਤੂੰ ਇਹ ਗੱਲ ਕਹੀ ਹੈ ਗਲਤ ਹੈ ਜੇ ਤੁਸੀਂ ਇਹਨੂੰ ਰੋਕੋ ਕਿਤੇ ਇਲਾਹੀ ਹੁਕਮ ਥੋੜਾ ਵੀ ਅਸੀਂ ਖਾਸ ਜੰਮਿਆ ਅਸੀਂ ਡਿੱਗੇ ਆ ਉੱਪਰੋਂ मतलब एक जॉब है मैं बहुत बार तुहानू कहा तुसीं पहले शुरू च 10-15 साल च बंदे नूं चढ़ा ही इन्हां दिता गिद्दड़ां दा डैश ते डैश करता तुसीं ये मुश्किल तुसीं पैदा कीती है लोगों ओह इलाही हुक्म अपना मनण लग गए भी जिहड़ा असीं कहा वो फाइनल है असीं खास है माइक ते बैठण तो पहला 6 महीने पहला कोई मेरा टैक्सी चलाउंदा सी कोई मिल च लग्या सी माइक मूहरे बन गया लग गया ते असीं सुपर स्टार बन गए ਇਹ ਨਹੀਂ ਗੱਲ ਹੈ ਸਰਵ ਕਰੋ ਕਮਿਊਨਿਟੀ ਨੂੰ ਜੇ ਕਰਨਾ ਜੇ ਤੁਹਾਨੂੰ ਮਾਈਕ ਮਿਲਿਆ ਤਾਂ ਘੱਟੋ ਘੱਟ ਨੰਗੇ ਧੜ ਖੜੋ ਤਾਂ ਸਹੀ ਲਾ ਕੇ 4 ਬੱਤੀਆਂ ਜੀਆਂ ਤੇ ਗੁਲਾਬ ਦਾ ਰਸ ਜਿਹਾ ਛਿੜਕ ਕੇ ਤੇ ਆਪੇ ਵਾਹ 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 ਇੱਕ ਦੂਜੇ ਨੂੰ ਕਰੀ ਜਾਂਦੇ ਸ਼ੇਰਵਾਨੀਆਂ ਜਿਹੀਆਂ ਪਾ ਕੇ ਤੁਸੀਂ ਖਾਸ ਬਰੀਡ ਪਰ ਜਿੱਦਣ ਦੁੱਖ ਦਾ ਸਮਾਂ ਉਦੋਂ ਕੋਈ ਨਹੀਂ ਚਾਹੇ ਲਾਓ ਚਮਕੀਲਾ ਮੰਗਾਓ ਉਹਦੀ ਵਰਸੀ ਇਹ ਜਿਹੜਾ ਕਮਿਊਨਿਟੀ ਨੂੰ ਚਾਹੀਦਾ ਪਲੀਜ਼ ਇਸ ਜਗ੍ਹਾ ਤੇ ਇਕੱਠੇ ਹੋਵੋ ਗਰੁੱਪ ਇਕੱਠੇ ਕਰੋ ਹੁਣ ਸਾਰਾ ਕੁਝ ਅਸੀਂ ਨਹੀਂ ਕਰ ਸਕਦੇ ਤੁਸੀਂ ਕਰੋ ਗਲਤ ਕੋਈ ਕਰਦਾ ਹੈ ਉਹਨੂੰ ਲਾਈਨ ਚ ਲਾਓ ਸਰ ਸੁਰਿੰਦਰ ਸਿੰਘ ਜੀ ਕੀ ਕਹਿਣਾ ਸਤਿ ਸ਼੍ਰੀ ਅਕਾਲ ਵੀਰ ਜੀ ਇਹ ਤਾਂ ਬਹੁਤ ਮਾੜੀ ਗੱਲ ਆ ਬਹੁਤ ਉਹ ਬਜ਼ਰਨੀ ਕਰ ਰਿਹਾ ਜਿਹੜੇ ਟੋਰਾਂਟੋ ਤੋਂ ਰੇਡੀਓ ਸਟੇਸ਼ਨ ਤੋਂ ਇਹ ਗੱਲਾਂ ਬਾਤਾਂ ਚੱਲ ਰਹੀਆਂ ਜਾਂ ਹੋ ਰਿਹਾ ਆ ਪਰ ਸ਼ਾਇਦ ਤੁਸੀਂ ਭੁੱਲ ਗਏ 1.5 ਸਾਲ ਪਹਿਲਾਂ ਤੁਸੀਂ ਵੀ ਇਹੀ ਕੁਝ ਕੀਤਾ ਸੀ ਤੁਸੀਂ ਉਦੋਂ ਆਪ ਕਿਹਾ ਸੀ ਮੈਂ ਕੁੜੀਆਂ ਨੰਗੀਆਂ ਸੜਕ ਤੇ ਜਾਂਦੀਆਂ ਦੇਖੀਆਂ ਰਾਤ ਨੂੰ ਅੱਧੀ ਰਾਤ ਜੇ ਉਹ ਤੁਸੀਂ ਵੀ ਇਹ ਕੁਝ ਕੀਤਾ ਸੀਗਾ ਜੀ ਹੁਣ ਥੋੜਾ ਜਿਹਾ ਇਹ ਸਾਰੇ ਮੀਡੀਆ ਨੂੰ ਇਹਨਾਂ ਗੱਲਾਂ ਚਾਰ ਰੱਖਣਾ ਚਾਹੀਦਾ ਨੂੰ ਮਾੜਾ ਜਿਹਾ ਸਮਝਾ ਕੇ ਜਾਓਗੇ ਜੀ ਕੀ ਕਿਹਾ ਸੀ ਮੈਂ ਸੁਰਿੰਦਰ ਸਿੰਘ ਜੀ ਮੈਨੂੰ ਦੱਸਿਓ ਕੀ ਕਿਹਾ ਸੀ ਮੈਨੂੰ ਨਹੀਂ ਯਾਦ ਤੁਸੀਂ ਮੈਨੂੰ ਕਰੈਕਟ ਕਰ ਦਿਓ ਵੀ ਕੀ ਕਿਹਾ ਸੀ ਕੁੜੀਆਂ ਕੀ ਜਾਂਦੀਆਂ ਵੇਖੀਆਂ ਜਿੱਥੇ ਕੋਈ ਕੁੜੀਆਂ ਜਾਂਦੀਆਂ ਕੋਈ ਗਲਤ ਹਾਲਤ ਦੇ ਵਿੱਚ ਵੇਖੀਆਂ ਹੋਈਆਂ ਉਹ ਜ਼ਰੂਰ ਦੱਸਿਆ ਹੋਊਗਾ ਵੀ ਭਾਈ ਇਉਂ ਨਹੀਂ ਕਰਨਾ ਉਹਦਾ ਤੇ ਲਿਆ ਕੇ ਕਿਸੇ ਨੂੰ ਬਿਠਾ ਕੇ ਇਹ ਗੱਲ ਜ਼ਰੂਰ ਮੈਂ ਵਰਜਦਾ ਹਰ ਰੋਜ਼ ਵਰਜਦਾ ਵੀ ਗਲਤ ਕੰਮ ਤਾਂ ਗਲਤ ਹੈ ਪਰ ਉਹ ਇਹ ਨਹੀਂ ਸੀ ਮੈਂ ਕਰਦਾ ਵੀ ਜਿਵੇਂ ਕਿਸੇ ਨੂੰ ਲਿਆ ਕੇ ਬਿਠਾ ਕੇ ਕੋਈ ਰੇਟਿੰਗ ਕੀਤੀ ਹੋਵੇ ਪਰ ਮੈਨੂੰ ਯਾਦ ਨਹੀਂ 1.5 ਸਾਲ ਪਹਿਲਾਂ ਜਾਂ 2 ਸਾਲ ਤੇ ਜਦ ਤੁਸੀਂ ਸਡਨ ਕਿਤੋਂ ਆ ਕੇ ਕਾਲ ਕਰਦੇ ਹੋ ਨਾ ਫਿਰ ਪਤਾ ਨਹੀਂ ਲੱਗਦਾ ਜਾਂ ਤਾਂ ਕੋਈ ਹਰ ਰੋਜ਼ ਤੁਸੀਂ ਗੱਲ ਕਹਿੰਦੇ ਹੋਵੋ ਆ ਕੇ ਦੱਸਦੇ ਹੋਵੋ ਫਿਰ ਤਾਂ ਮੈਨੂੰ ਪਤਾ ਲੱਗ ਜਾਵੇ ਤੁਸੀਂ ਕੌਣ ਤੇ ਜਾਂ ਡੀਟੇਲ 'ਚ ਦੱਸਿਆ ਕਰੋ ਵੀ ਕਿਹੜੀ ਗੱਲ ਜਿਹੜੀ ਹੈ ਜਿਹੜੀ ਕੋਈ ਕਹੀ ਹੋਈ ਜਿਹੜੀ ਆਪਾਂ ਉਹਨਾਂ ਨੂੰ ਕਹੇ ਹਾਂ ਬਿਲਕੁਲ ਮੈਂ ਕਹਿਣਾ ਮੈਂ ਬੱਚਿਆਂ ਦੇ ਹੁਣ ਡੁੱਬਣ ਦੀ ਗੱਲ ਉਹਨਾਂ ਨੂੰ ਕਹਿਣ ਲੱਗਿਆ ਵੀ ਯਾਰ ਤੁਸੀਂ ਗਲਤ ਨਾ ਕਰੋ ਇਸ ਤਰ੍ਹਾਂ ਕੋਈ ਕੁੜੀਆਂ ਜੇ ਕੋਈ ਗਲਤ ਸੜਕ ਤੇ ਕਿਤੇ ਵੇਖੀਆਂ ਆਉਣਗੀਆਂ ਉਹਨਾਂ ਨੂੰ ਵਰਜਿਆ ਹੋਊਗੀ ਵੀ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਲੜਾਈ ਕੀਤੀ ਇੱਕ ਵਾਰ ਖੰਗੂੜਾ ਵਿਲੇਜ 'ਚ ਆ ਕੇ ਉਹਨਾਂ ਨੂੰ ਕਿਹਾ ਵੀ ਜਿਹੜੇ ਤੁਸੀਂ 5-4% ਉਹ ਨਾ ਕਰੋ ਇਹ ਗਲਤ ਗੱਲ ਪਰ ਜੇ ਤੁਸੀਂ ਕਹੋ ਵੀ ਇਸ ਤਰ੍ਹਾਂ ਲਿਆ ਕੇ ਕਿਸੇ ਨੂੰ ਬਿਠਾ ਕੇ ਗੱਲਾਂ ਤੇ ਟਾਕ ਸ਼ੋ ਕੀਤੇ ਤੇ ਠਰਕ ਭੋਰਿਆ ਇਹ ਨਹੀਂ ਕੀਤਾ ਮੈਂ ਕਦੇ ਉਹਨਾਂ ਦੀ ਭਲਾਈ ਦੇ ਲਈ ਜ਼ਰੂਰ ਕਿਹਾ ਉਹ ਵੀ ਇਹ ਗਲਤ ਨਾ ਕਰੋ ਇਹ ਗਲਤ ਕੰਮ ਹੈ ਇਹ ਆਪਾਂ ਨਾ ਕਰੋ ਕੁੜੀਆਂ ਦੇ ਖਿਲਾਫ ਕਦੇ ਮੈਨੂੰ ਨਹੀਂ ਲੱਗਦਾ ਮੈਂ ਕਦੇ ਗੱਲ ਕੀਤੀ ਹੋਵੇ ਇਹਨਾਂ ਬੱਚੀਆਂ ਦੇ ਮੈਂ ਹਰ ਰੋਜ਼ ਹੱਕ 'ਚ ਗੱਲ ਕਰਾਂ ਤੁਸੀਂ ਕੁਝ ਸੁਣਿਆ ਹੋਵੇ ਇਹੋ ਜਿਹਾ ਜਿਹੜਾ ਤੁਹਾਨੂੰ ਠੀਕ ਨਹੀਂ ਲੱਗਿਆ ਹੋਵੇ ਉਹ ਮੈਂ ਮੰਨ ਸਕਦਾ ਵੀ ਤੁਹਾਨੂੰ ਹਰਟ ਹੋਇਆ ਵੀ ਮੈਨੂੰ ਦੱਸਿਓ ਫੋਨ ਕਰਕੇ ਦੱਸ ਦਿਓ ਮੈਨੂੰ
ਮੈਸੇਜ ਕਰ ਦਿਓ ਵੀ ਕਾਲ ਕੀਤਾ ਸੀ। ਨੰਬਰ ਮੇਰਾ ਜਨਤਕ ਹੈ 6047291224। ਦੱਸ ਦਿਓ 2 ਵਜੇ ਤੋਂ ਬਾਅਦ ਦੱਸ ਦਿਓ, ਨਾਲੇ ਆਪਣੇ ਬਾਰੇ ਦੱਸ ਦਿਓ ਆਪ ਜੀ ਕੌਣ ਹੋ। ਸਵਰਨਜੀਤ ਸਿੰਘ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਇਹ ਗੱਲ ਸਾਹਿਬ ਇਹ ਮੂਵੀਆਂ ਮੈਂ ਜਿਹੜੀਆਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਇਹ ਹੋ ਗਏ 3-4 ਦਿਨ ਤੇ ਇਹ ਜਿਨ੍ਹਾਂ ਦੀ ਗੱਲ ਕਰ ਰਹੇ ਸੀ ਉਹ ਮੈਂ ਕੱਲ ਦੇਖੀ ਆ ਪੂਰੀ ਵੀਡੀਓ। 3.5 ਸਾਲ ਹੋ ਗਏ ਉਹ ਇੱਕ ਲੜਕੀ ਸਟੂਡੈਂਟ ਆਈ ਆ ਤੇ 1 ਕਰੋੜ 95 ਲੱਖ ਰੁਪਈਆ ਉਹਨੇ ਆਪਦੇ ਪਿਓ ਨੂੰ ਮੋਗੇ ਭੇਜਿਆ ਵੀ ਆਪ ਮੇਰਾ ਬਿਜ਼ਨਸ ਲੈ ਕੇ ਤੇ ਵੀ ਇੱਥੇ ਆਪਦਾ ਕਾਰੋਬਾਰ ਵਧਾ ਲਾ ਤੇ ਉਹ 1.5 ਕਰੋੜ ਤੇ ਸਮਝ ਲਓ 95 ਲੱਖ ਦਾ ਇੱਥੇ $4.25 ਲੱਖ ਬਣਦਾ। 3.5 ਸਾਨੂੰ 20 ਸਾਲ ਹੋ ਗਏ ਆਇਆ ਨੂੰ, ਸਾਥੋਂ ਤਾਂ ਇੰਨੇ ਪੈਸੇ ਬਣੇ ਨਹੀਂ। 3.5 ਸਾਲਾਂ 'ਚ ਜੇ ਬਣ ਗਏ, ਜੇ ਕੋਈ ਬੈਡ ਐਲੀਮੈਂਟ ਇੱਥੇ ਜਿੱਦਾਂ ਮਤਲਬ ਏਦਾਂ ਦਾ ਚਲਾ ਰਿਹਾ ਕੰਮ 1.5 ਫਟਾਲਾ ਕੁੜੀ ਉਹ ਗਾਹ ਸਪਲਾਈ ਕਰਕੇ ਕੁੜੀਆਂ ਨੂੰ ਕਮਾ ਰਹੀ ਹੈ, ਮਤਲਬ ਹੈ ਤਾਂ ਮਾੜੀ ਗੱਲ ਹੈ। ਜੇ ਉਹ ਇਹ ਮੀਡੀਆ ਦੇ ਵਿੱਚ ਗੱਲ ਹੋ ਰਹੀ ਤੇ ਉਹ 'ਚ ਬੁਰਾਈ ਕੀ ਆ ਜੀ? ਠੀਕ ਹੈ ਜੀ, ਠੀਕ ਹੈ ਸਵਰਨਜੀਤ ਸਿੰਘ ਜੀ, ਬਿਲਕੁਲ ਠੀਕ ਹੈ। ਤੁਹਾਡੀ ਰਾਏ ਤੁਹਾਡੇ ਨਾਲ ਹੈ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਬਈ ਪੰਜਾਬ ਦੀਆਂ ਕੁੜੀਆਂ ਦੀ ਇਹ ਗੱਲ ਕਰਕੇ ਕਿ ਸੈਕਸ ਰੈਕਟ ਇੱਥੇ ਚੱਲਦਾ ਹੈ ਤਾਂ ਫਿਰ ਉਹ ਠੀਕ ਹੈ, ਕੋਈ ਪ੍ਰੋਬਲਮ ਨਹੀਂ। ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤਾਂ ਮੈਨੂੰ ਵੀ ਕੋਈ ਪ੍ਰੋਬਲਮ। ਦਿਓਲ ਸਾਹਿਬ ਲਾਈਨ ਨੰਬਰ 4। ਹੈਲੋ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਗਿੱਲ ਸਾਹਿਬ, ਦੇਖੋ ਹੁਣ ਜੇ overall ਆਪਾਂ ਗੱਲ ਕਰੀਏ ਕਿਸੇ ਇਸ਼ੂ ਦੇ ਉੱਤੇ ਜਾਂ ਮੀਡੀਆ ਦੇ ਉੱਤੇ ਜਾਂ ਕਿਸੇ ਵੀ ਮੰਨ ਲਓ, ਦੇਖੋ ਹੁਣ ਸਮੇਂ ਦੇ ਨਾਲ ਨਾਲ ਚੀਜ਼ਾਂ ਸਮਝ ਆਉਣ ਲੱਗੀਆਂ। ਜੇ ਤਾਂ ਅਸੀਂ ਮੈਂ ਆਪਣੇ ਇਨਕਲੂਡਿੰਗ ਆਪਣੀ ਸੈਲਫ ਤੇ ਲੈਣਾ ਜਾਂ ਕੋਈ ਮੀਡੀਆ ਆ ਜਾਂ ਕੋਈ ਰਾਜਨੀਤਿਕ ਹੈ ਨਾ, ਦੇਖੋ ਇੱਕ ਸਮਾਂ ਬਦਲਿਆ। ਪਹਿਲਾਂ ਜਿਹੜੇ ਬੰਦੇ ਸਾਡੇ ਮੀਡੀਆ ਵਿੱਚ ਵੀ ਆਏ ਆ ਜਾਂ ਸਾਡੇ ਰਾਜਨੀਤਿਕ ਵੀ ਆਏ ਆ, ਉਹ ਜਿੰਨਾ ਚਿਰ ਸੀਗਾ ਜੋ ਉਹਨਾਂ ਨੇ ਕਹਿ ਦੇਣਾ ਜਾਂ ਉਹ ਇੱਕ ਮੰਨ ਲਓ ਸਪਾਂਸਰ ਰੱਖ ਲਓ ਜਾਂ ਇੱਕ ਉਹਨਾਂ ਨਾਲ ਜਿੰਨਾ ਕੁ ਦਾਇਰਾ ਸੀਗਾ, ਉਹਨਾਂ ਦੀ ਇੱਕ ਲਿਮਿਟ ਸੀਗੀ। ਲੋਕਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਸੀਗਾ ਵੀ ਕਿਹੜੀ ਗੱਲ ਕਿਹੜਾ ਕਹਿ ਰਿਹਾ ਤੇ ਇਹਦਾ ਜਾਣੀ ਜੇ ਕਿਸੇ ਨੂੰ ਨਹੀਂ ਚੰਗੀ ਲੱਗਦੀ ਜਾਂ ਉਹ ਸਹੀ ਨਹੀਂ ਹੈਗੀ ਤਾਂ ਉਹਦਾ ਕਿਹੜੇ ਢੰਗ ਤਰੀਕੇ ਨਾਲ ਕਹੀ ਜਾਵੇ। ਹੁਣ ਉਹ ਜਿੱਦਾਂ ਜਿੱਦਾਂ ਸਮੇਂ ਦੇ ਵਿੱਚ ਤੁਸੀਂ ਵੀ ਇਸ ਫੀਲਡ 'ਚ ਆਏ ਆ ਸਾਰੇ, ਅਸੀਂ ਵੀ ਚਲੋ ਪਹਿਲਾਂ ਉਹਨਾਂ ਕੰਮਾਂ 'ਚ, ਕਿਉਂਕਿ ਆਪਾਂ ਕਿਤੇ ਨਾ ਕਿਤੇ ਸਾਰੇ ਹੀ ਉਸ ਸਥਾਪਤੀ ਦੇ ਚੱਕਰਾਂ 'ਚ ਰਹੇ ਆ ਵੀ ਜੋ ਰਾਜਨੀਤਿਕ ਕਹਿ ਰਿਹਾ ਮੀਡੀਆ ਕਹਿ ਰਿਹਾ ਠੀਕ ਹੀ ਕਹਿ ਰਿਹਾ ਹੁੰਦਾ। ਪਰ ਹੁਣ ਜਿੱਦਾਂ ਜਿੱਦਾਂ ਖਿਆਲ ਖੁੱਲਣ ਲੱਗੇ ਆ ਜਾਂ ਸੋਸ਼ਲ ਮੀਡੀਆ ਨੇ ਰੱਖ ਲਓ, ਹਰ ਇੱਕ ਚੀਜ਼ ਦਾ ਇੱਕ ਸਦਉਪਯੋਗ ਹੁੰਦਾ, ਇੱਕ ਦੁਰਉਪਯੋਗ ਹੁੰਦਾ ਆ। ਇਹਨਾਂ ਲੋਕਾਂ ਨੇ ਜਿਹੜਾ ਸਟੇਟ ਦਾ ਮੀਡੀਆ ਹੈਗਾ ਜਾਂ ਜਿੰਨੇ ਵੀ ਰਾਜਨੀਤਿਕ, ਇਹਨਾਂ ਨੇ ਦੁਰਉਪਯੋਗ ਰੱਜ ਕੇ ਕੀਤਾ ਉਹਨਾਂ ਚੀਜ਼ਾਂ ਦਾ ਜਿੰਨਾ ਚਿਰ ਇਹਨਾਂ ਦੇ ਕੋਲ ਕੰਟਰੋਲ ਰਿਹਾ। ਅੱਜ ਗੱਲ ਇਹ ਆ ਵੀ ਪਿੱਛੇ ਆਪਣੇ ਇੱਥੇ ਲੋਕਲ ਦੀ ਲੈ ਲਈਏ ਜਾਂ ਪੰਜਾਬ ਦੀ ਲੈ ਲਈਏ, ਸਾਡੇ ਇੱਥੇ ਗੈਂਗਵਾਰ ਦਾ ਇਸ਼ੂ ਗਾ। ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਵੀ ਉਹ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੁੰਦਾ ਵੀ ਇਹ ਤੁਹਾਡੀ ਸਮੱਸਿਆ ਤੁਹਾਡਾ ਹੀ ਕੀਤਾ ਕਰਾਇਆ ਸਾਹਮਣੇ ਆ, ਜਦ ਕਿ ਇਹਦੇ ਮਗਰ ਇੱਕ ਸਟੇਟ ਦਾ ਵੀ ਕੋਈ ਢਾਂਚਾ ਡਿਵੈਲਪ ਕੀਤਾ ਹੁੰਦਾ। ਉਹ ਰਾਜਨੀਤਿਕਾਂ ਨੇ ਤੁਹਾਨੂੰ ਬਦਲ ਦੇਣੇ ਹੁੰਦੇ ਉਹ ਚੀਜ਼ਾਂ, ਜਾਂ ਉਹ ਬੱਚਿਆਂ ਦੀ ਤੁਸੀਂ ਗੱਲ ਕਰਦੇ ਆ ਵੀ 2-4% ਨੂੰ ਆਪਾਂ ਕਦੇ ਵੀ ਟਾਰਗੇਟ ਕਰਕੇ ਮੰਨ ਲਓ ਉਹ ਇੱਕ ਮਾਹੌਲ ਤਿਆਰ ਕਰ ਦਿੱਤਾ ਜਾਂਦਾ ਆ ਵੀ ਤੁਹਾਨੂੰ ਜੋ ਅਗਲਾ ਦਿਖਾਉਣਾ ਚਾਹੁੰਦਾ ਤੁਸੀਂ ਉਹ ਦੇਖੋ। ਮੇਰਾ ਕਹਿਣ ਦਾ ਭਾਵ ਹੈ ਵੀ ਹੁਣ ਇਹੀ ਬੰਦੇ ਅਸੀਂ ਦੇਖਦੇ ਹਾਂ ਜਦੋਂ ਪੰਜਾਬ ਜਾਂਦੇ ਆ ਜਾਂ ਇੱਥੇ ਸਾਡੇ ਰਾਜਨੀਤਿਕ ਜੇ ਆਪਣੇ ਮੀਡੀਆ ਵਾਲੇ ਦੇਖਦੇ ਆ, ਇਹ ਉਹ ਪੁਲਿਸ ਦੀ ਮੰਨ ਲਓ ਲੈ ਕੇ ਵੱਡੀ ਨਾਲ ਉਹਨੂੰ ਰੱਖ ਲਓ ਵੀ ਟੌਰ ਟੱਪੇ ਲਈ ਰੱਖ ਲਓ ਜਾਂ ਕਿਸੇ ਇਹੀ ਮੀਡੀਆ ਹੋਸਟਾਂ ਦੀ ਵੀ ਮੈਂ ਗੱਲ ਕਰਦਾ ਜਾਂ ਰਾਜਨੀਤਿਕਾਂ ਦੀ ਵੀ, ਜਦ ਕਿ ਇੱਥੋਂ ਰਾਜਨੀਤਿਕ ਨੂੰ ਉਹੀ ਇੱਥੇ ਬੜਾ ਵਧੀਆ ਤੁਰਿਆ ਫਿਰਦਾ, ਉਹੀ ਮੀਡੀਆ ਕਰ ਇੱਥੇ ਤੁਰਿਆ ਫਿਰਦਾ, ਉਹੀ ਬਿਲਕੁਲ ਪੰਜਾਬ ਜਾਂ ਭਾਰਤ ਦੀ ਅਖੌਤੀ ਸ਼ਾਂਤੀ ਦੇ ਵੀ ਮੰਨ ਲਓ ਇਹ ਸੋਲੇ ਗਾਉਂਦੇ ਆ ਤੇ ਉੱਥੇ ਜਾ ਕੇ ਖਤਰਾ ਵੀ ਇਹਨਾਂ ਨੂੰ ਸਭ ਤੋਂ ਵੱਧ ਪੈਦਾ ਹੁੰਦਾ ਤੇ ਉਹਨਾਂ ਦੀਆਂ ਲੀਡ ਪਾਰਟੀਆਂ ਵਿੱਚ ਵੀ ਅੱਗੇ ਆ। ਕਹਿਣ ਤੋਂ ਭਾਵ ਆ ਵੀ ਇਹ ਸਾਰੇ ਵਰਤਾਰੇ ਨੂੰ ਜਦੋਂ ਸਮਝਿਆ ਜਾਵੇ, ਜੇ ਹੁਣ ਅਸੀਂ ਵੀ ਇਹਦੇ ਵਿੱਚ ਇਨਵੋਲਵ ਰਹੇ ਤਾਂ ਚੀਜ਼ਾਂ ਸਮਝ ਆਉਣ ਲੱਗੀਆਂ, ਕਿਉਂਕਿ ਸਾਨੂੰ ਵੀ ਪਤਾ ਲੱਗਦਾ ਤੁਸੀਂ ਵੀ ਕਿਸੇ ਸਮੇਂ ਤੇ ਮਹਿਸੂਸ ਕੀਤਾ ਹੋਊਗਾ ਜਾਂ ਵੀ ਯਾਰ ਨਹੀਂ ਇਹ ਚੀਜ਼ਾਂ ਗਲਤ ਸੀਗੀਆਂ ਵੀ ਅਸੀਂ ਜਿਹਦੇ ਵਿੱਚ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਕਿਹੜਾ ਕਲਚਰ ਹੈ ਜਾਂ ਕਿੱਧਰ ਨੂੰ ਅਸੀਂ ਜਾ ਰਹੇ ਹਾਂ। ਜੇ ਹੁਣ ਅੱਜ ਤੁਸੀਂ ਮੀਡੀਆ ਹੋਸਟ ਦੀ ਕੁਰਸੀ ਤੇ ਬੈਠੇ ਆ ਤੇ ਤੁਹਾਨੂੰ ਪਤਾ ਲੱਗਣ ਲੱਗਾ ਇਹ ਚੀਜ਼ਾਂ ਦਾ, ਜਾਂ ਸਾਨੂੰ ਸਮਝ ਆਉਣ ਲੱਗੀ ਅਸੀਂ ਬਾਹਰ ਵਿਚਰਨ ਲੱਗੇ ਵੀ ਨਹੀਂ ਯਾਰ ਜਵਾਬਦੇਹੀ ਤੁਹਾਡੀ ਕੁਛ ਹੋ ਰਿਹਾ, ਤੁਸੀਂ ਕਰ ਕੁਛ ਹੋ ਰਹੇ ਆ। ਜੇ ਮੈਂ ਕਹਿੰਦਾ ਕੋਈ ਰਾਜਨੀਤਿਕ ਜਾਂ ਕੋਈ ਮੀਡੀਆ ਵਾਲਾ ਇਹ ਬਹੁਤ ਸਮ ਹੁੰਦੇ ਆ ਸਮਾਜ ਨੂੰ ਚਲਾਉਣ ਲਈ ਅੱਜ ਕੱਲ੍ਹ ਦੇ ਵਿੱਚ। ਜੇ ਤੁਹਾਡੇ 10-20-50 ਹਜ਼ਾਰ ਬੰਦਿਆਂ 'ਚ ਖੜ ਕੇ ਤੁਹਾਡੇ 'ਚ ਜ਼ਰੂਰਤ ਨਹੀਂ ਹੈਗੀ ਸਮਾਜ ਆਮ ਲੋਕਾਂ 'ਚ ਖੜ ਕੇ ਗੱਲ ਕਰਨ ਦੀ, ਫਿਰ ਸਮਝ ਲੈਣਾ ਚਾਹੀਦਾ ਵੀ ਤੁਸੀਂ ਆਪਣੇ ਟਰੈਕ ਤੋਂ ਬਾਹਰ ਚੱਲ ਰਹੇ ਆ। ਤੁਸੀਂ ਜੋ ਸਥਾਪਤੀ ਉਹਦੇ ਹੱਕ 'ਚ ਭੁਗਤ ਰਹੇ ਆ ਹਰ ਰੋਜ਼। ਮੰਨ ਲਓ ਉਹੀ ਗੱਲਾਂ ਤੁਸੀਂ ਆਪਣੇ ਟਾਕ ਸ਼ੋਆਂ 'ਚ ਲੈ ਕੇ ਆਉਣੇ ਆ, ਤੁਸੀਂ ਉਹ ਇਸ਼ੂ ਲਿਆਉਣੇ। ਜੇ ਤੁਸੀਂ ਸੋਲੇ ਸਥਾਪਤੀ ਦੇ ਗਾਉਣੇ ਆ ਫਿਰ ਤਾਂ ਇਹ ਚੀਜ਼ਾਂ ਤਾਂ ਸਾਨੂੰ ਮਿਲ ਹੀ ਜਾਂਦੀਆਂ ਆ। ਜਿਹੜੇ ਇਸ਼ੂ ਆ ਗੱਲ ਤਾਂ ਉਹਨਾਂ ਦੇ ਉੱਤੇ ਹੋਣੀ ਚਾਹੀਦੀ ਆ। ਗੱਲ ਇੱਥੇ ਹੁਣ
ਕੋਈ 2020 ਦਾ ਮਸਲਾ ਹੋਵੇ ਜਾਂ ਸਾਡੇ ਬੱਚਿਆਂ ਦਾ ਹੋਵੇ, ਇੱਥੇ ਮੰਨ ਲਓ ਜਸਟਿਨ ਟਰੂਡੋ ਵਰਗੇ ਦੇ ਬਿਆਨ ਉੱਥੇ ਛਾਪਿਆ ਜਾਂਦਾ ਆ ਤੇ ਉੱਥੇ ਦਾ ਮੀਡੀਆ ਕੁਝ ਹੋਰ ਦੱਸ ਰਿਹਾ। ਇੱਥੇ ਸਾਡੇ ਰਾਜਨੀਤਿਕ ਜਿਨ੍ਹਾਂ ਦੇ ਇੱਥੇ ਬੈਠਿਆਂ ਨੇ ਉਹ ਮੰਨ ਲਓ ਸਾਰਾ ਕੁਝ ਚੱਲ ਵੀ ਰਿਹਾ 2020 'ਚ, ਉਹ ਸਾਡੇ ਸੋਲੇ ਗਾ ਰਹੇ ਆ। ਫਿਰ ਮੰਨ ਲਓ ਵੀ ਦੇਖੋ ਜੀ ਬਈ ਸਟੇਟ ਨੇ ਭਾਰਤੀ ਨੀਤੀ ਦਾ ਕਰਤਾ, ਜਸਟਿਨ ਟਰੂਡੋ ਨੇ ਇੱਦਾਂ ਰੋਕਤਾ। ਕਹਿਣ ਤੋਂ ਭਾਵੇਂ ਜੇ ਤੁਹਾਡੀ ਜ਼ਰੂਰਤ ਆ ਥੋੜ੍ਹੀ ਜਿਹੀ ਸੱਚ ਬੋਲੋ। ਤੁਹਾਡੇ ਇੱਥੇ ਜਿਹੜੇ ਇਸ਼ੂਆਂ ਤੇ ਵਰਕ ਹੋਣਾ ਚਾਹੀਦਾ ਮੇਰੇ ਖਿਆਲ ਨਾਲ। ਜਿਹੜੀ ਗੱਲ ਤੁਸੀਂ ਅੱਗੇ ਹਰ ਰੋਜ਼ ਕਰਦੇ ਆ, ਜੇ ਤੁਸੀਂ ਜਾ ਕੇ ਆਮ ਲੋਕ ਤੁਹਾਡੇ ਕੋਲ ਆ ਕੇ ਖੜਦੇ, ਇਹਦਾ ਮਤਲਬ ਇਹ ਆ ਵੀ ਤੁਸੀਂ ਲੋਕਾਂ ਦੀ ਗੱਲ ਕਰ ਰਹੇ ਆ। ਜੇ ਤੁਹਾਡੇ ਕੋਲ ਉਹ ਰਾਜਨੀਤਿਕ ਜਾਂ ਅਲੀਟ ਕਲਾਸ ਹੀ ਖੜਦੀ ਆ ਜਾਂ ਤੁਸੀਂ ਉਹਨਾਂ 'ਚ ਜਾਣ ਤੋਂ ਡਰਦੇ ਆਮ ਲੋਕਾਂ 'ਚ, ਇਹਦਾ ਮਤਲਬ ਇਹ ਤੁਸੀਂ ਸਥਾਪਤੀ ਦੇ ਹੱਕ 'ਚ ਭੁਗਤ ਰਹੇ ਆ। ਤੁਸੀਂ ਆਪਣੀ ਇੱਕ ਰੋਜੀ ਰੋਟੀ ਦਾ ਸਾਧਨ ਬਣਾਇਆ ਆ। ਇਹ ਬੇਸ਼ੱਕ ਕੋਈ ਵੀ ਆ ਜਾਵੇ, ਤੁਸੀਂ ਉਹਦੇ ਹੱਕ 'ਚ ਖੜ ਕੇ ਆਪਣੀ ਰੋਜੀ ਰੋਟੀ ਚਲਾਉਣੀ ਆ। ਤੁਸੀਂ ਧੰਦਾ ਕਰ ਰਹੇ ਮੀਡੀਆ ਦੇ ਨਾਂ ਤੇ, ਤੁਸੀਂ ਰਾਜਨੀਤੀ ਦੇ ਨਾਂ ਤੇ ਧੰਦਾ ਕਰ ਰਹੇ ਆ, ਸਿਰਫ ਇੱਕ ਸ਼ੋਹਰਤ ਹਾਸਲ ਕਰਦੇ। ਪਰ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਮੇਰੇ ਖਿਆਲ ਨਾਲ, ਬੇਸ਼ੱਕ ਕੋਈ ਵੀ ਆ 25-30 ਸਾਲ ਪੁਰਾਣੇ ਬੈਠੇ ਆ, ਉਹ ਜੋ ਮਰਜ਼ੀ ਮੀਡੀਆ 'ਚ ਬੈਠੇ ਆ, ਪਰ ਉਹਨਾਂ ਦੀ ਜੇ ਜ਼ਰੂਰਤ ਨਹੀਂ ਹੈਗੀ ਆਮ ਲੋਕਾਂ 'ਚ ਖੜ ਕੇ ਗੱਲ ਕਰਨ ਦੀ, ਫਿਰ ਉਹ ਲੋਕ ਦੋਗਲੇ ਜਾਂ ਜੋ ਕੁਛ ਵੀ ਉਹਨਾਂ ਨੂੰ ਕਹਿ ਲਓ ਵੀ ਆਮ ਲੋਕਾਂ ਨੂੰ ਸਾਰਿਆਂ ਨੂੰ ਪਤਾ। ਹੁਣ ਕਿਸੇ ਦਾ ਨਾਂ ਲੈਣ ਦੀ ਉਹ ਬੇਸ਼ੱਕ ਉੱਥੇ ਟਰੰਟੋ ਵਾਲਾ ਹੋਵੇ ਜਾਂ ਇੱਥੇ ਵਾਲੇ ਆ, ਇਹ ਸਿਰਫ ਆਪਣੇ ਇੱਕ ਬਣ ਕੇ ਆਪਣੇ ਆਪ ਨੂੰ ਮੰਨ ਲਓ ਉੱਥੇ ਲਿਆ ਕੇ ਪੇਸ਼ ਕਰਦੇ, ਪਰ ਉਦਾਂ ਤਾਂ ਇਹਨਾਂ ਦੀ ਜ਼ਰੂਰਤ ਨਹੀਂ ਹੈਗੀ। ਤੇ ਤੁਸੀਂ ਆਮ ਲੋਕਾਂ ਦੇ ਸਾਹਮਣੇ ਕਹੋ ਕਿ ਭਾਈ ਸਾਹਿਬ ਜੇ ਇਸ਼ੂ ਆ ਤਾਂ ਮੈਨੂੰ ਸ਼ਾਮ ਨੂੰ ਫੋਨ ਕਰ ਲਓ, ਤੁਸੀਂ ਜਿੱਦਾਂ ਨੰਬਰ ਦਿੰਦੇ ਜਾਂ ਕਿੱਦਾਂ। ਕਿਸੇ ਦੀ ਜ਼ਰੂਰਤ ਨਹੀਂ ਹੈਗੀ, ਕੋਈ ਕਵੇ ਤਾਂ ਸਹੀ। ਉੱਥੇ ਆ ਕੇ ਕਹਿੰਦੇ ਨਹੀਂ ਤੁਸੀਂ ਸਾਡੇ ਪ੍ਰੋਗਰਾਮ 'ਚ ਜੀ ਕਿਸੇ ਨੂੰ ਇੱਦਾਂ ਨਹੀਂ ਕਰ ਸਕਦੇ, ਉੱਦਾਂ ਨਹੀਂ। ਤੁਸੀਂ ਜਿਹਦੀ ਮਰਜ਼ੀ ਬੇਇੱਜ਼ਤੀ ਕਰ ਦੋ, ਕਿਉਂਕਿ ਜਿਨ੍ਹਾਂ ਲੋਕਾਂ ਦੀ ਕੋਈ ਇੱਜ਼ਤ ਨਹੀਂ ਉਹਨਾਂ ਦੀ ਇੱਜ਼ਤ ਬਣਾ ਕੇ ਪੇਸ਼ ਕੀਤੀ ਜਾਂਦੀ ਆ ਮੀਡੀਆ ਵਾਲੇ ਕਾਰਾਂ ਕੋਲੋਂ। ਤੇ ਜਿਹੜੇ ਲੋਕ ਬੜੇ ਵਧੀਆ ਆਪਣੇ ਹੱਕਾਂ ਲਈ ਲੜਦੇ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹਰ ਰੋਜ਼। ਇੱਥੇ ਵੀ ਹੁੰਦਾ ਆ ਤੇ ਦੁਨੀਆ ਦੇ ਸਾਰੇ ਪੱਧਰ ਤੇ ਵੀ ਹੁੰਦਾ। ਕਿ ਸਾਡੀ ਵੀ ਨਲਾਇਕੀ ਆ ਜੋ ਅਸੀਂ ਇਹਨਾਂ ਨੂੰ ਮੰਨ ਲਓ ਆਮ ਤੌਰ ਤੇ ਨਹੀਂ ਪੁੱਛਦੇ, ਬਾਹਰ ਨਹੀਂ ਪੁੱਛਦੇ, ਕਿਉਂਕਿ ਸਾਨੂੰ ਤਾਂ ਕਿਤੇ ਡਰ ਨਹੀਂ, ਅਸੀਂ ਵੀ ਇੱਥੇ ਰਹੀਦਾ। ਮੰਨ ਲਓ ਤੁਸੀਂ ਹੁਣ 2 ਘੰਟੇ ਪ੍ਰੋਗਰਾਮ ਕਰਕੇ ਚੱਲ ਜਾਣਾ, ਤੁਸੀਂ ਗਲਤ ਬੋਲੋਗੇ ਸ਼ਾਮ ਨੂੰ ਤੁਹਾਨੂੰ ਕੋਈ ਘੇਰ ਸਕਦਾ, ਮੈਨੂੰ ਘੇਰ ਸਕਦਾ। ਵੀ ਬੰਦੇ ਦੀ ਜ਼ਰੂਰਤ ਹੋਊਗੀ ਤਾਂ ਜੇ ਲੱਤਾਂ ਭਾਰ ਚੱਲਦੀਆਂ ਹੋਗੀਆਂ ਤਾਂ ਕੋਈ ਖੜੂਗਾ। ਜੇ ਤੁਹਾਡੀਆਂ ਲੱਤਾਂ ਹੀ ਨਹੀਂ ਭਾਰ ਚੱਲਦੀਆਂ, ਇੱਥੇ ਸ਼ਾਮ ਨੂੰ ਕਿਸੇ ਦੇ ਕੀਤੇ ਪ੍ਰੋਗਰਾਮ ਤੇ ਕੋਈ ਕਿਸੇ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਉਹ ਕਿ ਤੁਸੀਂ 2 ਘੰਟੇ ਪ੍ਰੋਗਰਾਮ ਕਰਕੇ ਵੀ ਵਿਰੋਧ ਚਲੇ ਜਾਓ, ਕੀ ਪੁੱਛਦਾ ਕੋਈ? ਰੇਡੀਓ ਤੇ ਸਾਰੇ ਕਰਕੇ ਚਲੇ ਜਾਂਦੇ, ਤੁਸੀਂ ਵੀ ਕਰਦੇ, ਦੂਜੇ ਵੀ ਕਰਦੇ ਆ। ਪਰ ਆਮ ਲੋਕਾਂ 'ਚ ਕੌਣ ਖੜ ਕੇ ਗੱਲ ਕਰਦਾ? ਫੇਰ ਪਤਾ ਲੈ ਤੁਹਾਡੇ ਕੋਲ ਜਦੋਂ ਤੁਸੀਂ ਜਾਂਦੇ ਹੋਗੇ ਬਾਹਰ, ਤੁਹਾਡੇ ਕੋਲ ਕਿਹੜੇ ਬੰਦੇ ਆ ਕੇ ਖੜਦੇ? ਜੇ ਕੋਈ ਕੰਮ ਕਰ, ਕੋਈ ਟਰੱਕ ਡਰਾਈਵਰ ਆ ਜਾਂ ਕੋਈ ਦਿਹਾੜੀਦਾਰ ਬੰਦਾ, ਡਰਾਈਵ ਵਾਲਾ ਜਾਂ ਕੰਸਟਰਕਸ਼ਨ ਵਾਲਾ, ਜੇ ਤੁਹਾਡੇ ਕੋਲ ਆ ਕੇ ਉਹ ਆਪਣੀ ਗੱਲ ਕਹਿਣ ਦੀ ਹਿੰਮਤ ਕਰਦਾ ਵੀ ਗੱਲ ਸਾਹਿਬ ਆਹ ਗੱਲ ਹੈ, ਇਹਦਾ ਮਤਲਬ ਤੁਹਾਡੀ ਉਹੀ ਕਮਾਈ ਆ ਬਈ ਤੁਸੀਂ ਆਮ ਲੋਕ। ਬੰਦਾ ਕਹਿੰਦਾ ਯਾਰ ਮੇਰੀ ਗੱਲ ਕਰਦਾ। ਜੇ ਤੁਹਾਡੇ ਕੋਲ ਜ਼ਰੂਰਤ ਹੀ ਨਹੀਂ ਕਰਦਾ, ਜਦੋਂ ਦਿਲ ਹੀ ਨਹੀਂ ਕਰਦਾ ਤੁਹਾਡੇ ਨਾਲ ਖੜਨ ਦੀ, ਫਿਰ ਮੇਰੇ ਖਿਆਲ ਨਾਲ ਕੋਈ ਰਾਜਨੀਤੀ ਕਰਨ ਦਾ ਜਾਂ ਉਹ ਮੀਡੀਆ ਹੋਸਟ ਕਰਨ ਦਾ, ਉਹਦੇ ਨਾਲ ਤਾਂ ਜੋ ਚੱਲਦਾ ਦੁਨੀਆ 'ਚ ਤੁਸੀਂ ਚਲਾਈ ਜਾਓਗੇ। ਜ਼ਰੂਰ ਮੀਡੀਆ ਦੇ ਉੱਤੇ ਬਹਿਣਾ। ਤੇ ਮੇਰੀ ਗੱਲ ਲੰਬੀ ਹੋ ਗਈ ਤੇ ਮੈਂ ਉਹ ਗੱਲ ਕਰਦਾ ਵੀ ਥੋੜਾ ਸਾਨੂੰ ਆਪਣੇ ਆਵਲੇ ਹੋਣਾ ਇੱਥੇ ਪੱਧਰ ਤੇ ਦੇਖੋ ਵੀ ਸਹੀ ਕੀ ਆ, ਗਲਤ ਕੀ ਆ। ਬਿਲਕੁਲ ਠੀਕ ਹੈ। ਇਹ ਸਾਡਾ ਜਿਹੜਾ ਜਗ੍ਹਾ ਹੀ ਹੈ, ਜਵਾਨ ਆ, ਅਸੀਂ ਸਾਡੇ ਹੱਕ 'ਚ ਵੀ ਬੋਲਣਾ। ਹੁਣ ਪਿੱਛੇ ਕਾਲਰ ਆ ਕੇ ਗਏ ਨੇ, ਉਹ ਕਦੇ ਨਹੀਂ ਆਉਂਦੇ, ਆਪਣੇ ਤੋਂ ਸਡਨ ਆਏ ਨੇ, ਉਹ ਆਪਣੀ ਗੱਲ ਕਹਿ ਗਏ, ਪਰ ਉਹ ਗੱਲ ਮੈਨੂੰ ਪਤਾ ਮੈਂ ਕੀਤੀ ਨਹੀਂ। ਤਾਂ ਮੇਰਾ ਉਹਨਾਂ ਨਾਲ ਜਿੱਦਣ ਦਾ ਵੀ ਮਤਲਬ ਨਹੀਂ, ਉਹਨਾਂ ਨੂੰ ਜਿਵੇਂ ਲੱਗੀ ਉਹਨਾਂ ਨੇ ਗੱਲ ਕਹਿ ਦੀ। ਪਰ ਜੇ ਸਾਡੀ ਲੁਕਾਈ 'ਚ ਇਕੱਠ 'ਚ ਅਸੀਂ ਜਾ ਕੇ ਤੁਹਾਡੇ 'ਚ ਬਹਿ ਨਹੀਂ ਸਕਦੇ, ਫੇਰ ਨਹੀਂ ਕਹਾਣੀ ਹੈ ਠੀਕ। ਅਸੀਂ ਤੁਹਾਡੀਆਂ ਗੱਲਾਂ ਕਰੇ, ਮਸਲਨ ਹੁਣ ਰੈਫਰੈਂਡਮ ਦਾ 2020 ਦਾ ਖਾਲਿਸਤਾਨ ਦਾ ਰੌਲਾ ਪਿਆ ਹੈ। ਜਿਹੜੇ ਮੀਡੀਆ ਵਾਲੇ ਧੂਤੇ ਕਹਿੰਦੇ ਰਹੇ, ਖਾਲਿਸਤਾਨੀਆਂ ਨੂੰ ਅੱਤਵਾਦੀ ਕਹਿੰਦੇ ਰਹੇ, ਜਿਨ੍ਹਾਂ ਨੂੰ ਕਹਿੰਦੇ ਇਹਨਾਂ 'ਚ ਬੋ ਕਰਦਾ ਮੁਸ਼ਕ ਆਉਂਦਾ, ਹੁਣ ਉਹ ਕਿਵੇਂ ਯਾਰ ਬਣ ਜਾਵੇ ਤੁਹਾਡੇ? ਵੀ ਤੁਸੀਂ ਵੋਟਾਂ ਪਾਉਣੀਆਂ, ਤੁਹਾਡਾ ਜੁਗਾੜ ਤੁਸੀਂ ਸੈੱਟ ਕੀਤਾ ਹੋਇਆ, ਉਹ ਤੁਸੀਂ ਕੀਤਾ ਹੋਇਆ। ਇਹੋ ਜਿਹੇ ਅਸੀਂ ਆ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਸਾਡੇ ਨਾਲ ਕੌਣ ਕੀ ਕਰ ਰਿਹਾ। ਸਾਡੀ ਵੀ ਬਦਕਿਸਮਤੀ ਹੈ, ਲੋਕਾਂ ਦੀ ਵੀ ਬਦਕਿਸਮਤੀ ਹੈ। ਕੋਈ ਖੀਸੇ ਦੇ ਵਿੱਚ ਚੱਕੀ ਰਾਹ ਜਿਹੜਾ ਕੱਢ ਕੇ ਤੁਹਾਨੂੰ ਦੇ ਦੂ ਤਾਂ ਆਪ ਨੰਗੇ ਧੜ ਤੇ ਨੰਗੀ ਧਾਰ ਤੇ ਤੁਰਨਾ ਪੈਣਾ। ਇਹ ਮਤਾ ਕੋਈ ਖਿਆਲ ਕਰੇ ਕੋਈ ਮੀਡੀਆ ਵਾਲਾ ਤੁਹਾਨੂੰ ਕੋਈ ਬੇਗਮਪੁਰਾ ਵਸਾ ਕੇ ਦੇ ਦੂ ਉੱਥੇ। ਕਦੇ ਤੁਸੀਂ ਵੇਖਿਆ ਵੀ ਕਿਸੇ ਦੀ ਪੈਰ ਨੱਪੀ ਆ ਪੰਜਾਬ ਦੇ ਵਿੱਚ? ਕਿੱਥੋਂ ਆ? ਆਲੇ ਦੁਆਲੇ ਰਿਸ਼ਤੇਦਾਰ ਉਹਦੇ ਕੌਣ ਨੇ? ਕੌਣ ਉਹਨਾਂ ਨੂੰ ਲੈ ਕੇ ਆਇਆ? ਕੁਝ ਦੇਖਿਆ? ਕਦੇ ਦੇਖਿਆ, ਚੈੱਕ ਕੀਤਾ ਕੌਣ ਨੇ ਉਹ ਲੋਕ? ਇਹ ਨਹੀਂ ਗੱਲ ਹੈ ਬਈ ਜਿਹੜਾ ਕੋਈ ਮਰਜ਼ੀ ਅਸੀਂ ਕਹਿ ਕੇ, ਜੇ ਸਾਨੂੰ ਅਕਾਊਂਟੇਬਲ ਤੁਸੀਂ ਲੋਕਾਂ ਨੇ ਨਹੀਂ ਕਰਨਾ, ਅਸੀਂ ਕਹਾਂਗੇ ਆਪਣੀ ਮਰਜ਼ੀ ਕਰਾਂਗੇ। ਉਹ ਬਿਲਕੁਲ ਦਿਓਲ ਉਹਨਾਂ ਦੀ ਗੱਲ, ਉਹ ਸਮਾਂ ਲੰਘ ਗਿਆ ਜਦ ਇਹ ਹੁਕਮ ਇਲਾਹੀ ਹੁੰਦਾ ਸੀ। ਅੱਜ ਮਾਰਕੀਟ ਗਰਮ ਹੈ, ਲੋਟਾਂ ਲੈ ਲਓ ਬਸ। ਹੁਣ ਨਹੀਂ, ਹੁਣ ਚੀਨੇ ਆਉਣੋਂ ਹਟ ਗਏ, ਹੁਣ ਨਹੀਂ ਲੋਟਾਂ ਵਿਕਣੀਆਂ, ਰਾਤ ਨੂੰ ਕੈਂਸਲ। ਤੇ ਜਿੱਦਣ ਸਾਡੇ ਮਫਾਦ ਨੇ ਉਦਾਂ ਹੁਣ ਮਾਰਕੀਟ ਜਮਾਂ ਹੀ ਸੋਨਾ ਬਣੀ ਹੋਈ ਹੈ। ਆਪਣੇ ਆਪ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕੀ ਕਰਦੇ, ਔਰ ਕਿਹਨਾਂ ਕੋਲ ਚੰਡੀਗੜ੍ਹ ਜਾ ਕੇ ਮਿਨਿਸਟਰਾਂ ਦੇ ਵਿੱਚ ਗੱਲ ਨੂੰ ਪਾ ਕੇ ਅਸੀਂ ਚਾਰ ਲੀਡ ਜੀ ਲਪੇਟ ਕੇ ਉੱਥੇ ਤੁਰੇ ਫਿਰਦੇ ਆ। ਜਿਹੜੇ ਟੌਟ ਭਾਰਤ ਦੇ ਨੇ ਹਰ ਰੋਜ਼ ਰੇਡੀਓ ਤੇ ਆ ਕੇ
ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਮਹਿਫਲਾਂ 'ਚ ਸ਼ਾਮਲ ਹੁੰਦੇ ਹਾਂ, ਉਹਨਾਂ ਲੋਕਾਂ ਤੋਂ ਭਾਲਦੇ ਕੀ ਆ ਅਸੀਂ। 12:20 ਤੇ ਕੌਂਸਲਰ ਨਾਗਰਾ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਕੁਝ ਕਾਲਰ ਨੇ। ਅਵਤਾਰ ਸਿੰਘ ਜੀ, ਲਾਈਨ ਨੰਬਰ 2। ਅਵਤਾਰ ਸਿੰਘ। ਸਰ ਰਘਵੀਰ ਸਿੰਘ, ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਪਹਿਲਾਂ ਤਾਂ ਇੱਕ ਮੇਰਾ ਛੋਟਾ ਸਵਾਲ ਆ, ਫਿਰ ਮੈਂ ਕਮੈਂਟਸ ਕਰੂੰਗਾ ਇਹਦੇ ਤੇ। ਤੁਸੀਂ ਮੀਡੀਆ ਨਾਲ ਜੁੜੇ ਹੋ, ਤੁਹਾਡਾ ਸ਼ਾਇਦ ਐਕਸਪੀਰੀਅੰਸ ਹੋਵੇ ਵੀ ਹੋਰ ਕਮਿਊਨਿਟੀ ਦੇ ਲੋਕ ਵੀ ਇਸ ਤਰ੍ਹਾਂ ਕਰਦੇ ਇਹਦੇ ਜਿਹੜਾ ਟ੍ਰਾਂਟੋ ਤੋਂ ਹੋਇਆ, ਜਾਂ ਕੋਈ ਵੀਡੀਓ ਬਣਾ ਕੇ ਜਾਂ ਆਪਦੇ ਬਾਰੇ ਦੱਸਦੇ ਹੋ ਵੀ ਸਾਡੇ ਇਹੋ ਜਿਹਾ ਕੁਛ ਹੁੰਦਾ? ਬਹੁਤ ਰੇਅਰ ਹੈ ਜੀ। ਜੇ ਕੋਈ ਵਿਕਟਮ ਹੋਵੇ, ਵਿਕਟਮ ਦੇ ਨਾਲ ਮੀਡੀਆ ਖੜਦਾ, ਪਰ ਉਹਨੂੰ ਬਣਾ ਕੇ ਲੋਕਾਂ ਦੇ ਸਾਹਮਣੇ ਜਾਣ ਕੇ ਆਪਣੀ ਰੇਟਿੰਗ ਦੇ ਲਈ ਮੇਨ ਸਟ੍ਰੀਮ ਮੀਡੀਆ ਨਹੀਂ ਕਰਦਾ ਜੀ, ਬਹੁਤ ਘੱਟ ਕਰਦੇ ਆ। ਇਹਦੇ ਬਾਰੇ ਤਾਂ ਫਿਰ ਮੈਂ ਇਹੀ ਕਹੂੰਗਾ ਗਿੱਲ ਸਾਹਿਬ, ਜਿਵੇਂ ਅਸੀਂ ਪੰਜਾਬ 'ਚ ਦੇਖਦੇ ਹਾਂ, ਇੰਡੀਆ 'ਚ ਪੰਜਾਬ 'ਚ ਚੱਲਦਾ ਹੈ ਵੀ ਜਿੰਨਾ ਖਬਰ ਨੂੰ ਮਸਾਲਾ ਲਾਓ ਵੱਧ ਤੋਂ ਵੱਧ ਉਨੇ ਹੀ ਲੋਕ ਵੇਖਦੇ ਆ। ਮਸਾਲੇਦਾਰ ਚੀਜ਼ਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ, ਜਿਹੜੀਆਂ ਸਵਾਦ ਨਾਲ ਖਾਂਦੇ ਆ ਕਹਿ ਲਓ ਜਾਂ ਦੇਖਦੇ ਆ, ਤਾਂ ਫਿਰ ਇਹ ਤਾਂ ਉਹੀ ਕੰਮ ਚਲਾਦਾ ਉੱਥੋਂ ਵਾਲਾ ਹੀ ਵੀ ਜਿੰਨਾ ਮਸਾਲਾ ਲਾਓ ਵੱਧ ਤੋਂ ਵੱਧ ਤੇ ਆਪਦੀ ਰੇਟਿੰਗ ਜਿਵੇਂ ਤੁਸੀਂ ਕਹਿ ਹੀ ਚੁੱਕੇ ਹੋ ਵਧਾਉਣੀ ਹੈ। ਜੇ ਕੋਈ ਕੰਮ ਆਪਦੇ ਲੈਵਲ ਤੇ ਕੋਈ ਬਿਜ਼ਨਸ ਕਰੀ ਜਾਂਦਾ, ਬਹੁਤ ਤਰ੍ਹਾਂ ਦੇ ਬਿਜ਼ਨਸ ਚੱਲਦੇ ਹੈ। ਜੇ ਕੋਈ ਹੈ ਕਿਸੇ ਦਾ ਤੇ ਉਹਨਾਂ ਦੇ ਕਿਸੇ ਨੂੰ ਇਤਰਾਜ਼ ਨਹੀਂ, ਤਾਂ ਬਿਲਕੁਲ ਉਹੀ ਹੈ ਬਸ ਵੀ ਆਪਦਾ ਉਹ ਰੇਟਿੰਗ ਵਧਾਉਣ ਵਾਲਾ ਕੰਮ ਹੈ। ਔਰ ਮਸਾਲੇਦਾਰ ਚੀਜ਼ਾਂ ਨੂੰ ਜ਼ਿਆਦਾ ਲੋਕ ਲਾਈਕ ਕਰਦੇ ਆ। ਤੁਸੀਂ ਮਸਾਲਾ ਘੱਟ ਪਾਉਣੇ ਹੋ, ਮਤਲਬ ਲਾਉਣੇ ਹੋ, ਤੇ ਫਿਰ ਤੁਹਾਡਾ ਫਿੱਕਾ ਜਿਹਾ ਹੁੰਦਾ ਪ੍ਰੋਗਰਾਮ। ਧੰਨਵਾਦ ਜੀ। ਦੇਖੋ, ਟੌਪਿਕ ਦੇ ਦੋ ਪਹਿਲੂ ਨੇ। ਤੇ ਵੀ ਟੌਪਿਕ ਤੇ ਇੰਟਰਵਿਊ ਕਰਨੀ, ਉਹ ਇੰਟਰਵਿਊ ਕਰਨੀ ਉਹ ਸੈਪਰੇਟ ਹੈ, ਪਰ ਉਹਦੇ 'ਚੋਂ ਠਰਕ ਭੋਰਨਾ ਉਹ ਅਲੱਗ ਹੈ। ਫਰਕ ਇੰਨਾ ਹੀ ਹੈ ਬਸ। ਬਾਕੀ ਜਿਹੜੇ ਪੈਸੇ ਭੇਜਤੇ ਜੀ, ਉੱਥੇ ਕਰੋੜ ਭੇਜਤਾ, ਉਹ ਕਿਹਨੇ ਭੇਜਤੇ ਜੀ, ਉਹ ਗੱਲਾਂ ਜਿਹੜੀਆਂ ਨੇ ਉਹ ਸਭ ਕੱਚੀਆਂ ਨੇ। ਦੱਸਣ ਦੀਆਂ ਗੱਲਾਂ। ਕਿਸੇ ਨੇ ਵੇਖੇ ਕੋਈ ਟ੍ਰਾਂਜੈਕਸ਼ਨ ਹੈ ਵੀ ਕਿਸੇ ਨੇ ਭੇਜੀ? ਕੋਈ ਦੱਸ ਕੇ ਗਿਆ ਕਿਤੇ ਉਹ ਪੈਸੇ ਲੋਕੇਟ ਹੋਏ? ਤੇ ਹੋਏ ਹੋਣ ਵੀ ਕੀ ਇੱਕ ਪਾਸੇ ਇੱਕ ਸਾਰੇ ਜਵਾਕੜੀਆਂ ਨੂੰ ਇੱਕ ਹਿਸਾਬ 'ਚ ਬੰਨ੍ਹ ਸਕਦੇ ਆ? ਤੁਹਾਡੀਆਂ ਇੱਥੇ ਦੀਆਂ ਬੱਚੀਆਂ ਗਈਆਂ ਹੋਣ ਇੰਡੀਆ ਪੜ੍ਹਨ, ਤੇ ਉਹਦੇ 'ਚੋਂ 2-4 ਬੱਚੀਆਂ ਕਿਸੇ ਕਾਰਨ ਕਰਕੇ ਗਲਤ ਸੰਗਤ 'ਚ ਪੈ ਜਾਣ, ਜਦੋਂ ਸਾਰੀਆਂ ਦਾ ਟਾਕ ਸ਼ੋ ਹੋਊ ਤੇ ਫਿਰ ਇੱਥੇ ਬੈਠੀਆਂ ਨੂੰ ਮਹਿਸੂਸ ਕਿਵੇਂ ਹੋਵੋਗੇ? ਦੇਖੋ ਤਾਂ ਮਾੜਾ ਜਿਹਾ ਰੱਖ ਕੇ ਢਿੱਡ ਤੇ ਹੱਥ। ਮਤਲਬ ਜੇ ਮੇਰੀ ਇੱਕ ਵਿਰੋਧ ਹੈ, ਉਹ ਗੱਲ ਅਲੱਗ ਵਿਰੋਧ ਹੈ, ਉਹ ਮੇਰੀ ਜਿਵੇਂ ਮਰਜ਼ੀ ਕਰ ਲਓ, ਪਰ ਗਲਤ ਨੂੰ ਸਹੀ ਕਰਨ ਦਾ ਯਤਨ ਨਾ ਕਰੋ। ਇਹ ਨਹੀਂ ਹੈ ਵੀ ਜਿੱਦਣ ਮਤਲਬ ਇਹ ਆ ਵੀ ਹੁਣ ਇਹ 'ਚ ਸਮਾਂ ਹੈ ਤੇ ਹੁਣ ਆਪਾਂ ਮਾੜਾ ਜਿਹਾ ਰੈਂਚ ਸਿੱਟ ਜਾਓ, ਇਸ ਤਰ੍ਹਾਂ ਨਹੀਂ ਹੈਗਾ। ਮੈਨੂੰ ਤਾਂ ਇਹ ਹੈ ਵੀ ਮੇਰੀ ਕੋਈ ਜਵਾਕੜੀ ਸਾਡੀ ਨਹੀਂ ਆਈ ਹੋਈ ਉੱਥੋਂ। ਮੈਂ ਤੁਹਾਨੂੰ ਕਹਾਂ ਵੀ ਮੇਰੇ ਕੋਈ ਪਰਿਵਾਰ ਦੀ ਬੱਚੀ ਆਈ ਹੋਈ ਹੈ ਇੱਥੇ ਤੇ ਉਹਨਾਂ ਦੀਆਂ ਗੱਲਾਂ ਚੱਲਦੀਆਂ ਨੇ। ਉਹ ਇਹ ਸਾਰੀਆਂ ਧੀਆਂ ਆਪਣੀਆਂ ਨੇ, ਤੁਹਾਡੇ ਕਰਕੇ ਅਗਲੇ ਨੇ ਭੇਜੀ ਹੈ। ਕੌਮ ਵੱਸਦੀ ਹੈ ਇੱਥੇ ਤੇ ਚੰਗਾ ਕਰਨ ਵਾਲੇ ਵੀ ਬਹੁਤ ਨੇ। ਮੈਂ ਤਾਂ ਮੈਂ ਤਾਂ ਇੱਕ ਕੰਮ ਤੇ ਇੱਥੇ ਐਕਸਪਲੋਇਟੇਸ਼ਨ ਕਿਸੇ ਦੀ ਹੋਈ ਆ। ਪਿਛਲੇ 2 ਹਫ਼ਤੇ ਪਹਿਲਾਂ 4 ਬੱਚੀਆਂ ਦਾ ਫੋਨ ਆ ਗਿਆ, ਕਿਤੇ ਕੋਈ ਰੈਸਟੋਰੈਂਟ 'ਚ ਕੰਮ ਕਰਦੀਆਂ ਸੀ, ਉਹ PNP ਲਈ ਉਹਨਾਂ ਨੇ ਐਪਲੀਕੇਸ਼ਨ ਕਰਨੀ ਸੀ। ਐਮਪਲਾਇਰ ਉਹਨਾਂ ਨੂੰ ਐਕਸਪੀਰੀਅੰਸ ਸਰਟੀਫਿਕੇਟ ਨਹੀਂ ਸੀ ਦਿੰਦਾ। ਬਿਨਾਂ ਐਕਸਪੀਰੀਅੰਸ ਸਰਟੀਫਿਕੇਟ ਤੋਂ ਐਪਲੀਕੇਸ਼ਨ ਨਹੀਂ ਲੱਗਦੀ। ਉਹਨੂੰ ਮੈਂ ਕਹਿੰਦਾ, ਭਾਈ ਸਾਹਿਬ ਤੁਹਾਡੇ ਕੋਲ ਕੰਮ ਕਰਦੀਆਂ? ਕਹਿੰਦਾ ਹੀ ਕਰਦੀਆਂ। ਮੈਂ ਕਿਹਾ ਫਿਰ ਤੁਸੀਂ ਇਹਨਾਂ ਨੂੰ ਸਰਟੀਫਿਕੇਟ ਕਿਉਂ ਨਹੀਂ ਲਿਖ ਕੇ ਕਿਉਂ ਨਹੀਂ ਦਿੰਦੇ ਤੁਹਾਡੇ ਕੋਲ ਕੰਮ ਕਰਦੀਆਂ? ਪਿੱਛੋਂ ਪੈਸੇ ਭਾਲਦੇ ਸੀ 5-5, 7-7 ਹਜ਼ਾਰ ਡਾਲਰ, ਉਹ ਵੀ ਐਪਲੀਕੇਸ਼ਨ ਉਹਨਾਂ ਕੋਲ ਕੰਮ ਕਰਦੇ ਆ। ਮੈਂ ਕਿਹਾ ਸੰਗ ਹੈ ਤੁਹਾਨੂੰ ਥੋੜ੍ਹੀ ਬਹੁਤੀ? ਅਗਲੇ ਹਫ਼ਤੇ ਉਹਨਾਂ ਨੇ ਲਿਖ ਕੇ ਦੇ ਦਿੱਤਾ। ਮੇਰਾ ਮਤਲਬ ਇਹ ਆ ਵੀ ਤੁਹਾਡੇ ਕੋਲ ਕੁਛ ਕਰਨ ਦੀ ਵੀ ਚਾਹੀਦੀ ਹੈ, ਪਰ ਹੁਣ ਉਹ ਕੁੜੀਆਂ ਦੇ ਲਈ ਆਪਾਂ ਕੰਮ ਕਰਤਾ, ਪਰ ਉਹ ਜਿਹੜਾ ਬਿਜ਼ਨਸ ਵਾਲਾ ਬੰਦਾ ਉਹਦੇ ਨਾਲ ਵਿਗੜੋ ਪੈ ਜਾਣੀ ਆ। ਹੁਣ ਵਿਗੜੋ ਕੋਈ ਬਿਜ਼ਨਸ ਵਾਲੇ ਨਾਲ ਪਾਉਣੀਆਂ ਨਹੀਂ ਪੈਂਦਾ। ਉਹਨਾਂ ਤਾਂ ਟਾਵਰ ਸਾਨੂੰ ਦਿਖਦੇ ਨੇ, ਪਰ ਉਹ ਟਾਵਰਾਂ ਦੀਆਂ ਨੀਹਾਂ ਥੱਲੇ ਕਿਹਨਾਂ ਦਾ ਖੂਨ ਡੁੱਲਿਆ ਹੋਇਆ, ਕਿਹਨਾਂ ਦੀ ਰੱਤ ਚੋਈ ਹੋਈ ਹੈ, ਕਿਹਨਾਂ ਦੀ ਗਰਮੀ ਚੋਈ ਹੋਈ ਹੈ, ਉਹ ਪਤਾ ਕਿਸੇ ਨੂੰ? ਕਿੱਥੋਂ ਆਇਆ, ਕੌਣ ਬਣਾਉਣ ਵਾਲਾ? ਕੱਲ ਇੱਥੇ ਬੰਦੇ ਟੁੱਟੀਆਂ ਬੈਨਾਂ ਲਈ ਫਿਰਦੇ ਸੀ, ਅੱਜ ਉਹਨਾਂ ਦੇ ਟਾਵਰ ਬਣਦੇ ਨੇ। ਪੈਸਾ ਕਿੱਥੋਂ ਲੈ ਕੇ ਆਇਆ, ਕੌਣ ਲੈ ਕੇ ਆਇਆ? ਸਾਨੂੰ ਤਾਂ ਟਾਵਰ ਦਿਖਦੇ ਆ ਨਾ। ਮੇਰੇ ਕਹਿਣ ਦਾ ਮਤਲਬ ਆਮ ਲੋਕਾਂ ਦੀ ਅਸੀਂ ਗੱਲ ਕਰੀਏ ਤਾਂ ਸਵਾਦ ਦੀ ਗੱਲ ਹੈ। ਵਪਾਰਕ ਸੰਦੇਸ਼ ਤੇ ਕੌਂਸਲਰ ਨਾਗਰਾ ਨਾਲ 12:20 ਤੋਂ ਬ੍ਰੇਕ ਤੋਂ ਬਾਅਦ ਗੱਲ ਕਰਦੇ। ਸਾਡੇ ਕੌਂਸਲਰ ਸ਼ਹਿਰ ਦੇ ਮਨਦੀਪ ਸਿੰਘ ਨਾਗਰਾ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸ਼ਹਿਰ ਦੇ ਵਿੱਚ COVID-19 ਤੇ ਆਹ ਸਾਲ ਦੇ ਪ੍ਰੋਜੈਕਟ ਵੱਡੇ ਕਿਵੇਂ ਚੱਲ ਰਹੇ ਨੇ,
ਤੁਹਾਡੇ ਸਵਾਲ ਹੋਣ ਪਲੀਜ਼ ਮੈਨੂੰ ਫੇਸਬੁੱਕ ਤੇ ਵੀ ਲਿਖ ਦਿਓ, ਮੈਸੇਜ ਕਰ ਦਿਓ ਤੇ ਤੁਹਾਡੇ ਲਈ ਲਾਈਨਾਂ ਵੀ ਖੋਲਾਂਗੇ ਤੇ ਤੁਸੀਂ ਆਪ ਵੀ ਸਵਾਲ ਪੁੱਛ ਲੈਣੇ। ਕੋਈ ਘਰਾਂ ਦੀ ਇੰਸਪੈਕਸ਼ਨ ਵਗੈਰਾ ਦੇ ਕਈ ਸਵਾਲ ਨੇ, ਨਾਗਰਾ ਹੋਰਾਂ ਨੂੰ ਮੈਂ ਰੋਕ ਕੇ ਰੱਖਾਂਗਾ ਜੇ ਜਿੰਨਾ ਵੀ ਸਮਾਂ ਉਹਨਾਂ ਕੋਲ ਹੋਇਆ। ਸਵਾਗਤ ਹੈ ਜੀ ਤੁਹਾਡਾ ਨਾਗਰਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਛਾ ਜੀ, ਕੱਲ ਇੱਕ ਮੈਂ ਸਟੇਟਮੈਂਟ ਪੜ੍ਹ ਰਿਹਾ ਸਾਂ ਮੇਅਰ ਮਕਲਮ ਹੋਰਾਂ ਦੀ ਕਿ ਕੱਲ $700 ਮਿਲੀਅਨ ਦੇ ਕੁਝ ਪ੍ਰੋਜੈਕਟਸ ਜਿਹੜੇ ਵਿਚਾਰ ਅਧੀਨ ਨੇ ਜਾਂ ਉਹਨਾਂ ਦੀ ਹੀਅਰਿੰਗ ਹੋ ਰਹੀ ਹੈ ਜੀ, ਉਹ ਸਟੇਟਮੈਂਟ ਪੜ੍ਹੀ ਸੀ। ਇਹਦੇ ਲਈ ਮੈਂ ਤੁਹਾਨੂੰ ਸੱਦਿਆ। ਉਹ ਵਾਕਈ ਇਹ ਗੱਲ ਸਹੀ ਹੈ? ਕਿਹੜੇ ਪ੍ਰੋਜੈਕਟ ਨੇ ਜੀ ਉਹ? ਜੀ ਬਿਲਕੁਲ, ਇਹ ਸਾਰੇ ਪ੍ਰਾਈਵੇਟ ਪ੍ਰੋਜੈਕਟਸ ਹੈਗੇ ਮਿਸਟਰ ਗਿੱਲ, ਤੇ ਇਹ ਆਲਰੇਡੀ ਇਹਨਾਂ ਦੀ ਫਰਸਟ ਐਂਡ ਸੈਕੰਡ ਰੀਡਿੰਗ ਕੱਲ ਜਿਹੜੀ ਲਾਸਟ ਨਾਈਟ ਕਾਉਂਸਲ ਮੀਟਿੰਗ ਹੋਈ ਆ ਉਹਦੇ ਵਿੱਚ ਫਰਸਟ ਐਂਡ ਸੈਕੰਡ ਰੀਡਿੰਗ ਹੋ ਗਈ ਹੈ। ਇਹਨਾਂ ਦੀ ਟੋਟਲ ਵੈਲਿਊ ਅਰਾਊਂਡ 692 ਮਿਲੀਅਨ ਟੂ ਬੀ ਐਗਜ਼ੈਕਟ ਇਹਨਾਂ ਦੀ ਕੰਸਟਰਕਸ਼ਨ ਵੈਲਿਊ ਹੈਗੀ ਹੈ, ਜਿਹੜੇ ਕਿ ਹੁਣ ਪਬਲਿਕ ਹੀਅਰਿੰਗ ਵਾਸਤੇ ਹੁਣ ਅਸੀਂ ਸਮਰ ਵਾਸਤੇ 4 ਵੀਕਸ ਵਾਸਤੇ ਕੋਈ ਕਾਉਂਸਲ ਮੀਟਿੰਗ ਹੈ ਨਹੀਂ। ਸਤੰਬਰ ਦੇ ਵਿੱਚ ਜਦੋਂ ਪਹਿਲੀ ਮੀਟਿੰਗ ਹੋਈ ਉਹ ਪਬਲਿਕ ਹੀਅਰਿੰਗ ਵਾਸਤੇ ਜਾਣਗੇ, ਤੇ ਉਸ ਤੋਂ ਅੱਗੇ ਪ੍ਰੋਜੈਕਟ ਫਾਰਵਰਡ ਹੋਣਗੇ ਤੇ ਮੈਨੂੰ ਲੱਗਦਾ ਕਿ ਕੰਸਟਰਕਸ਼ਨ ਇਹਨਾਂ ਦੀ ਬਾਈ 2021 ਸਟਾਰਟ ਹੋ ਜਾਊਗੀ। ਅੱਛਾ ਜੀ, ਕਿਹੜੇ ਪ੍ਰੋਜੈਕਟ ਨੇ ਇਹ? ਡਾਊਨਟਾਊਨ ਕੋਰ ਦੇ ਪ੍ਰੋਜੈਕਟ ਨੇ? ਕਿੱਥੇ ਦੇ ਨੇ? ਮਲਟੀ ਫੈਮਿਲੀ ਟਾਊਨ ਹਾਊਸ? ਜ਼ਿਆਦਾ ਪ੍ਰੋਜੈਕਟਸ ਸਕਾਈ ਟ੍ਰੇਨ ਕੋਰੀਡੋਰ ਦੇ ਏਰੀਆ ਦੇ ਵਿੱਚ ਹੈਗੇ ਆ, ਸਿਟੀ ਸੈਂਟਰ ਦੇ ਵਿੱਚ ਪ੍ਰੋਜੈਕਟਸ ਹੈਗੇ ਆ, ਜਿਹਦੇ ਵਿੱਚ ਆਲਮੋਸਟ ਅਸੀਂ ਹਾਈ ਰਾਈਜ਼ ਤੇ ਮਿਡ ਰਾਈਜ਼ ਜਿਹੜੇ ਟਾਵਰਸ ਜਾਂ 4 ਨਵੇਂ ਟਾਵਰਸ ਸਿਟੀ ਹਾਲ ਦੇ ਏਰੀਆ ਦੇ ਵਿੱਚ, ਸਿਟੀ ਸੈਂਟਰ ਦੇ NCP ਦੇ ਵਿੱਚ ਅਪਰੂਵ ਹੋਇਆ। ਉਸ ਤੋਂ ਬਿਨਾਂ ਕਲੋਜ਼ ਟੂ 200 ਨਿਊ ਟਾਊਨ ਹਾਊਸ ਯੂਨਿਟਸ ਤੇ ਬਾਕੀ ਹੋਰ ਆਈ ਥਿੰਕ ਕਲੋਜ਼ ਟੂ 17 ਤੋਂ 1800 ਨਵੇਂ ਯੂਨਿਟਸ ਜਿਹੜੇ ਆ ਕੱਲ ਅਪਰੂਵ ਹੋਏ ਆ ਕਾਉਂਸਲ ਮੀਟਿੰਗ ਦੇ ਵਿੱਚ। ਸੋ ਇਹਦਾ ਸਾਨੂੰ ਇਹ ਪਬਲਿਸ਼ ਕਰਨ ਦਾ ਇਹੀ ਇੱਕ ਆਈਡੀਆ ਸੀਗਾ ਕਿ ਸਿਟੀ ਆਫ ਸਰੀ ਦੇ ਵਿੱਚ ਜਿਹੜੇ ਲੋਕ ਆ ਆਲ ਓਵਰ ਦਾ ਰੀਜਨ ਤੋਂ ਅੱਜ ਵੀ ਅਟਰੈਕਸ਼ਨ ਹੈਗੀ ਸਿਟੀ ਆਫ ਸਰੀ ਦੇ ਵਿੱਚ ਮੂਵ ਹੋਣਾ ਚਾਹੁੰਦੇ ਆ, ਤਾਂ ਹੀ ਜਿਹੜੇ ਅੱਜ ਵੀ ਜਿਹੜੇ ਵੱਡੇ ਡਿਵੈਲਪਰਸ ਹੈਗੇ ਆ ਉਹਨਾਂ ਦਾ ਇੰਟਰਸਟ ਤੇ ਅੱਜ ਵੀ ਈਵਨ ਡਿਊਰਿੰਗ ਕੋਵਿਡ ਐਂਡ ਆਲ ਜਿੱਥੇ ਉਹਨਾਂ ਨੇ ਆਪਣੇ ਬਾਕੀ ਸਾਰੇ ਪ੍ਰੋਜੈਕਟਸ ਰੀਜਨ ਦੇ ਵਿੱਚ ਵੈਨਕੂਵਰ ਬਰਨਬੀ ਏਰੀਆਸ ਦੇ ਵਿੱਚ ਸਟਾਪ ਕਰ ਦਿੱਤੇ ਆ, ਬਟ ਉਹ ਸਰੀ ਦੇ ਵਿੱਚ ਜਿਹੜੇ ਆਪਣੇ ਪ੍ਰੋਜੈਕਟਸ ਜਿਹੜੇ ਪਿਛਲੇ 10 ਸਾਲ ਤੋਂ ਜਿਹੜੀ ਉਹਨਾਂ ਨੇ ਲੈਂਡ ਲਈ ਸੀ 15 ਸਾਲ ਤੋਂ ਉਹਨਾਂ ਨੂੰ ਉਹ ਕੰਟੀਨਿਊ ਕਰ ਰਿਹਾ ਕਿਉਂਕਿ ਸਰੀ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਗਰੋ ਹੋ ਰਹੀ ਹੈ। ਤੇ ਅੱਛਾ, ਇਹ ਜਿਹੜਾ ਕੁਛ ਸਾਡੇ ਸ਼ਹਿਰ ਦੇ ਵਿੱਚ, ਅੱਛਾ ਇੱਕ ਗੱਲ ਆਮ ਹੁੰਦੀ ਹੈ ਜੀ ਕਿ ਕੋਈ ਤੁਸੀਂ ਵੱਡਾ ਪ੍ਰੋਜੈਕਟ ਜਿਵੇਂ ਹੁਣ ਇਹ ਆਪਾਂ ਸਕਾਈ ਟ੍ਰੇਨ ਦੀ ਐਕਸਟੈਂਸ਼ਨ ਦਾ, ਉਹਦੀਆਂ ਜ਼ਮੀਨਾਂ ਆਲੇ ਦੁਆਲੇ ਜੀ ਮਿਲੀਅਨਸ ਆਫ ਡਾਲਰ ਮਹੀਨਿਆਂ 'ਚ ਵੱਧ ਜਾਂਦੀਆਂ ਨੇ। ਫਿਰ ਆਮ ਬੰਦੇ ਦਾ ਇਹ ਵੱਡੇ ਪ੍ਰੋਜੈਕਟਸ ਤੋਂ, ਜੇ ਹੁਣ ਮੈਂ ਕਹਾਂ ਵੀ ਮੈਂ ਇੱਕ ਸ਼ਹਿਰੀ ਆ ਇੱਥੇ ਦਾ, ਇਹ 700 ਮਿਲੀਅਨ ਦੇ ਪ੍ਰੋਜੈਕਟ ਨੇ, ਜੇ ਆਮ ਲੋਕਾਂ ਦੀ ਇਹਦੇ ਤੇ ਗੱਲ ਕਰੀਏ ਵੀ ਸਾਡੇ ਸਿਟੀਜ਼ਨਸ ਨੂੰ ਇਹਦੇ ਵਿੱਚੋਂ ਕੀ ਫਰਕ ਹੋਣ ਵਾਲਾ ਜੀ? ਦੇਖੋ, ਸਿਟੀ ਆਫ ਸਰੀ ਨੂੰ ਆਲਵੇਜ਼ ਜਿਹੜਾ ਸਭ ਤੋਂ ਜ਼ਿਆਦਾ ਪ੍ਰੋਫਿਟ ਉਹ DCCs ਲੈਂਡ ਡਿਵੈਲਪਮੈਂਟ ਦੀ ਜਿਹੜੀ ਕੰਸਟਰਕਸ਼ਨ ਕਾਸਟ ਆ ਉਹਦੇ ਤੇ ਜਿੰਨਾ ਉਹ ਕੰਸਟਰਕਸ਼ਨ ਪਰਸੈਂਟੇਜ ਚਾਰਜ ਕਰਦੇ ਆ ਉਹਦਾ ਰੈਵਨਿਊ ਆਉਂਦਾ ਸਿਟੀ ਆਫ ਸਰੀ ਨੂੰ। ਔਨ ਟੌਪ ਆਫ ਦੈਟ ਜਿਹੜਾ ਹੁਣ ਜਿੱਦਾਂ ਤੁਸੀਂ ਫੋਰ ਐਗਜ਼ਾਮਪਲ ਸਕਾਈ ਟ੍ਰੇਨ ਕੋਰੀਡੋਰ ਦੀ ਗੱਲ ਕਰਦੇ ਕਿ ਉੱਥੇ ਸਪੈਕੂਲੇਸ਼ਨਸ ਹੁੰਦੀਆਂ, ਉੱਥੇ ਲੈਂਡ ਪ੍ਰਾਈਸਿਸ ਵੱਧ ਜਾਂਦੀਆਂ ਬਹੁਤ ਜ਼ਿਆਦੀਆਂ। ਉਹਦੇ ਨਾਲ ਅਸੀਂ ਲਾਸਟ ਈਅਰ ਇੱਕ ਨਵੀਂ ਬਾਈਲੋ ਲੈ ਕੇ ਆਂਦਾ ਸੀ, CAC ਪਾਲਿਸੀਜ਼ ਲੈ ਕੇ ਆਉਂਦੀਆਂ ਸੀਗੀਆਂ ਕਿ ਜਿਹੜੀ ਲੈਂਡ ਦੀ ਲਿਫਟ ਹੋਊਗੀ ਉਹ ਲਿਫਟ ਨੂੰ ਕੈਲਕੂਲੇਟ ਕਰਕੇ ਜਿਹੜੀ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਮੇਬੀ ਜਿਹੜੇ ਡਿਵੈਲਪਮੈਂਟ ਦੇ ਵਿੱਚ ਹੈਗੇ ਉਹ ਜ਼ਰੂਰ ਸਮਝਣਗੇ ਕਿ ਜੇ 2.5 FSR ਹੈਗਾ ਆ ਉੱਥੇ, ਤਾਂ ਉਹਨੂੰ ਜੇ ਉਹ ਲਿਫਟ ਮਿਲ ਜਾਂਦੀ 3.5 ਤੇ ਜਿਹੜਾ ਉਹ ਲੈਂਡ ਦੀ ਵੈਲਿਊ ਇਨਕਰੀਜ਼ ਹੋਣੀ ਆ ਉਹਦੇ ਤੇ 75% ਸਿਟੀ ਆਫ ਸਰੀ ਕਲੈਕਟ ਕਰਦੀ ਹੈ ਡਿਵੈਲਪਰਸ ਤੋਂ। ਸੋ ਸਿਟੀ ਆਫ ਸਰੀ ਨੂੰ ਰੈਵਨਿਊ ਕ੍ਰੀਏਟ ਹੁੰਦੇ, ਉਹ ਜਿਹੜਾ CAC ਜਾਂ ਕਮਿਊਨਿਟੀ ਅਮੈਨਿਟੀ ਕੰਟਰੀਬਿਊਸ਼ਨ ਦੇ ਵੱਲ ਜਾਂਦਾ ਤੇ ਆਪਣੇ ਕੈਪੀਟਲ ਪ੍ਰੋਜੈਕਟਸ ਦੀ ਫੰਡਿੰਗ ਹੁੰਦੀ ਆ। ਸੋ ਮਤਲਬ ਕਿਸੇ ਦਾ ਏਕੜ ਹੈ ਉਹਨੂੰ 2.5 ਮਿਲੀਅਨ 2.5% ਤੁਸੀਂ 1 ਲੱਖ ਸਕੁਅਰ ਫੁੱਟ ਦੇ ਰਹੇ ਹੋ। ਜੇ ਉਹਨੂੰ ਤੁਸੀਂ 3.5 ਤੇ ਕਰਤਾ ਤਾਂ 40,000 ਹੋਰ ਵੱਧ ਗਿਆ। 40,000 ਦੇ ਵਿੱਚੋਂ ਮੰਨ ਲਓ $60 ਉਹਦਾ ਰੇਟ ਹੈ, ਉਹਦੇ ਚੋਂ 2.5-3 ਮਿਲੀਅਨ ਦੇ ਵਿੱਚੋਂ 70% ਸ਼ਹਿਰ ਲੈ ਕੇ ਜਾਊਗਾ ਜੀ। 75%। ਫੋਰ ਐਗਜ਼ਾਮਪਲ ਕੱਲ ਜਿਹੜੀ ਇੱਕ ਡਿਵੈਲਪਮੈਂਟ ਅਪਰੂਵ ਹੋਈ ਹੈ ਉਹ 3.5 FSR ਸੀਗਾ, ਉਹਨਾਂ ਦਾ ਫਲੋਰ ਏਰੀਆ ਰੇਸ਼ੀਓ 3.5 ਸੀ, ਉਹ 5.5 ਤੇ ਲੈ ਕੇ ਗਏ। ਜਿਹੜੀ ਉਹਨਾਂ ਦੀ ਲੈਂਡ ਤੇ ਉਹਨਾਂ ਦੀ ਲੈਂਡ ਲਿਫਟ ਹੋਈ ਹੈ, ਜਿਹੜੀ ਉਹਨਾਂ ਨੂੰ ਵੈਲਿਊ ਉਹਨਾਂ ਦੀ ਵਧੀ ਹੈ, ਉਹਦੇ 75% ਸਮਵੇਅਰ ਆਈ ਥਿੰਕ ਇਟ ਵਾਸ ਕਲੋਜ਼ ਟੂ $5 million or little over $5 million
ਉਹ ਡਿਵੈਲਪਰਸ ਨੇ ਸਿਟੀ ਆਫ ਸਰੀ ਨੂੰ ਪੇ ਕੀਤਾ ਤੇ ਉਹ ਜਿਹੜੀ ਕਾਸਟ ਜਿਹੜੀ ਸਿਟੀ ਆਫ ਸਰੀ ਉਹ ਕਲੈਕਟ ਕਰਦੀ ਆ ਕਮਿਊਨਿਟੀ ਅਮੈਨਿਟੀਜ਼ ਤੇ ਵੱਲ ਜਾਂਦੀ ਆ ਉਹਦੇ ਨਾਲ ਨਵੇਂ ਰੈਕ ਸੈਂਟਰਸ ਤੇ ਹੋਰ ਸਾਰੇ ਇੱਦਾਂ ਦੇ ਕੈਪੀਟਲ ਪ੍ਰੋਜੈਕਟਸ ਫੰਡ ਹੋਣਗੇ। ਅੱਛਾ ਨਾਗਰਾਜ ਜੀ, ਜਿਹੜਾ ਹੁਣ ਡਾਊਨਟਾਊਨ ਕੋਰ ਸਾਡੀ ਡੈਜ਼ਿਗਨੇਟਡ ਡਾਊਨਟਾਊਨ ਦਾ ਮਤਲਬ ਇਹ ਆ ਵੀ ਉਹਦੇ 'ਚ ਬਿਜ਼ਨਸ ਹੋਣਗੇ, ਉਹ 'ਚ ਲੋਕ ਵਸਣਗੇ, ਜਿਵੇਂ ਡਾਊਨਟਾਊਨ ਵੈਨਕੂਵਰ ਅਤੇ ਗਗਨਚੁੰਬੀਆਂ ਇਮਾਰਤਾਂ ਹੋਣਗੀਆਂ। ਉਧਰ ਨੂੰ ਹੁਣ ਸ਼ਹਿਰ ਜਾ ਰਿਹਾ ਤੇ ਉਹ ਕਿੰਨੇ ਕੁ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਸਾਡਾ ਇਹ ਡਾਊਨਟਾਊਨ ਵਾਂਗੂ ਡਾਊਨਟਾਊਨ ਦੇਖਣ ਲੱਗ ਜਾਏਗਾ? ਦੇਖੋ, ਅਸੀਂ ਡਿਊਰਿੰਗ COVID-19 ਜਦੋਂ ਇਹ ਪਹਿਲੇ ਸਟਾਰਟ ਹੋਇਆ ਅਸੀਂ ਬਿਲਕੁਲ ਸਲੋ ਹੋ ਗਿਆ ਸੀਗਾ ਇੰਟਰਸਟ ਲੋਕਾਂ ਦਾ, ਵੱਡੇ ਡਿਵੈਲਪਰਸ ਦਾ। ਉਹਨਾਂ ਦਾ ਇਹ ਸੀਗਾ ਕਿ ਬਹੁਤ ਅਨਸਰਟਨ ਟਾਈਮ ਹੈ, ਪਤਾ ਨਹੀਂ ਕਿ ਫਿਊਚਰ ਕੀ ਹੋਲਡ ਕਰਦਾ। ਸੋ ਉਹਨਾਂ ਨੇ ਪ੍ਰੋਜੈਕਟ ਹੋਲਡ ਕਰਤੇ। ਫਿਰ ਅਸੀਂ ਨਵਾਂ ਅਬਾਊਟ 3 ਮਹੀਨੇ ਪਹਿਲਾਂ ਇੱਕ ਨਵਾਂ ਇਨਸੈਂਟਿਵ ਲੈ ਕੇ ਆਂਦਾ ਕਿ ਜਿਹੜੇ ਉਹਨਾਂ ਦੀ ਰੀਜ਼ੋਨਿੰਗ ਤੋਂ ਲੈ ਕੇ ਬਿਲਡਿੰਗ ਪਰਮਿਟ ਤੱਕ ਦੀ ਜਿਹੜੀ ਡਿਵੈਲਪਰਸ ਦੀ ਕਾਸਟ ਹੈ ਉਹਨੂੰ 50% ਆਫ ਕਰਾਂਗੇ ਅਸੀਂ। ਉਹਨਾਂ ਦੇ ਨਾਲ ਜਿਹੜੇ ਸਾਰੇ ਡਿਵੈਲਪਰਸ ਆ ਉਹਨਾਂ ਦੇ ਵਿੱਚ ਫਿਰ ਦੁਬਾਰਾ ਇਹ ਹੋਇਆ ਕਿ ਅਸੀਂ ਇਹ ਜਿਹੜੇ ਇਨਸੈਂਟਿਵਸ ਆ ਉਹਨਾਂ ਨੂੰ ਅਸੀਂ ਕੈਸ਼ ਕਰੀਏ। ਸੋ ਇਹ ਜਿਹੜੀਆਂ ਡਿਵੈਲਪਮੈਂਟਸ ਦੁਬਾਰਾ ਆ ਰਹੀਆਂ ਜਿੱਦਾਂ ਅਸੀਂ ਲਾਸਟ ਨਾਈਟ 700 ਮਿਲੀਅਨ ਦੀ ਕੰਸਟਰਕਸ਼ਨ ਵੈਲਿਊ ਦੇ ਪ੍ਰੋਜੈਕਟ ਅਪਰੂਵ ਕੀਤੇ, ਇਹ ਸੋ ਇਨਸੈਂਟਿਵ ਦਾ ਕਰਕੇ ਸਾਰੇ ਪ੍ਰੋਜੈਕਟਸ ਦੁਬਾਰਾ ਆ ਰਹੇ ਆ। ਸੋ ਵੱਡੇ ਪ੍ਰੋਜੈਕਟ ਜਿਹੜੇ $25 ਮਿਲੀਅਨ ਤੋਂ ਉੱਪਰ ਆ ਉਹਨਾਂ ਨੂੰ ਇਹ ਅਬਾਊਟ $1 to $1.5 ਮਿਲੀਅਨ ਤੱਕ ਦੇ ਇਨਸੈਂਟਿਵ ਮਿਲ ਰਹੇ ਆ। ਉਹਨਾਂ ਨੂੰ ਬਿਲਡਿੰਗ ਪਰਮਿਟਸ ਦੇ ਵਿੱਚ 50% ਆਫ ਮਿਲ ਰਿਹਾ। ਉਹਦੇ ਨਾਲ ਜਿਹੜੀਆਂ ਜੌਬਸ ਆ ਸਟਿਲ ਸਰੀ ਦੇ ਵਿੱਚ ਅੱਜ ਵੀ ਗਰੋ ਹੋ ਰਹੀਆਂ। ਸਰੀ ਦੇ ਵਿੱਚ ਇਨਵੈਸਟਮੈਂਟ ਈਵਨ ਡਿਊਰਿੰਗ COVID-19 ਵੀ ਗਰੋ ਹੋ ਰਹੀ ਆ ਬਾਕੀ ਮਿਊਨਿਸਪੈਲਿਟੀਜ਼ ਦੇ ਕੰਪੇਅਰ। ਅੱਛਾ ਜੀ, ਹੁਣ ਆਪਾਂ ਆਈਏ ਸਾਡਾ ਟ੍ਰੈਫਿਕ ਦਾ ਫਲੋ, ਸਾਡਾ ਜਿਹੜਾ ਮਤਲਬ ਪਬਲਿਕ ਟ੍ਰਾਂਜ਼ਿਟ, ਉਹਦੇ ਲਈ ਸ਼ਹਿਰ ਕੀ ਕਰ ਰਿਹਾ ਹੈ? ਹਾਂਜੀ, ਜਿਹੜੇ ਤੁਸੀਂ ਦੇਖਿਆ ਕਿ ਜਦੋਂ ਮੇਅਰ ਮੈਕੈਲਮ ਲਾਸਟ ਟਾਈਮ ਵੀ ਕਾਉਂਸਲ 'ਚ ਸੀਗੇ ਉਦੋਂ 1994 ਦੇ ਵਿੱਚ ਆਪਣਾ ਲਾਸਟ ਸਕਾਈ ਟ੍ਰੇਨ ਦਾ ਜਿਹੜਾ ਸਟੇਸ਼ਨ ਹੈ ਉਹ ਕਿੰਗ ਜਾਰਜ ਤੇ ਬਣਿਆ ਸੀਗਾ। ਸੋ ਉਸ ਤੋਂ ਬਾਅਦ ਅਸੀਂ ਪਹਿਲੇ ਦਿਨ ਤੋਂ ਇਹੀ ਡਿਊਰਿੰਗ ਕੈਂਪੇਨ ਵੀ ਕਿਹਾ ਕਿ ਸਕਾਈ ਟ੍ਰੇਨ ਦੀ ਐਕਸਟੈਂਸ਼ਨ ਤੇ ਕੰਮ ਕਰਾਂਗੇ। ਸੋ ਉਹਦੇ ਪਲਾਨਸ ਆਲਮੋਸਟ ਰੈਡੀ ਹੈ ਤੇ 2021 ਦੇ ਵਿੱਚ ਐਕਚੁਅਲ ਜਿਹੜਾ ਕੰਸਟਰਕਸ਼ਨ ਵਰਕ ਆ ਉਹ ਕਿੰਗ ਜਾਰਜ ਤੋਂ ਸਟਾਰਟ ਹੋਊਗਾ। 25 ਸਾਲ ਬਾਅਦ ਉਹ ਫਿਰ ਜਿਹੜਾ ਅੱਗੇ ਫਰੀਡਵੁੱਡ ਤੇ ਦੈਨ ਉਸ ਤੋਂ ਅੱਗੇ ਫੇਸ 2 ਦੇ ਵਿੱਚ ਲੈਂਗਲੀ ਤੱਕ ਜਿਹੜਾ ਸਕਾਈ ਟ੍ਰੇਨ ਆ ਉਹ ਕੰਟੀਨਿਊ ਹੋਊਗੀ। ਉਹਦੀ $1.65 ਬਿਲੀਅਨ ਜਿਹੜੀ ਸਾਡੇ ਕੋਲ LRT ਵਾਸਤੇ ਮਨੀ ਸੀਗੀ ਉਹ ਆਲਰੇਡੀ ਸਾਡੇ ਕੋਲ ਐਲੋਕੇਟ ਕੀਤੀ ਹੋਈ ਆ। ਬਾਕੀ ਜਿਹੜੀ ਥੋੜੀ ਮਨੀ ਸ਼ੋਰਟ ਹੋਈ ਉਹਦੇ ਲਈ ਅਸੀਂ ਰੈਗੂਲਰਲੀ ਪ੍ਰੋਵਿੰਸ ਨਾਲ ਤੇ ਫੈਡਰਲਸ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਸਾਨੂੰ pretty sure ਕਿ ਉਹ ਜਿਹੜੀ ਸ਼ੋਰਟ ਹੋਇਆ ਜਿੰਨਾ ਵੀ ਪਾਰਟ ਉਹ ਵੀ ਸਾਨੂੰ ਫੰਡਿੰਗ ਉਹਦੀ ਮਿਲ ਜੂਗੀ ਫੈਡਰਲ ਐਂਡ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ। ਤੇ ਕਿੰਗ ਜਾਰਜ ਕੋਰੀਡੋਰ ਹੈ ਉਹ ਵੀ ਕੰਸੀਡਰ ਕਰ ਰਹੇ ਹੋ ਜੀ ਆਉਣ ਵਾਲੇ ਸਮੇਂ 'ਚ? ਹਾਂਜੀ ਬਿਲਕੁਲ, ਹਾਂਜੀ। ਸੋ ਆਫਟਰ ਲੈਂਗਲੀ ਫਿਰ ਨੈਕਸਟ ਜਿਹੜਾ ਫੇਜ਼ ਹੋਊਗਾ ਉਹ ਫਰੋਮ ਸਰੀ ਸਿਟੀ ਸੈਂਟਰ ਟੂ ਨਿਊਟਨ ਐਂਡ ਦੈਨ ਫਰੋਮ ਨਿਊਟਨ ਟੂ ਸਾਊਥ ਸਰੀ, ਉਹ ਸਾਡਾ 10-year ਪਲਾਨ ਦੇ ਵਿੱਚ ਹੈਗਾ ਆ। ਉਹਦੇ ਵਾਸਤੇ ਆਲਰੇਡੀ $3 ਬਿਲੀਅਨ ਬਜਟ ਦੇ ਵਿੱਚ ਹੈਗਾ ਨੈਕਸਟ 10-year ਪਲਾਨ। ਸੋ ਉਹਦੀ ਵੀ ਫੰਡਿੰਗ ਆਲਰੇਡੀ ਅਸੀਂ ਕਰ ਰਹੇ ਹਾਂ ਐਲੋਕੇਟ। ਸੋ ਜਦੋਂ ਇਹ ਸਕਾਈ ਟ੍ਰੇਨ ਦਾ ਪ੍ਰੋਜੈਕਟ ਲੈਂਗਲੀ ਤੱਕ ਫਿਨਿਸ਼ ਹੋ ਗਿਆ ਸੋ 2025 ਦੇ ਵਿੱਚ ਇਹ ਪ੍ਰੋਜੈਕਟ ਐਂਟੀਸਪੇਟ ਕਰ ਰਹੇ ਕਿ ਫਿਨਿਸ਼ ਹੋ ਜਾਊਗਾ। ਸੋ 25 ਤੋਂ ਬਾਅਦ ਫਿਰ ਸਰੀ ਸਿਟੀ ਸੈਂਟਰ ਤੋਂ ਨਿਊਟਨ ਦਾ ਪ੍ਰੋਜੈਕਟ ਸ਼ੁਰੂ ਹੋ ਜਾਊਗਾ। ਬਟ ਮੈਂ ਤੁਹਾਨੂੰ ਰਿਮਾਈਂਡ ਕਰਾਉਣਾ ਚਾਹੁੰਦਾ ਕਿ LRT ਜਿਹੜੀ ਚੱਲਣੀ ਸੀਗੀ ਉਹਦੀ ਜਗ੍ਹਾ ਤੇ ਹੁਣ ਜਿਹੜੀ ਰੈਪਿਡ ਬੱਸ ਚੱਲ ਰਹੀ ਆ ਉਹ ਐਵਰੀ 4 ਮਿੰਟਸ ਉਹਦੀ ਸਰਵਿਸ ਆ ਹੁਣ ਨਿਊਟਨ ਤੋਂ ਆਪਣੇ ਸਰੀ ਸਿਟੀ ਸੈਂਟਰ ਤੋਂ ਨਿਊਟਨ ਤੱਕ। ਸੋ ਐਵਰੀ 4 ਮਿੰਟਸ ਉਹ ਬੱਸ ਪਹੁੰਚਾ ਰਹੀ ਹੈ। ਜਿਹੜੀ LRT ਨੇ 7 ਮਿੰਟ ਦੇ ਵਿੱਚ ਨਿਊਟਨ ਪਹੁੰਚਣਾ ਸੀ ਹੁਣ ਉਹ ਬੱਸ 9 ਮਿੰਟ ਦੇ ਵਿੱਚ ਪਹੁੰਚ ਰਹੀ ਹੈ। ਬਟ ਐਵਰੀ 4 ਮਿੰਟ ਦੀ ਸਰਵਿਸ ਹੈਗੀ ਆ ਉਸ ਰੈਪਿਡ ਬੱਸ ਦੀ। ਸੋ ਸੇਮ ਕੰਮ ਕਰ ਰਹੀ ਹੈ। ਪਲੱਸ ਸਾਡੇ ਕੋਲ ਜਿਹੜਾ $1.65 ਬਿਲੀਅਨ ਲੱਗਣਾ ਸੀ ਉਹ ਸਾਡੇ ਕੋਲ ਸਕਾਈ ਟ੍ਰੇਨ ਵਾਸਤੇ ਸੇਵ ਕੀਤਾ ਹੈਗਾ। ਅੱਛਾ ਜੀ, ਜਿਹੜਾ ਕੰਸਟਰਕਸ਼ਨ ਰਿਲੇਟਡ ਬਹੁਤ ਸਵਾਲ ਨੇ ਸਾਡੇ ਟ੍ਰੇਡਸਮੈਨ ਦੇ, ਬਿਲਡਰਸ ਦੇ, ਉਹ ਕੁਝ ਤੁਹਾਨੂੰ ਪੁੱਛਣਾ ਆਪ ਵੀ ਚਾਹੁੰਦੇ ਨੇ। ਕੋਈ ਫਾਈਨਲ ਇੰਸਪੈਕਸ਼ਨ ਦਾ ਕੁਝ ਪਰਮਿਟਸ ਦੇ ਇਸ਼ੂ ਨੇ, ਪਲੀਜ਼ ਮੇਰੇ ਨਾਲ ਹੋਲਡ ਕਰਨਾ, ਕੁਝ ਕਾਲਸ ਆਪਾਂ ਲੈਣੀਆਂ ਚਾਹੁੰਦੇ ਹਾਂ। ਨੈਬ ਸੰਧੂ ਜੀ JP ਇਲੈਕਟ੍ਰੀਕਲਸ ਤੋਂ ਜੀ, ਕੀ ਸਵਾਲ ਹੈ? ਵੀਰ ਜੀ ਮੇਰਾ ਸਵਾਲ ਇਹ ਸੀਗਾ ਜੀ, ਜਿੱਦਾਂ ਪਿਛਲੇ 2 ਮਹੀਨਿਆਂ ਤੋਂ ਇੰਸਪੈਕਟਰ ਪਲੰਬਿੰਗ ਵਾਲੇ ਤੇ ਬਿਲਡਿੰਗ ਵਾਲੇ ਤਕਰੀਬਨ ਬੈਕ ਟੂ ਸਾਈਟ ਆਉਣ ਲੱਗ ਗਏ ਹੈ, ਇਕੱਲੇ ਇਲੈਕਟ੍ਰੀਕਲ ਇੰਸਪੈਕਟਰ ਨਹੀਂ ਆ ਰਹੇ ਹੈਗੇ। ਤੇ ਉਹਦੀ ਪ੍ਰੋਬਲਮ ਇਹ ਆ ਰਹੀ ਹੈ ਜੀ, ਜਿੱਦਾਂ ਵੀਡੀਓ ਕਾਲਿੰਗ ਦੀ ਟਾਈਮਿੰਗ ਉਹਨਾਂ ਦੀ ਹੋਰ ਹੁੰਦੀ ਆ, 2-2, 3-3 ਘੰਟੇ ਖਰਾਬ ਕਰ ਦਿੰਦੇ ਆ। ਸੋ ਜਿੱਦਾਂ ਜੌਬ ਦਾ ਕੰਮ ਕਰ ਤਾਂ ਪਹਿਲਾਂ ਹੀ ਇੰਨੇ ਅਫੈਕਟਡ ਆ, ਉੱਪਰੋਂ ਰਹਿੰਦੇ ਇੱਕ ਅਸਰ ਕੱਢੀ ਜਾਂਦੇ ਆ। ਸੋ ਇਹ ਪੁਲਿਸ ਕੁਛ ਕਰ ਸਕਦੇ ਆ, ਇਕੱਲੀ ਸਿਟੀ ਆਫ ਸਰੀ ਦੇ ਇਲੈਕਟ੍ਰੀਕਲ ਇੰਸਪੈਕਟਰ ਨਹੀਂ ਆ ਰਹੇ,
ਕਿ ਤਕਰੀਬਨ ਸਾਰੀਆਂ ਮਿਊਨਿਸਪੈਲਿਟੀ ਦੇ ਇਲੈਕਟ੍ਰੀਕਲ ਇੰਸਪੈਕਟਰ ਆ ਰਹੇ ਆ, ਉਹਦਾ ਕੁਝ ਕਰ ਸਕਦੇ ਹੋ ਭਾਜੀ? ਹਾਂਜੀ ਡੈਫੀਨਿਟਲੀ, ਥੈਂਕ ਯੂ ਭਾਜੀ ਤੁਹਾਡੀ ਹਾਂਜੀ ਥੈਂਕ ਯੂ ਸੋ ਮਚ ਫॉर द ਫੀਡਬੈਕ। ਤੇ ਪਰ ਇਹ ਪਹਿਲੇ ਕੰਸਰਨ ਕਦੀ ਰੇਸ ਨਹੀਂ ਕੀਤਾ ਕਿਸੇ ਨੇ। ਹਾਂਜੀ ਫਾਈਨਲ ਜਿਹੜੀਆਂ ਇੰਸਪੈਕਸ਼ਨਸ ਹੋ ਰਹੀਆਂ ਸੀਗੀਆਂ ਇਲੈਕਟ੍ਰਿਕ ਦੀਆਂ, ਪਲੰਬਿੰਗ ਦੀਆਂ, ਚਾਹੇ ਬਿਲਡਿੰਗ ਦੇ ਇੰਸਪੈਕਸ਼ਨ, ਉਹਦੇ ਤੇ ਇੰਸਪੈਕਟਰ ਆ ਨਹੀਂ ਰਿਹਾ ਸੀ ਕਿਉਂਕਿ ਸਾਨੂੰ ਜਿਹੜੀਆਂ ਗਾਈਡਲਾਈਨ ਪ੍ਰੋਵਿੰਸ ਤੋਂ ਆ ਰਹੀਆਂ ਸੀਗੀਆਂ ਕਿ ਕੋਈ ਵੀ ਸਾਡੇ ਇੰਸਪੈਕਟਰਸ ਜਦੋਂ ਬਿਲਡਿੰਗ ਆਕੂਪਾਈ ਕੀਤੀ ਹੋਈ ਆ ਉਹਦੇ ਵਿੱਚ ਜਾ ਨਹੀਂ ਸਕਦੇ। ਸੋ ਸਿਟੀ ਆਫ ਸਰੀ ਜਿਹੜੀਆਂ ਸਾਰੀਆਂ ਮਿਊਨਿਸਪੈਲਿਟੀਜ਼ ਨੂੰ ਇਹ ਗਾਈਡਲਾਈਨ ਭੇਜੀਆਂ ਸੀ ਪ੍ਰੋਵਿੰਸ ਨੇ, ਪਰ ਪਿਛਲੇ 3 ਵੀਕ ਤੋਂ ਗਾਈਡਲਾਈਨ ਲਿਫਟ ਹੋ ਗਈਆਂ। ਸੋ ਇੰਸਪੈਕਟਰਸ ਦੁਬਾਰਾ ਜਿਹੜੀਆਂ ਆਕੂਪਾਈਡ ਬਿਲਡਿੰਗਸ ਆ ਉਹਨਾਂ ਨੂੰ ਇੰਸਪੈਕਟ ਕਰ ਰਹੇ ਆ। ਬਟ ਉਹਦੇ ਲਈ ਇੱਕ ਤੁਹਾਨੂੰ ਫਾਰਮ ਹੈਗਾ ਸਿਟੀ ਆਫ ਸਰੀ ਦੀ ਵੈਬਸਾਈਟ ਤੇ, ਆਕੂਪਾਈਡ ਹੋਮ ਫਾਰਮ, ਉਹਦੀ ਚੈੱਕਲਿਸਟ ਹੈਗੀ, ਉਹ ਤੁਸੀਂ ਚੈੱਕਲਿਸਟ ਫਿਲ ਕਰਕੇ ਭੇਜੋਗੇ ਤੇ ਸੋ ਵਿਦਿਨ 24 ਆਵਰ ਤੁਹਾਡੀ ਉਹ ਇੰਸਪੈਕਸ਼ਨ ਬੁੱਕ ਕਰਕੇ ਉਹ ਕਰ ਦਿੰਦੇ ਆ। ਸੋ ਪਰ ਪਹਿਲੇ ਹਾਂਜੀ ਅੱਜ ਤੋਂ 3 ਵੀਕ ਪਹਿਲੇ ਇੰਸਪੈਕਟਰ ਨਹੀਂ ਸੀ ਆ ਰਹੇ ਕਿਸੇ ਵੀ ਸਾਈਟ ਤੇ ਜਿਹੜਾ ਘਰ ਆਕੂਪਾਈ ਕੀਤਾ ਹੋਇਆ। ਪਰ ਜਿਹੜੀਆਂ ਵਰਚੁਅਲ ਇੰਸਪੈਕਸ਼ਨਸ ਹੈਗੀਆਂ ਆ ਉਹ ਅਸੀਂ ਦੇਖਿਆ ਕਿ ਡਿਊਰਿੰਗ COVID-19 ਉਹ ਬਹੁਤ ਐਫੀਸ਼ੀਐਂਟ ਰਹੀਆਂ। COVID-19 ਦੇ ਵਿੱਚ ਮੈਂ ਲਾਸਟ ਕਾਊਂਸਲ ਮੀਟਿੰਗ ਦੇ ਵਿੱਚ ਵੀ ਇਹ ਇੱਕ ਇਸ਼ੂ ਰੇਜ਼ ਕੀਤਾ ਸੀ, ਰეკਮੈਂਡੇਸ਼ਨ ਦਿੱਤੀ ਸੀ ਸਟਾਫ ਨੂੰ ਕਿ ਆਪਾਂ ਕਿਉਂ ਨਾ ਕਿ ਜਿਹੜੀਆਂ ਸਿੰਪਲ ਇੰਸਪੈਕਸ਼ਨਸ ਹੈਗੀਆਂ, ਜਿਹੜੀਆਂ ਫਾਊਂਡੇਸ਼ਨ ਦੀਆਂ ਇੰਸਪੈਕਸ਼ਨਸ ਹੈਗੀਆਂ ਜਾਂ ਜਿਹੜੀਆਂ ਰੀ ਇੰਸਪੈਕਸ਼ਨ ਹੈਗੀਆਂ, ਇੰਸਪੈਕਟਰ ਦੂਸਰੇ ਦੇ ਨਾਲ ਆਉਣਾ, ਉਹਨਾਂ ਨੇ ਬਿਲਕੁਲ ਕੋਈ ਮਾਈਨਰ ਜੀ ਚੀਜ਼ ਜਿੱਦਾਂ ਕੰਸਟਰਕਸ਼ਨ ਦੇ ਵਿੱਚ ਕੋਈ ਕਿਸੇ ਦਾ ਕੋਈ ਹੈਂਗਰ ਮਿਸਿੰਗ ਹੈ ਜਾਂ ਕੋਈ ਜੋਇਸਟ ਤੇ ਕੁਛ ਮਿਸਿੰਗ ਹੈ, ਉਹ ਛੋਟੀ ਜਿਹੀ ਚੀਜ਼ ਵਾਸਤੇ ਇੰਸਪੈਕਟ ਕਰਨਾ, ਉਹਦੇ ਨਾਲ ਬਿਲਡਰ ਦਾ ਇੰਸਪੈਕਟਰ ਦਾ ਟਾਈਮ ਬਹੁਤ ਵੇਸਟ ਹੁੰਦਾ। ਸੋ ਉਹ ਕਿਉਂ ਨਾ ਜਸਟ ਵੀਡੀਓ ਕਾਲ ਕਰਕੇ ਉਹ ਇੰਸਪੈਕਸ਼ਨ ਕਰ ਲਿਆ ਕਰਨ ਤਾਂ ਕਿ ਉਹ ਨੈਕਸਟ ਡੇ ਆਪਣਾ ਕੰਮ ਕੰਟੀਨਿਊ ਰੱਖ ਸਕਣ। ਸੋ ਇੱਦਾਂ ਦੀਆਂ ਚੇਂਜਸ ਕੱਲ੍ਹ ਦੀ ਇੱਕ ਰਿਪੋਰਟ ਸੀਗੀ, ਰਿਪੋਰਟ 123 ਆਨਲਾਈਨ ਵੀ ਹੈਗੀ ਅਵੇਲੇਬਲ, ਉਹਦੇ ਵਿੱਚ ਤੁਸੀਂ ਇਹ ਪੜ੍ਹ ਸਕਦੇ ਕਿ ਜਿਹੜੀਆਂ ਰეკਮੈਂਡੇਸ਼ਨ ਹੈਗੀਆਂ ਬਾਈ ਐਂਡ ਆਫ 2020 ਨੂੰ ਤੱਕ ਇੰਪਲੀਮੈਂਟ ਕਰਨ ਦੀ ਸਟਾਫ ਟਰਾਈ ਕਰ ਰਿਹਾ। ਜਤਿੰਦਰਪਾਲ ਸਿੰਘ ਜੀ, ਲਾਈਨ ਨੰਬਰ 3। ਚਲੋ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਡਾ ਧੰਨਵਾਦ ਵੀਰ ਜੀ, ਜਿਹੜਾ ਤੁਸੀਂ ਸਮੇਂ ਸਿਰ ਲਿਆ ਕੇ ਇੱਦਾਂ ਦੇ ਜਿਹੜੇ ਬਹੁਤ ਜ਼ਰੂਰੀ ਮਸਲੇ ਨੇ, ਜਿੱਦਾਂ ਹੋਰ ਵੀ ਆਪਾਂ ਪੋਲੀਟਿਕਸ ਜਾਂ ਹੋਰ ਕਰਦੇ ਰਹਿੰਦੇ ਹਾਂ, ਪਰ ਆਹ ਵੀ ਸਾਡਾ ਜਿਹੜਾ ਲੋਕਲ ਇਸ਼ੂ ਹੈਗਾ ਜਿਹਦੇ 'ਚ ਡੇ ਬਾਏ ਡੇ ਆਪਾਂ ਰੋਜ਼ ਡੀਲ ਕਰਦੇ ਹਾਂ। ਮੇਰੀ ਇਹਨਾਂ ਨੂੰ ਬਾਈ ਜੀ ਉਹਨਾਂ ਨੂੰ ਇੱਕ ਸੁਝਾਅ ਸੀਗਾ ਜਾਂ ਕੁਐਸਚਨ ਸੀਗਾ ਇਹਨਾਂ ਨੂੰ, ਜੇ ਇਹ ਅੱਗੇ ਪਹੁੰਚਾ ਸਕਦੇ ਆ। ਅਸੀਂ ਐਜ਼ ਏ ਡਿਜ਼ਾਈਨਰ ਦੇ ਤੌਰ ਤੇ ਜੇ ਦੇਖਦੇ ਹਾਂ, ਸਾਨੂੰ ਨਾ ਕਈ ਵਾਰੀ ਛੋਟੀ ਛੋਟੀ ਗੱਲ ਤੇ ਕਾਫੀ ਪ੍ਰੋਬਲਮਸ ਆਉਂਦੀਆਂ ਨੇ। ਜਿਵੇਂ ਜਿਹੜੀ ਡਿਜ਼ਾਈਨ ਕੰਟਰੋਲ ਸਬ ਡਿਵੀਜ਼ਨ ਹੁੰਦੀ ਆ ਜੀ, ਉਹਦੇ ਵਿੱਚ ਇੱਕ ਡਿਜ਼ਾਈਨ ਕੰਸਲਟੈਂਟ ਹਾਇਰ ਕੀਤਾ ਹੁੰਦਾ ਐਜ਼ ਏ ਡਿਵੈਲਪਰ ਬਿਟਵੀਨ ਦ ਸਿਟੀ ਹਾਲ ਐਂਡ ਦ ਡਿਜ਼ਾਈਨ। ਉਹ ਹੁਣ ਸਪੋਜ਼ ਕਰੋ ਕੋਈ ਵੀ ਛੋਟੀ ਤੋਂ ਛੋਟੀ ਜਿਹੀ ਵੀ ਚੇਂਜ ਹੈਗੀ ਆ, ਕੋਈ ਇਨਸਾਈਡ ਕਿਸੇ ਨੇ ਟਾਇਲਟ ਦਾ ਲੋਕੇਸ਼ਨ ਚੇਂਜ ਕਰ ਲਈ ਜਾਂ ਕੋਈ ਉਹਨਾਂ ਨੇ ਡੋਰ ਦਾ ਸਾਈਜ਼ ਜਾਂ ਡੋਰ ਦੀ ਲੋਕੇਸ਼ਨ ਚੇਂਜ ਕਰ ਲਈ, ਉਹਦੇ ਵਾਸਤੇ ਐਟਲੀਸਟ 2 ਵੀਕ ਦਾ ਪ੍ਰੋਸੈਸ ਆ ਜੀ ਮਿਨੀਮਮ। ਉਹ ਇੱਕ ਚੇਂਜ ਹੀ ਕਰਨਾ ਹੁੰਦਾ, ਡਿਜ਼ਾਈਨਰ ਚੇਂਜ ਕਰਕੇ ਦਿੰਦਾ, ਉਹਨੂੰ ਪ੍ਰਿੰਟ ਆਊਟ ਕੱਢ ਕੇ ਉਹ ਡਿਜ਼ਾਈਨ ਕੰਸਲਟੈਂਟ ਦੇ ਜਾਂਦਾ। ਡਿਜ਼ਾਈਨ ਕੰਸਲਟੈਂਟ ਦੇ ਐਟਲੀਸਟ 10 ਦਿਨਾਂ ਦੀ ਵੇਟ ਆ, ਉੱਥੋਂ ਉਹਨੇ ਜਸਟ ਇੱਕ ਸਾਈਨ ਕਰਨੇ ਹੁੰਦੇ ਆ ਇਨੀਸ਼ੀਅਲ, ਉਹ ਜਾ ਕੇ ਫਿਰ ਦੁਬਾਰਾ ਸਿਟੀ ਹਾਲ ਸਬਮਿਸ਼ਨ ਜਾਂਦੀ ਆ। ਇਹਦੇ ਬੇਸ ਤੇ ਸਾਡੀ ਪਲਾਨ ਚੈੱਕ ਨਾਲ ਮੇਰੀ ਵੀ 1-2 ਵਾਰੀ ਗੱਲ ਹੋਈ ਆ। ਉਹ ਕਹਿੰਦੇ ਵੀ ਇਹ ਜਿਹੜਾ ਇੰਟਰਨਲ ਮੈਟਰ ਆ ਇਹਦੇ ਵਾਸਤੇ ਜੇ ਇਹ ਆਪਣੇ ਸਿਟੀ ਦੇ ਵਿੱਚ ਗੱਲ ਪਹੁੰਚਾ ਸਕਣ, ਜੇ ਬਾਹਰਲੀ ਐਕਸਟੀਰੀਅਰ ਕਿਸੇ ਨੇ ਚੇਂਜ ਕੀਤੀ ਆ ਉਹ ਡਿਜ਼ਾਈਨ ਕੰਸਲਟੈਂਟ ਦੇ ਥਰੂ ਜਾਣੀ ਚਾਹੀਦੀ ਹੈ। ਵੀ ਜੇ ਮਾੜੀ ਮੋਟੀ ਮਾਈਨਰ ਚੇਂਜ ਆ ਉਹਨੂੰ ਕਿਉਂ ਨਹੀਂ ਸਿਟੀ ਅਲਾਓ ਕਰਦੀ ਵੀ ਡਿਜ਼ਾਈਨਰ ਚੇਂਜ ਕਰਕੇ ਡਾਇਰੈਕਟਲੀ ਦੇ ਸ਼ੁੱਡ ਬੀ ਏਬਲ ਟੂ ਸਬਮਿਟ ਇਨ ਦ ਸਿਟੀ ਹਾਲ। ਇਹਦੇ ਬਾਰੇ ਪਲੀਜ਼। ਹਾਂਜੀ ਦੇਖੋ, ਇੱਕ ਮੈਜੋਰਿਟੀ ਆਫ ਜਿਹੜੇ ਆਪਣੇ ਸਬ ਡਿਵੀਜ਼ਨਸ ਹੁੰਦੀਆਂ ਉਹਨਾਂ ਦੇ ਜਸਟ ਐਕਸਟੀਰੀਅਰ ਜਿਹੜੀਆਂ ਚੇਂਜਸ ਹੁੰਦੀਆਂ ਆ ਉਹ ਹੀ ਐਪਲੀਕੇਬਲ ਹੁੰਦੀਆਂ ਕਿ ਆਪਾਂ ਉਹਨੂੰ ਡਿਜ਼ਾਈਨ ਕੰਸਲਟੈਂਟ ਤੋਂ ਅਪਰੂਵ ਕਰਾਈਏ। ਜਿਹੜੀਆਂ ਇੰਟੀਰੀਅਰ ਪ੍ਰੋਬਲਮਸ ਹੈ, ਜਿੱਦਾਂ ਇਹਨਾਂ ਨੇ ਦੱਸਿਆ ਕਿ ਕੋਈ ਟੋਇਲਟ ਚੇਂਜ ਹੋ ਗਈ ਜਾਂ ਡੋਰ ਚੇਂਜ ਹੋ ਗਈ, ਉਹ ਇੱਦਾਂ ਦੀਆਂ ਜਿਹੜੀਆਂ ਚੇਂਜਸ ਆ ਉਹਨਾਂ ਨੂੰ ਡਿਜ਼ਾਈਨ ਕੰਸਲਟੈਂਟ ਤੋਂ ਅਪਰੂਵ ਕਰਾਉਣ ਦੀ ਮੈਨੂੰ ਲੱਗਦਾ ਕਿ ਜ਼ਰੂਰਤ ਨਹੀਂ ਹੁੰਦੀ। ਜਿਹੜਾ ਸਿਟੀ ਹਾਲ ਦੇ ਵਿੱਚ ਕੰਮ ਆ ਉਹਦਾ ਜਿਹੜਾ ਰਿਵੀਜ਼ਨ ਪ੍ਰੋਸੈਸ ਆ ਉਹਦਾ ਇਸ ਟਾਈਮ 1 ਵੀਕ ਹੈਗਾ। ਜੇ ਤੁਸੀਂ ਅੱਜ ਪਰਮਿਟ ਸਬਮਿਟ ਕਰਦੇ ਹੋ ਰਿਵੀਜ਼ਨ ਵਾਸਤੇ, ਤੁਹਾਨੂੰ ਨੈਕਸਟ ਟਿਊਜ਼ਡੇ ਤੱਕ ਮੋਸਟ ਪ੍ਰੋਬੇਬਲੀ ਉਹ ਪਰਮਿਟ ਬੈਕ ਮਿਲ ਜਾਂਦਾ, ਪਲਾਨਸ ਬੈਕ ਮਿਲ ਜਾਂਦੇ ਆ। ਪਰ ਉਹ ਥਰਡ ਪਾਰਟੀ ਜਿਹੜੇ ਕੰਸਲਟੈਂਟਸ ਹਾਇਰ ਕੀਤੇ ਆ ਉਹ ਡਿਵੈਲਪਰਸ ਨੇ, ਉਹ ਥਰਡ ਪਾਰਟੀ ਕੰਸਲਟੈਂਟਸ ਆ, ਉਹਨਾਂ ਦਾ ਸਾਡੀ ਸਿਟੀ ਦੀ ਕੋਈ ਸੇ ਨਹੀਂ ਹੈਗੀ ਕਿ ਉਹ ਕਿੰਨੇ ਟਾਈਮ 'ਚ ਆਪਣਾ ਕਿੱਦਾਂ ਟਾਈਮ ਫਿਨਿਸ਼ ਕਰਦੇ ਹੋ। ਉਹ ਪ੍ਰਾਈਵੇਟ ਆਰਗੇਨਾਈਜੇਸ਼ਨਸ ਹੈਗੀਆਂ, ਉਹਨਾਂ ਦਾ ਬਿਜ਼ਨਸ ਦਾ ਕਰਨ ਦਾ ਕੀ ਸਟਾਈਲ ਆ, ਉਹਦੇ ਤੇ ਅਸੀਂ ਉਹਨਾਂ ਨੂੰ ਇਨਫੋਰਸ ਨਹੀਂ ਕਰ ਸਕਦੇ ਕਿ ਤੁਸੀਂ ਇਹਨੂੰ ਸਪੀਡ ਅਪ ਕਰੋ ਜਾਂ ਕਿਵੇਂ ਕਰੋ। ਅਸੀਂ ਸਿਟੀ ਸਾਈਡ ਤੋਂ ਜ਼ਰੂਰ ਕਰ ਸਕਦੇ ਹਾਂ ਕਿ ਸਿਟੀ ਦੇ ਵਿੱਚ ਰਿਵੀਜ਼ਨ ਜਿਹੜਾ ਪ੍ਰੋਸੈਸ ਪਹਿਲਾਂ 2-2 ਵੀਕ ਲੱਗ ਜਾਂਦੇ ਸੀ, ਅੱਜ ਉਹ ਵਿਦਿਨ 5 ਡੇਜ਼ ਉਹ ਪਰਮਿਟ ਰਿਲੀਜ਼ ਹੋ ਰਿਹਾ ਰਿਵੀਜ਼ਨ ਦੇ 90% ਕੇਸਿਸ ਦੇ ਵਿੱਚ। ਕਿਸੇ ਦਾ ਹਾਂਜੀ
ਐਟ ਦ ਸੇਮ ਟਾਈਮ ਮੈਂ ਐਡਮਿਟ ਕਰਾਂਗਾ ਕਿਸੇ ਦਾ ਪਰਮਿਟ ਜਿਹੜਾ ਰਿਵੀਜ਼ਨ ਦਾ 5 ਤੋਂ ਜ਼ਿਆਦਾ ਦਿਨ ਵੀ ਲੱਗ ਰਿਹਾ, ਮੇਬੀ 10 ਦਿਨ ਵੀ ਲੱਗ ਰਹੇ ਹੋਣਗੇ। ਉਹਦੀ ਆਲਵੇਜ਼ ਇੱਕ ਰੀਜ਼ਨ ਇਹ ਵੀ ਹੁੰਦੀ ਹੈ ਕਿ ਜਿਹੜਾ ਜੋ ਵੀ ਰਿਕੁਆਇਰਡ ਡਾਕੂਮੈਂਟਸ ਆ ਉਹ ਆਪਾਂ ਜਦੋਂ ਰਿਵੀਜ਼ਨ ਦੇ ਨਾਲ ਨਹੀਂ ਸਬਮਿਟ ਕਰਦੇ ਸੋ ਉਹਨੂੰ ਟਾਈਮ ਜ਼ਿਆਦਾ ਲੱਗ ਜਾਂਦਾ। ਫਿਰ ਇੱਕ ਵਪਾਰਕ ਸੰਦੇਸ਼ ਲੈ ਲਈਏ ਜੀ, ਕੁਝ ਕੁ ਹੋਰ ਸਵਾਲ ਨੇ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਹਾਂਜੀ ਸਰ। ਜਤਿੰਦਰਪਾਲ ਸਿੰਘ ਗਿੱਲ ਉਹਨਾਂ ਨੇ ਲਿਖਿਆ ਦੁਬਾਰਾ ਫੇਰ ਕਿ ਸਿਟੀ ਜਿਹੜੀ ਹੈ ਉਹ ਡਜ਼ਨਟ ਐਕਸੈਪਟ ਵਿਦਾਊਟ ਕੰਸਲਟੈਂਟ ਇਨੀਸ਼ੀਅਲਸ, ਆਸਕ ਇਫ ਹੀ ਕੈਨ ਕਨਫਰਮ ਵਿਦ ਸਿਟੀ ਪਲਾਨ ਚੈਕਰਸ। ਹੋਰ ਸਵਾਲ ਜਿਹੜੇ ਨੇ ਕੁਝ ਕੰਸਟਰਕਸ਼ਨ ਰਿਲੇਟਡ ਸਵਾਲ ਨੇ ਤੁਹਾਡੇ। ਧਰਮ ਸਿੰਘ ਜੀ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਇਹਨਾਂ ਨੂੰ ਮਨਦੀਪ ਸਿੰਘ ਹੋਣਾ ਨੂੰ ਜੀ ਆਇਓ। ਤੇ ਇਹਨਾਂ ਦੇ ਇੱਕ ਮਤਲਬ ਕੰਸਰਨ ਆ ਜਿਹੜਾ ਫਾਰਮਾਂ ਦੇ ਵਿੱਚ ਘਰ ਪੈ ਰਹੇ ਨੇ ਉਹਨਾਂ ਤੋਂ ਸਿਟੀ ਆਫ ਸਰੀ ਜਿਹੜੇ ਘਰ ਦਾ ਏਰੀਆ ਵਾ, ਜਿੰਨੇ ਵੀ ਘਰ ਦੇ ਆਪਣੀ ਵਿਡਥ ਜਾਂ ਸਾਹਮਣੇ ਹੁੰਦੀ ਆ ਸੜਕ ਦੇ, ਉੱਥੋਂ ਰਾਈਟ ਆਫ ਵੇ ਮੰਗ ਰਿਹਾ ਸਿਟੀ ਆਫ ਸਰੀ। ਇਹਦੇ ਵਿੱਚ ਇਹ ਬਿਲਕੁਲ ਇੱਕ ਕਿਸਮ ਦੀ ਜਿਹੜੀ ਐਗਰੀਕਲਚਰ ਰਾਈਟ ਆ ਫਾਰਮਰ ਦਾ, ਉਹਦਾ ਉਲੰਘਣ ਹੋ ਰਿਹਾ ਵਾ। ਇੱਕ ਕਿਸਮ ਦਾ ਕਿਸੇ ਤੋਂ ਲੈਂਡ ਬਾਏ ਕਰਨੀ ਵਰਗਾ ਹੱਕ ਹੋ ਜਾਂਦਾ ਤਾਂ ਤੁਸੀਂ ਰਾਈਟ ਆਫ ਵੇ ਦੇ ਦਿੰਦੇ ਹੋ। ਉਹਦੇ ਨਾਲ ਕੱਲ ਨੂੰ ਸਿਟੀ ਦੇ ਇੰਪਲਾਈ ਜਾਂ ਕੋਈ ਵੀ ਆ ਕੇ ਜੇ ਫਰਜ਼ ਕਰ ਲਓ ਤੁਸੀਂ ਬੇਰੀ ਬੀਜੀ ਆ, ਕੋਈ ਹੋਰ ਪਲਾਂਟੇਸ਼ਨ ਕੀਤੀ ਆ, ਉਹ ਆ ਕੇ ਤੁਹਾਡਾ ਸਾਰਾ ਖਰਾਬ ਕਰ ਸਕਦੇ ਨੇ। ਕਿਉਂਕਿ ਮੈਂ ALC ਤੋਂ ਵੀ ਪਤਾ ਕੀਤਾ ਸੀਗਾ ਤੇ ਆਪਣੇ ਪ੍ਰੋਵਿੰਸ਼ੀਅਲ ਲੈਵਲ ਤੇ ਪਤਾ ਕੀਤਾ, ਉਹ ਕਹਿੰਦੇ ਵੀ ਨਹੀਂ ਇਹ ਹੋਣਾ ਨਹੀਂ ਚਾਹੀਦਾ। ਪਰ ਸਿਟੀ ਆਫ ਸਰੀ ਜਿੰਨੇ ਵੀ ਫਾਰਮਾਂ 'ਚ ਘਰ ਬਣਾ ਰਹੇ ਨੇ ਲੋਕੀ, ਮੈਂ ਤਾਂ ਨਹੀਂ ਦਿੱਤਾ ਪਰ ਬਹੁਤੇ ਲੋਕਾਂ ਤੋਂ ਪਤਾ ਲੱਗਿਆ ਵੀ ਇਹ ਸਿਗਨੇਚਰ ਕਰਾਓ ਕੇ, ਕਿਉਂਕਿ ਅਗਲੇ ਨੂੰ ਜਲਦੀ ਹੁੰਦੀ, ਅਗਲੇ ਦਾ ਪ੍ਰੋਜੈਕਟ ਡਿਲੇ ਹੁੰਦਾ ਵਾ, ਉਹ ਕਹਿੰਦੇ ਚਲੋ ਫਾਹਾ ਵੱਢੋ ਤੇ ਕਰ ਦਿਓ। ਪਰ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਮਤਲਬ ਇਹਦੇ ਬਾਰੇ ਸੁਝਾਈ ਆ ਵੀ ਇਹ ਸਿਟੀ ਨੂੰ ਨਹੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਚਾਹੀਦਾ। ਧੰਨਵਾਦ ਜੀ। ਧੰਨਵਾਦ ਜੀ। ਸੋਢੀ ਖੰਗੂੜਾ ਜੀ ਲਾਈਨ ਨੰਬਰ 4 ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾਗਰਾ ਸਾਹਿਬ ਨੂੰ ਇੱਕ ਰਿਕੁਐਸਟ ਕਰਨੀ ਸੀ, ਜਿਹੜੀ ਜਿੱਦਾਂ ਜਿਹੜੀ ਸਪੀਡ ਬੰਪਸ ਦੇ ਬਾਰੇ ਆ, ਜਿੱਦਾਂ ਮਤਲਬ ਕੁਛ ਸਟਰੀਟਾਂ ਦੇ ਉੱਤੇ, ਜਿਹੜੀ ਮੇਨ ਸਟਰੀਟ ਦੇ ਉੱਤੇ ਸਪੋਜ਼ ਕਰੋ 116 ਸਟਰੀਟ ਦੇ ਉੱਤੇ 160 ਦੇ ਉੱਤੇ ਉੱਤੇ ਤਾਂ ਸਪੀਡ ਬੰਪਸ ਜਿਹੜੇ ਹੈਗੇ ਆ, ਪਰ ਉਹਦੇ ਨਾਲ ਜਿਹੜੀ ਦੂਜੀ ਨਾਲ ਦੀ ਸਟਰੀਟ ਹੈਗੀ ਆ ਉੱਤੇ ਨਹੀਂ ਹੈਗੇ। ਲੋਕ ਉਹਨੂੰ ਸ਼ਾਰਟਕੱਟ ਕਰਕੇ ਉੱਤੇ ਸਪੀਡਿੰਗ ਬਹੁਤ ਹੋ ਰਹੀ ਆ ਜਿੱਦਾਂ ਅੱਜ ਕੱਲ੍ਹ, ਮਤਲਬ ਤੇ ਉਹ ਅੱਧੀ ਰਾਤ ਨੂੰ ਕਾਰ ਰੇਸ ਅੰਕਰ ਵੀ ਹੁੰਦੀ ਆ। ਮੈਂ ਵੈਸੇ ਮੇਰੇ ਵੀਡੀਓ ਵੀ ਹੈਗੀ, ਜੇ ਕਹੂੰ ਤਾਂ ਉਹ ਵੀ ਮੈਂ ਤੁਹਾਨੂੰ ਦੇ ਸਕਦਾ ਵੀ ਉਹਦਾ ਕੀ ਮਤਲਬ ਉਹ ਮਤਲਬ ਉਹ ਉਸ ਜਿਹੜੀ ਸਾਈਡ ਸਟਰੀਟ ਦੇ ਉੱਤੇ ਕਿਉਂ ਨਹੀਂ ਸਪੀਡ ਬੰਪਸ ਜਿਹੜੇ ਲੱਗ ਸਕਦੇ ਜੀ, ਟ੍ਰੈਫਿਕ ਸਲੋ ਡਾਊਨ। ਮੈਂ ਪੁੱਛਦਾ ਜਨਰਲ ਬਾਅਦ ਜੀ। ਜਸਵੀਰ ਸਿੰਘ ਜੀ ਲਾਈਨ ਨੰਬਰ 5। ਹਾਂਜੀ ਗਿਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮਨਦੀਪ ਨਾਗਰਾ ਜੀ, ਸਤਿ ਸ਼੍ਰੀ ਅਕਾਲ। ਗੱਲ ਇਹ ਮੈਂ ਨਾ ਜਿਹੜਾ ਪੁਆਇੰਟ ਤੁਸੀਂ ਗਿਲ ਸਾਹਿਬ ਪਿਛਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਇੱਕ ਸਬਜੈਕਟ ਲੈ ਕੇ ਆਏ ਸੀ ਕਿ ਸਾਡੇ ਬਿਲਡਰਾਂ ਨੇ ਇੱਥੇ, ਕੁਝ ਬਿਲਡਰਾਂ ਨੇ ਤੇ ਕੁਝ ਟ੍ਰੇਡ ਪੀਪਲ ਜਿਹੜੇ ਬੰਦੇ ਕੰਮ ਕਰਦੇ ਟ੍ਰੇਡ ਵਿੱਚ, ਉਹਨਾਂ ਨੇ ਕੀ ਚੰਦ ਚਾੜੇ ਆ ਕੁਆਲਿਟੀ ਵਾਈਜ਼, ਕੁਆਲਿਟੀ ਦੇ ਪੱਖੋਂ। ਸੋ ਹੁਣ ਜਦੋਂ ਮਨਦੀਪ ਹੋਰੀ ਇਹ ਕਹਿ ਰਿਹਾ ਕਿ ਇਹਨਾਂ ਨੇ ਰეკਮੈਂਡੇਸ਼ਨ ਇਹ ਕੀਤੀ ਹੈ ਕਿ ਵੀ ਉਹ ਵੀਡੀਓ ਕੈਮਰੇ ਰਾਹੀਂ ਇੰਸਪੈਕਸ਼ਨ ਹੋ ਸਕੇ, ਮੈਂ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਗਾ। ਔਰ ਮਨਦੀਪ ਹੋਰਾਂ ਨੂੰ ਦੁਬਾਰਾ ਸੋਚਣਾ ਚਾਹੀਦਾ ਇਹਦੇ ਵਾਸਤੇ ਕਿ ਦੋ ਗੱਲਾਂ ਨੇ ਉਹਦੇ 'ਚ। ਇੱਕ ਤਾਂ ਵੀਡੀਓ ਕੈਮਰਾ ਕਿਹਦਾ ਹੋਏਗਾ ਉੱਥੇ, ਟ੍ਰੇਡ ਪਰਸਨ ਦਾ, ਬਿਲਡਰ ਦਾ ਹੋਏਗਾ, ਉਹ ਆਪਣਾ ਸੈੱਲ ਫੋਨ ਦੇ ਕੈਮਰੇ ਨਾਲ ਦਿਖਾਊਗਾ ਸਾਰਾ ਕੁਝ, ਉਹਦੇ ਵਿੱਚ ਉਹ ਗੱਲ ਨਹੀਂ ਬਣਨੀ, ਪਹਿਲੀ ਗੱਲ। ਤੇ ਦੂਸਰੀ ਉਹ ਵੀਡੀਓ ਦੀ ਕੁਆਲਿਟੀ ਵੀ ਅੱਛੀ ਨਹੀਂ ਹੋਣੀ। ਤੀਸਰਾ ਪੁਆਇੰਟ ਇਹ ਹੈ ਕਿ ਇਹ ਜਿਹੜੇ ਸਾਡੇ ਸਿਟੀ ਦੇ ਇੰਸਪੈਕਟਰ ਹੈਗੇ ਨੇ, ਇਹਨਾਂ ਦਾ ਕੋਈ ਮਤਲਬ ਕਿ ਹੈਲਥ ਇਸ਼ੂ ਸੇਫਟੀ ਵੱਲੋਂ ਨਹੀਂ ਆ ਰਿਹਾ, ਉਹ ਕੋਈ ਭੀੜ ਭੜੱਕੇ ਵਾਲੀ ਥਾਂ ਨਹੀਂ ਜਿੱਥੇ ਉਹਨਾਂ ਨੇ ਇੰਸਪੈਕਸ਼ਨ ਕਰਨ ਜਾਣਾ। ਸੋ ਇਹਨਾਂ ਨੂੰ ਔਨ ਸਾਈਟ ਹੀ ਇੰਸਪੈਕਸ਼ਨ ਕਰਨੀ ਚਾਹੀਦੀ ਹੈ। ਮੈਂ ਤਾਂ ਸਿਰਫ ਮੇਰਾ ਸੁਝਾਅ ਇਹ ਹੈ ਇਹਨਾਂ ਨੂੰ, ਕਿਉਂਕਿ ਇੰਸਪੈਕਟਰ ਨੂੰ ਕੀ ਪ੍ਰੋਬਲਮ ਉੱਥੇ ਜਾ ਕੇ ਔਨ ਸਾਈਟ ਇੰਸਪੈਕਟ ਕਰਨ ਦੀ, ਔਰ ਉਹ ਉਸ ਤੋਂ ਬਿਹਤਰ ਕੋਈ ਨਹੀਂ ਹੋਏਗਾ। ਵਰਨਾ ਮੈਨੂੰ ਲੱਗਦਾ ਵੀ ਸਾਡੀ ਹੋਰ ਕੁਆਲਿਟੀ ਨਾ ਘਰਾਂ ਦੀ ਇੱਥੇ ਫਿਨਿਸ਼ ਜਿਹੜਾ ਕੰਮ ਆ ਉਹਦੀ ਨਿੱਘਰਦੀ ਜਾਊਗੀ। ਔਰ ਦੂਸਰੀ ਗੱਲ, ਇੰਸਪੈਕਟਰ ਦੀ ਹੈਲਥ ਦੀ ਕੋਈ ਪ੍ਰੋਬਲਮ ਨਹੀਂ ਗੀ। ਚਲੋ ਮੈਂ ਗਿਲ ਸਾਹਿਬ ਹੋਰ ਐਡ ਕਰਨੀ ਚਾਹੁੰਦਾ, ਇਹ ਬਹੁਤ ਵਧੀਆ ਤੁਸੀਂ ਕਰ ਰਹੇ ਹੋ। ਮੈਂ ਤਾਂ ਪਹਿਲੀ ਵਾਰੀ ਸੁਣ ਰਿਹਾ। ਮਨਦੀਪ ਹੋਰਾਂ ਨੂੰ ਜਾਂ ਹੋਰ ਕਾਉਂਸਲਰਸ ਨੂੰ ਤੁਸੀਂ
ਟਾਈਮ ਸਿਰ ਨਾ ਲਿਆਉਂਦੇ ਰਹੋ ਇਸ ਮੰਚ ਦੇ ਉੱਤੇ, ਤਾਂ ਕਿ ਸਰੋਤੇ ਜਿਹੜੇ ਨੇ ਤੁਹਾਡੇ ਉਹ ਆਪਣੇ ਇਸ਼ੂ ਇਹਨਾਂ ਦੇ ਸਾਹਮਣੇ ਪੇਸ਼ ਕਰਦੇ ਰਹਿਣ। ਬਿਲਕੁਲ ਜੀ, ਮੈਂ ਇਸ ਗੱਲ ਦਾ ਮੰਨ ਜੀ ਕਿ ਬਹੁਤ ਐਕਸੈਸਿਬਲ ਨੇ। ਜਦ ਵੀ ਮਨਦੀਪ ਹੋਰਾਂ ਨੂੰ ਮਿਸਟਰ ਨਾਗਰਾ ਨੂੰ ਕਹਿਣਾ ਜਦੋਂ ਉਹ ਆਉਂਦੇ ਨੇ ਤੇ ਆਪਣੇ ਵੱਲੋਂ ਉਹ ਪਹਿਲੀ ਵਾਰ ਬਣੇ ਨੇ ਤੇ ਬਹੁਤ ਜਲਦੀ ਉਹਨਾਂ ਨੇ ਅਡੈਪਟ ਕੀਤਾ ਤੇ ਆਪਣੇ ਵੱਲੋਂ ਵੱਧ ਤੋਂ ਵੱਧ ਸਰਵ ਕਰ ਰਹੇ ਨੇ ਆਪਣੇ ਲੋਕਾਂ ਨੂੰ। ਤੇ ਉਹ ਇਕੱਲੇ ਨੇ 2 ਲੱਖ ਬੰਦਿਆਂ ਦੇ ਗੱਲਾਂ ਬਾਤਾਂ ਪੁੱਛਣੀਆਂ ਉਹਨਾਂ ਨੂੰ ਕਰਨੀਆਂ, ਉਹ ਫਿਰ ਵੀ ਕੋਸ਼ਿਸ਼ ਕਰਦੇ। ਅੱਛਾ ਜੀ, ਪਹਿਲੇ 1 ਬਾਈ 1 ਹੀ ਧਰਮ ਸਿੰਘ ਉਹਨਾਂ ਦਾ ਸੀ ਕਿ ਰਾਈਟ ਆਫ ਵੇ ਉਹ ਘਰ ਬਣਾ ਰਹੇ ਨੇ ਇੱਕ ਫਾਰਮ 'ਚ ਕਿ ਉਹ ਰਾਈਟ ਆਫ ਵੇ ਸਰੀ ਕਿਉਂ ਭਾਲਦੀ ਹੈ। ਦੂਸਰਾ ਸਪੀਡ ਬੰਪ ਦਾ ਕੀ ਸਿਸਟਮ ਕੀ ਹੈ ਵੀ ਸਪੀਡ ਬੰਪ ਕਿਵੇਂ ਅਸੀਂ ਬਣਾ ਸਕਦੇ ਹਾਂ ਏਰੀਆ 'ਚ ਕਿਤੇ ਵੀ। ਤੀਸਰਾ ਮਾਲ ਸਾਹਿਬ ਦੀ ਗੱਲ ਜਿਹੜੀ ਵੀ ਉਹ ਤੇ ਉਹਦੇ 'ਚ ਮੈਂ ਇੱਕ ਐਡ ਕਰਨਾ ਚਾਹੁੰਦਾ ਜੀ, ਇੱਕ ਮੈਂ ਇਸ ਗੱਲ ਤੋਂ ਬੜਾ ਚਿੰਤਾ ਹੋ ਰਿਹਾ ਕਿ ਜਿਹੜਾ ਸਾਡਾ ਵਰਕਮੈਨਸ਼ਿਪ ਆ ਨਾ ਜੀ ਉਹ ਬਹੁਤ ਘੱਟ ਰਹੀ ਹੈ ਤੇ ਵਧੀਆ ਜਿਹੜੇ ਸਿੱਖਿਅਤ BCIT 'ਚੋਂ ਪੜ੍ਹ ਕੇ ਆ ਕੇ ਸਾਡੇ ਟ੍ਰੇਡਸਮੈਨ ਨੇ ਉਹਨਾਂ ਦਾ ਕੰਮ ਘੱਟ ਰਿਹਾ। ਖਾਸ ਤੌਰ ਤੇ ਪਲੰਬਿੰਗ ਵਾਲੇ, ਇੱਕ ਤਾਂ ਪਲੰਬਿੰਗ ਉਹ ਨੇ ਜਿਹੜੇ BCIT ਤੋਂ ਕੋਰਸ ਕਰਕੇ ਆਏ ਨੇ, ਇਲੈਕਟ੍ਰੀਸ਼ੀਅਨ ਉਹ ਨੇ, ਕੁਛ ਉਹ ਨੇ ਵੀ ਜਿਹੜੇ ਬੈਠੇ $500 ਲੈ ਕੇ ਪਰਮਿਟ ਲੋਕਾਂ ਦੇ ਕਢਾ ਕੇ ਨਵੇਂ ਸਿੱਖੇ ਹੋਏ ਬੰਦਿਆਂ ਨੂੰ ਗੈਸ ਫਿਟਿੰਗ ਤੇ ਪਲੰਬਿੰਗ ਤੇ ਇਲੈਕਟ੍ਰੀਕਲ ਤੇ ਲਾ ਰਹੇ। ਸੋ ਇਹਦੇ ਲਈ ਸ਼ਹਿਰ ਨੂੰ ਕੀ ਇਹ 1 ਬਾਈ 1 ਪਲੀਜ਼ ਦੱਸਿਓ। ਹਾਂਜੀ, ਸੋ ਮੈਂ ਇਹ ਤੁਹਾਡੇ ਕੁਐਸਚਨਸ ਰਿਸਪੈਕਟਿਵਲੀ ਦੱਸਦਾ ਕਿ ਜਿਹੜਾ ਪਹਿਲਾਂ ਸੀਗਾ ਰਾਈਟ ਆਫ ਵੇ ਦਾ ਜਿਹੜਾ ਇਨ ALR ਪ੍ਰੋਪਰਟੀਜ਼। ਅੱਛਾ, ਇੱਕ ਤੇ ਪਹਿਲਾਂ ਕਿ ਜਿਹੜੀ ALR ਪ੍ਰੋਪਰਟੀਜ਼ ਆ ਇਹ ਲੈਂਡ ਕਮਿਸ਼ਨ ਇਹਨਾਂ ਪ੍ਰੋਪਰਟੀਜ਼ ਨੂੰ ਰੈਗੂਲੇਟ ਕਰਦੇ ਆ। ਸਿਟੀ ਆਫ ਸਰੀ ਜਸਟ ਫੋਲੋ ਕਰਦੀ ਆ ਜਿਹੜੀਆਂ ਗਾਈਡਲਾਈਨਸ ਆਉਂਦੀਆਂ। ਫੋਰ ਐਗਜ਼ਾਮਪਲ ਜਿੱਦਾਂ ਬਿੱਲ 52 ਆਇਆ, ਉਹਨਾਂ ਨੇ ਕਹਿਤਾ ਕਿ 5400 ਸਕੁਅਰ ਫੀਟ ਘਰ ਬਣ ਸਕਦਾ ALR ਦੇ ਵਿੱਚ, ਉਸ ਤੋਂ ਅੱਗੇ ਨਹੀਂ ਬਣ ਸਕਦਾ। ਸੋ ਸਿਟੀ ਆਫ ਸਰੀ ਉਹਨੂੰ ਫੋਲੋ ਕਰ ਰਹੀ ਹੈ। ਪਹਿਲੇ 10,000 12,000 ਉਹ ਬਣ ਦੇ ਰਹੇ ਸੀਗੇ ਘਰ ਤੋਂ ਸਿਟੀ ਆਫ ਸਰੀ ਉਹ ਉੱਦਾਂ ਇੰਪਲੀਮੈਂਟ ਕਰ ਰਹੀ ਸੀਗੀ। ਸੋ ਜਿਹੜਾ ਰਾਈਟ ਆਫ ਵੇ ਦਾ ਇਸ਼ੂ ਹੈ, ਜਦੋਂ ਮੋਸਟਲੀ ਆਪਾਂ ਕੀ ਹੁੰਦਾ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਮੈਜੋਰਿਟੀ ਆਫ ਦਾ ਜਿਹੜੇ ਫਾਰਮਸ ਹੈ ਜਿੱਥੇ ਵੱਡੇ ਘਰ ਬਣੇ ਹੋਏ ਆ ਉੱਥੇ ਜਿਹੜੇ ਲੋਕ ਫਾਰਮਿੰਗ ਕਰ ਰਹੇ ਆ ਉਹਨਾਂ ਨੇ ਪਿੱਛੇ ਲੀਜ਼ ਤੇ ਫਾਰਮ ਦਿੱਤੇ ਹੋਏ ਆ। ਸੋ ਉਹਨਾਂ ਨੂੰ ਜਦੋਂ ਤੁਸੀਂ ਲੀਜ਼ ਤੇ ਫਾਰਮ ਦੇ ਦਿੰਦੇ ਹੋ ਉਹ ਤੁਹਾਡੇ ਵਾਸਤੇ ਜਸਟ ਬਹੁਤ ਈਜ਼ੀ ਹੋ ਜਾਂਦਾ ਫਾਰਮਰ ਵਾਸਤੇ ਵੀ ਜਿਨ੍ਹਾਂ ਨੇ ਪਿੱਛੇ ਫਾਰਮਿੰਗ ਕਰਨੀ ਹੈ। ਜਦੋਂ ਉਹਨਾਂ ਦੇ ਕੋਲ ਆਪਣਾ ਡਰਾਈਵੇ ਦਾ ਐਕਸੈਸ ਹੈਗਾ ਆ ਉਹ ਪਿੱਛੇ ਜਾ ਕੇ ਆਪਣੇ ਫਾਰਮ ਨੂੰ ਐਕਸੈਸ ਕਰ ਸਕਦੇ ਆ ਐਂਡ ਲੀਗਲੀ ਕਰ ਸਕਦੇ। ਉਹ ਇਨ ਪੇਪਰ ਸਾਰਾ ਕੁਝ ਹੋ ਜਾਂਦਾ। ਰਾਈਟ ਆਫ ਵੇ ਉਹ ਫਾਰਮਰਸ ਵਾਸਤੇ ਉਹ ਸਿਟੀ ਆਫ ਸਰੀ ਜਿਹੜੇ ਤੁਹਾਡੇ ਤੋਂ ਸਾਈਨ ਕਰਵਾਉਂਦੀ, ਕਿਉਂਕਿ ਸਿਟੀ ਕਦੇ ਵੀ ਨਹੀਂ ਚਾਹੁੰਦੀ ਕਿ ਤੁਸੀਂ ਫਾਰਮ ਲੈਂਡ ਦੇ ਵਿੱਚ ਜਸਟ ਘਰ ਬਣਾ ਕੇ, ਜਾਂ ਪ੍ਰੋਵਿੰਸ ਕਦੇ ਨਹੀਂ ਚਾਹੁੰਦੀ ਕਿ ਜਸਟ ਘਰ ਬਣਾ ਕੇ ਤੁਸੀਂ ਉੱਥੇ ਬੈਠੋ, ਉੱਥੇ ਕੋਈ ਫਾਰਮਿੰਗ ਨਾ ਕਰੋ। ਫਿਰ ਉਹਦੇ ਨਾਲ ਜਿਹੜੇ ਤੁਹਾਡੇ ਟੈਕਸਿਸ ਆ ਪ੍ਰੋਪਰਟੀ ਟੈਕਸ ਉਹ ਵੀ ਫਿਰ ਤੁਹਾਨੂੰ ਰੈਜ਼ੀਡੈਂਸ਼ੀਅਲ ਲੋਟਸ ਵਰਗੇ ਅਪਲਾਈ ਹੋਣੇ ਸਟਾਰਟ ਹੋ ਜਾਂਦੇ। ਸੋ ਉਹਨੂੰ ਅਵੋਇਡ ਕਰਨ ਵਾਸਤੇ ਤੇ ਫਾਰਮਿੰਗ ਨੂੰ ਕੰਟੀਨਿਊ ਕਰਨ ਵਾਸਤੇ ਜਿਹੜਾ ਪ੍ਰੋਪਰ ਫਾਰਮ ਦਾ ਐਕਸੈਸ ਆ ਉਹ ਸਿਟੀ ਲੈਂਦੀ ਤੇ ਉਹਦੇ ਲਈ ਇਹ ਸਾਈਨ ਕਰਵਾਏ ਜਾਂਦੇ ਆ। ਸੋ ਇੱਕ ਰੈਸ਼ਨਲ ਹੈਗਾ। ਸੋ ਦੂਸਰਾ ਜਿਹੜਾ ਹੈਗਾ ਸਪੀਡ ਬੰਪਸ ਦਾ, ਉਹਦੇ ਲਈ ਸਿਟੀ ਆਫ ਸਰੀ ਦੀ ਇੱਕ ਵੈਬਸਾਈਟ ਤੇ ਇੱਕ ਪਟੀਸ਼ਨ ਫਾਰਮ ਹੈਗਾ ਆ। ਤੁਸੀਂ ਮੈਂ ਆਈ ਡੋਨਟ ਨੋ ਹਾਊ ਮੈਨੀ ਸਟਰੀਟਸ ਤੇ ਮੈਂ ਕਿੰਨੇ ਇੱਥੇ ਸਪੀਡ ਬੰਪਸ ਆਲਰੇਡੀ ਲੱਗ ਗਏ ਆ ਜਿਨ੍ਹਾਂ ਨੇ ਪਟੀਸ਼ਨ ਸਾਈਨ ਕੀਤੀ। ਕਿਉਂਕਿ ਇੱਕ ਸਾਡੇ ਨਾਲ 2 ਵੀਕ ਪਹਿਲੇ ਇੱਕ ਕੇਸ ਹੋਇਆ ਕਿ ਇੱਕ ਪ੍ਰੋਪਰਟੀ ਤੇ ਜਦੋਂ ਸਿਟੀ ਆਫ ਸਟਾਫ ਉੱਥੇ ਪਹੁੰਚਿਆ ਇੱਕ ਸਟਰੀਟ ਤੇ ਸਪੀਡ ਹੰਪਸ ਵਾਸਤੇ, ਤੇ ਉੱਥੋਂ 2 ਨੇਬਰਸ ਆ ਗਏ। ਉਹ ਕਹਿੰਦੇ ਕਿ ਤੁਸੀਂ ਇਹ ਕੀ ਕਰ ਰਹੇ ਹੋ, ਅਸੀਂ ਤੇ ਕਦੀ ਡਿਮਾਂਡ ਹੀ ਨਹੀਂ ਕੀਤੀ। ਸੋ ਹੁਣ ਪ੍ਰੋਪਰ ਜਿੰਨਾ ਚਿਰ ਪਟੀਸ਼ਨ ਤੁਸੀਂ ਦਿੰਦੇ ਨਹੀਂ, ਕਿਉਂਕਿ ਹੋ ਸਕਦਾ ਕਿ ਤੁਸੀਂ ਚਾਹੁੰਦੇ ਹੋ ਤੁਹਾਡੇ ਨੈਕਸਟ ਡੋਰ ਨੇਬਰਸ ਨਹੀਂ ਚਾਹੁੰਦੇ ਹੋਣਗੇ। ਸੋ ਪ੍ਰੋਪਰ ਪਟੀਸ਼ਨ ਜਿਹੜੀ ਆ ਉਹ ਤੁਸੀਂ ਸਾਈਨ ਕਰਵਾ ਕੇ ਸਾਰੇ ਓਨਰਸ ਤੋਂ ਨਹੀਂ ਦਿੰਦੇ ਓਨਰ ਟਾਈਮ, ਉਹ ਸਿਟੀ ਆਫ ਸਟਾਫ ਉੱਥੇ ਆ ਕੇ ਕੋਈ ਵੀ ਐਕਸ਼ਨ ਨਹੀਂ ਲਊਗਾ। ਸੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ। ਇੱਕ ਵਾਰ ਤੁਸੀਂ ਸਾਰੇ ਓਨਰਸ ਤੇ ਸਾਈਨ ਕਰਵਾ ਲਓ, ਉਹਨਾਂ ਦੇ ਫੋਨ ਨੰਬਰ ਦੇ ਦਿਓ, ਉਹਨਾਂ ਦਾ ਨਾਂ ਦੇ ਦਿਓ। ਉਸ ਤੋਂ ਬਾਅਦ ਜਿਹੜਾ ਆ ਐਪਲੀਕੇਸ਼ਨ ਮੈਂ ਸਿਟੀ ਆਫ ਸਰੀ ਦੇ ਵਿੱਚ ਮੈਂ ਆਪ ਕਰਕੇ ਉੱਥੇ ਉਹ ਕਰਵਾ ਸਕਦਾ ਆ। ਸੋ ਬਟ ਉਹਦੇ ਲਈ ਪ੍ਰੋਪਰ ਜਿਹੜੀ ਅਪਰੂਵਲ ਆ ਸਾਰੇ ਓਨਰਸ ਤੋਂ ਜ਼ਰੂਰੀ ਆ ਜੀ। ਤੇ ਦੂਸਰਾ ਵੀਡੀਓ ਇੰਸਪੈਕਸ਼ਨ ਦਾ। ਹਾਂਜੀ, ਸੋ ਵੀਡੀਓ ਇੰਸਪੈਕਸ਼ਨ ਦੀ ਜਿਹੜੀ ਮੇਰੀ ਰੈਕਮੈਂਡੇਸ਼ਨ ਸੀ ਕਿ ਉਹ ਓਨਲੀ ਫਾਊਂਡੇਸ਼ਨ ਤੇ ਸੀਗੀ। ਤੁਸੀਂ ਹੋਰ ਮਿਊਨਿਸਪੈਲਿਟੀਜ਼ ਦੇ ਵਿੱਚ ਵੀ ਹੁਣ ਜਾਓ ਇਸ ਟਾਈਮ ਤੁਸੀਂ ਦੇਖੋ। ਫੋਰ ਐਗਜ਼ਾਮਪਲ ਮੈਂ ਡੈਲਟਾ ਦਾ ਲੈਣਾ ਕਿ ਜਿਹੜੀਆਂ ਫਾਊਂਡੇਸ਼ਨ ਦੀ ਇੰਸਪੈਕਸ਼ਨ ਤੇ ਉਹ ਨਹੀਂ ਕਰ ਰਿਹਾ। ਉਹ ਕਹਿੰਦੇ ਕਿ ਤੁਹਾਡਾ ਸਰਵੇਅਰ ਦਾ ਲੈਟਰ, ਤੁਹਾਡੇ ਜੀਓਟੈਕ ਦਾ ਲੈਟਰ ਤੇ ਤੁਹਾਡੇ ਇੰਜੀਨੀਅਰ ਦਾ ਲੈਟਰ ਤੁਸੀਂ ਦਿਓ ਤੇ ਤੁਸੀਂ ਉਹਨਾਂ ਨੂੰ ਈਮੇਲ ਭੇਜੋ, ਉਹ ਤੁਹਾਨੂੰ ਈਮੇਲ ਬੈਕ ਕਰ ਦਿੰਦੇ ਕਿ ਯੂ ਆਰ ਗੁੱਡ ਟੂ ਪੋਰ। ਹੁਣ ਮੋਸਟਲੀ ਫਾਊਂਡੇਸ਼ਨ ਦੇ ਟਾਈਮ ਤੇ ਕੀ ਹੁੰਦਾ ਕਿ ਜਿਹੜੀਆਂ ਕੰਪਲੇਂਟਸ ਆਈਆਂ ਪਿਛਲੇ 1 ਸਾਲ ਦੇ ਵਿੱਚ, ਉਹ ਕਹਿੰਦੇ ਕਿ ਚਾਹੇ ਲੌਂਗ ਵੀਕਐਂਡ ਆ ਗਿਆ, ਚਾਹੇ ਰੈਗੂਲਰ ਵੀਕਐਂਡ ਆ ਗਿਆ, ਚਾਹੇ ਉੱਦਾਂ ਥਰਸਡੇ ਆ ਗਿਆ, ਕਿ ਉਹਨਾਂ ਨੇ ਆਪਣਾ ਕੰਕਰੀਟ ਐਂਡ ਪੰਪ ਐਂਡ ਪਲੇਸਰਸ ਔਰ ਸਾਰਾ ਲਾਈਨ ਅਪ ਕੀਤਾ। ਐਟ ਦ ਸੇਮ ਟਾਈਮ ਉੱਥੇ ਇੰਸਪੈਕਟਰ ਪਹੁੰਚ ਨਹੀਂ ਰਿਹਾ।
ਫਾਊਂਡੇਸ਼ਨ ਦੀ ਇੰਸਪੈਕਸ਼ਨ ਕਰਨ ਵਾਸਤੇ। ਉਹਨਾਂ ਕੋਲ ਸਾਰੀਆਂ ਅਪਰੂਵਲ, ਸਰਵੇਅਰ ਦੀ ਅਪਰੂਵਲ ਹੈਗੀ, ਸਾਰਾ ਕੁਛ ਹੈਗਾ। ਸੋ ਇਹਦੇ ਨਾਲ ਕੀ ਹੋ ਜਾਊਗਾ ਕਿ ਜਿਹੜੀਆਂ ਉਹ ਵੀਡੀਓ ਕਾਲ ਕਰਕੇ ਉਹ ਆਪਣੀ ਪਹਿਲੇ ਤੋਂ ਸਾਰੇ ਡਾਕੂਮੈਂਟ ਸਬਮਿਟ ਕਰਨਗੇ ਈਮੇਲ ਦੇ ਵਿੱਚ, ਸਾਰੇ ਉਹ ਸਰਵੇਅਰ ਤੇ ਜਦੋਂ ਸਾਰੇ ਪ੍ਰੋਫੈਸ਼ਨਲ ਤੁਹਾਨੂੰ ਰਾਈਟ ਆਫ ਕਰ ਰਹੇ ਆ। ਸੋ ਪਲੱਸ ਔਨ ਟਾਪ ਆਫ ਦੈਟ ਇੰਸਪੈਕਟਰ ਵੀਡੀਓ ਕਾਲ ਚੈੱਕ ਕਰਕੇ ਦੇਖ ਰਿਹਾ ਕਿ ਹਾਂਜੀ ਐਕਚੁਅਲੀ ਡਨ, ਤੇ ਫਿਰ ਉਹ ਆਪਣੀ ਅਪਰੂਵਲ ਦੇ ਸਕਦੇ ਕਿ ਹਾਂਜੀ ਯੈਸ ਯੂ ਕੈਨ ਗੋ ਹੈਡ ਐਂਡ ਮੂਵ ਫੋਰਵਰਡ ਵਿਦ ਪੋਰਿੰਗ ਐਂਡ ਆਲ ਦੈਟ। ਸੋ ਇੱਦਾਂ ਦੀਆਂ ਜਿਹੜੀਆਂ ਇੰਸਪੈਕਸ਼ਨਸ ਆ ਉਹਨਾਂ ਦੀ ਜਸਟ ਵੀਡੀਓ ਕਾਲ ਆ। ਮੈਂ ਕਦੇ ਵੀ ਰਿਕਮੈਂਡ ਨਹੀਂ ਕਰੂੰਗਾ ਕਿ ਤੁਸੀਂ ਫਰੇਮ ਦੀ ਜਾਂ ਕੋਈ ਪਲੰਬਿੰਗ ਦੀ ਜਾਂ ਇਲੈਕਟ੍ਰਿਕ ਦੀ ਇੰਸਪੈਕਸ਼ਨਸ ਜਿਹੜੀਆਂ ਤੁਸੀਂ ਉਹ ਵੀਡੀਓ ਕਾਲ ਦੇ ਵਿੱਚ ਕਰੋ, ਕਿਉਂਕਿ ਉਹਨਾਂ ਦੇ ਵਿੱਚ ਬਹੁਤ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਮਿਸ ਹੋ ਸਕਦੀਆਂ, ਇੰਸਪੈਕਟਰਸ ਮਿਸ ਕਰ ਸਕਦੇ ਆ। ਸੋ ਉਹਨਾਂ ਨੂੰ ਅਸੀਂ ਕਦੇ ਵੀ ਰਿਕਮੈਂਡ ਨਹੀਂ ਕਰਾਂਗੇ। ਜਸਟ ਜਿਹੜੀਆਂ ਸਿੰਪਲ ਇੰਸਪੈਕਸ਼ਨਸ ਆ ਇਹ ਜਸਟ ਉਹਨਾਂ ਵਾਸਤੇ ਰਿਕਮੈਂਡੇਸ਼ਨ ਸੀ। ਤੇ ਨਾਲ ਆਪਣਾ ਜਿਹੜੇ ਸਪੀਡ ਬੰਪਸ ਨੇ ਉਹਨਾਂ ਦੀ ਗੱਲ। ਹਾਂਜੀ ਉਹਨਾਂ ਦਾ ਮੈਂ ਜਿਵੇਂ ਦੱਸਿਆ ਕਿ ਪ੍ਰੋਪਰ ਪਟੀਸ਼ਨ ਫਾਰਮ ਜਿਹੜਾ ਤੁਸੀਂ sari.ca ਤੇ ਤੁਸੀਂ ਪਟੀਸ਼ਨ ਉਹ ਤੁਸੀਂ ਸਾਈਨ ਕਰਵਾ ਕੇ, ਉਹ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਵਾਰ ਇੱਦਾਂ ਹੋ ਹਟਿਆ ਕਿ ਨੇਬਰਸ ਕਹਿ ਰਹੇ ਕਿ ਅਸੀਂ ਤੇ ਕਦੀ ਡਿਮਾਂਡ ਹੀ ਨਹੀਂ ਕੀਤੀ, ਤੁਸੀਂ ਕਿਉਂ ਲਾਏ ਸਾਡੀ ਸੀਟ ਤੇ। ਠੀਕ ਜੀ। ਸੋ ਸਾਰੇ ਨੇਬਰਹੁੱਡ ਦੀ ਅਪਰੂਵਲ ਬਹੁਤ ਜ਼ਰੂਰੀ ਹੈ। ਤੁਸੀਂ ਜੇ ਤੁਹਾਡੇ ਕੋਲ ਫਾਰਮ ਨਹੀਂ ਡਾਊਨਲੋਡ ਕਰਕੇ ਤੁਸੀਂ ਪ੍ਰਿੰਟ ਕਰਕੇ ਨਹੀਂ ਦੇ ਸਕਦੇ, ਤੁਸੀਂ ਜਸਟ ਇੱਕ ਪਲੇਨ ਪੀਸ ਆਫ ਪੇਪਰ ਤੇ ਤੁਸੀਂ ਨੇਬਰਸ ਦੇ ਨਾਂ, ਐਡਰੈਸ ਤੇ ਫੋਨ ਨੰਬਰ ਤੇ ਸਾਈਨ ਉਹਨਾਂ ਦੇ ਕਰਵਾ ਕੇ ਤੁਸੀਂ ਮੈਨੂੰ ਦੇ ਦਿਓ, ਮੈਂ ਆਪਣੇ ਆਪ ਉਹ ਸਬਮਿਟ ਕਰਵਾ ਦੂੰਗਾ। ਮੈਨੂੰ ਹੋਰ ਤੁਹਾਡੇ 5 ਮਿੰਟ ਚਾਹੀਦੇ ਨੇ, 2 ਕਾਲਰ ਨੇ, ਇਹਨਾਂ ਦੀ ਵੀ ਸੁਣਨੀ ਹੈ ਜੀ। ਹੁਣ ਗਗਨ ਚੀਮਾ ਜੀ, ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਕਿ ਆਪਣੀ ਓਲਡ ਜੀਲ ਰੋਡ ਜਿਹੜੀ ਆ ਸਕਾਟ ਰੋਡ ਤੋਂ ਲੈ ਕੇ 17 ਹਾਈਵੇ ਦੇ ਵਿੱਚ, ਉਹ ਬਹੁਤ ਜ਼ਿਆਦਾ ਟੁੱਟੀ ਆ। ਜਦੋਂ ਮੈਂ ਆਨਲਾਈਨ ਜਾ ਕੇ ਕੰਪਲੇਂਟ ਕਰਦਾ ਉਹ ਕਹਿੰਦੇ ਸਿਟੀ ਆਫ ਸਰੀ ਦੇ ਵਿੱਚ ਆਉਂਦੀ ਨਹੀਂ ਹੈ। ਤੇ ਇੱਕ ਬਹੁਤ ਸੋਹਣਾ ਐਪ ਸੀਗਾ ਪਿਛਲੇ ਸਾਲ ਚੱਲਦਾ, ਸਰੀ ਮਾਈ ਰਿਕੁਐਸਟ, ਉਹ ਪਿਛਲੇ ਸਾਲ ਦਾ ਬੰਦ ਕਰਤਾ ਜੀ। ਉਹ ਜਿਹੜੇ ਗਾਰਬੇਜ ਥੱਲੇ ਆ ਜਾਂ ਮਾੜੀ ਮੋਟੀ ਸੜਕ ਟੁੱਟੀ ਉਹਦੀ ਕੰਪਲੇਂਟ ਕਰ ਲਈ ਸੀ, ਉਹ ਬੰਦ ਆ ਐਪ। ਪਤਾ ਨਹੀਂ ਕਿਹੜੀ ਗੱਲੋਂ ਬੰਦ ਕਰਤਾ ਜੀ ਇਹਨਾਂ ਨੇ, ਉਹਦੇ ਬਾਰੇ ਆਨਸਰ ਦੇ ਦਿਓ ਬਸ। ਪੁੱਛਦਾ ਜੀ ਗੁਲਜਾਰ ਸਿੰਘ ਜੀ, 5। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ, ਮੈਂ ਤੁਹਾਨੂੰ ਬਤਾਈ ਤੇ ਨਾਗਰਾ ਸਾਹਿਬ ਨੂੰ ਵੀ ਅਪਰੀਸ਼ੀਏਟ ਕਰਦੇ ਹਾਂ, ਅਪਡੇਟ ਕਰ ਰਿਹਾ। ਥੈਂਕ ਯੂ ਜੀ। ਇੱਕ ਕੁਐਸਚਨ ਹੈ, ਇਹ ਹੈ ਨਾਗਰਾ ਸਾਹਿਬ, ਜੇ ਤੁਸੀਂ ਕਹਿੰਦੇ ਹੋ ਵੀ ਜਦੋਂ ਅਪਗ੍ਰੇਡ ਕਰਦੇ ਹੋ ਸੋਰਸ ਬੇਸ ਰੇਸ਼ੋ, ਤੁਸੀਂ ਤਾਂ ਪੈਸੇ ਲੈਂਦੇ ਹੋ ਹੈ ਨਾ 70%, ਜਦੋਂ ਡਾਊਨਗ੍ਰੇਡ ਕਰਦੇ ਹੋ ਫਿਰ ਉਹਨਾਂ ਨੂੰ ਦਿੰਦੇ ਹੋ। ਇਹ ਤੁਸੀਂ ਪ੍ਰਾਪਰਟੀ ਆ 104 C35 ਜ਼ੋਨਿੰਗ ਹੈ ਕਰੋਂ ਦੀ, ਤੇ ਤੁਸੀਂ ਉਹਨੂੰ ਉਸ ਹਿੱਸੇ ਨੂੰ ਡਾਊਨਗ੍ਰੇਡ ਕਰ ਰਹੇ ਹੋ, ਬਿਲਡਿੰਗ ਬਣ ਗਈਆਂ। ਉਹ ਜਿਹੜੇ ਟੈਕਸ ਪੇਅਰ ਨੇ ਉਹ ਪੇ ਤਾਂ ਕਰਦੇ ਨੇ C35 ਜ਼ੋਨਿੰਗ ਦਾ ਕਦੋਂ ਦੇ, ਤੁਸੀਂ ਉਹਨੂੰ ਅਪਗ੍ਰੇਡ ਲੋਗ੍ਰੇਡ ਕਰਤਾ, ਫਿਰ ਉਹਨਾਂ ਨੂੰ ਕੰਪਨਸੇਟ ਕਰੋ। ਇਹ ਮੇਰਾ ਕੁਐਸਚਨ ਹੈ। ਠੀਕ ਹੈ ਅਗਰ ਸਾਹਿਬ, ਜਿਹੜੀ FSR ਵਧਣ ਤੇ 75% ਆਪਾਂ ਲੈਂਦੇ ਹਾਂ। ਵਿਨਿੰਗ ਸਾਹਿਬ ਬੜੇ ਜਿਹੜੇ ਵੈਟਰਨ ਸਾਡੇ ਰੀਲਟਰ ਨੇ, ਗੁਲਜ਼ਾਰ ਡਾਕਟਰ ਸਾਹਿਬ, ਉਹ ਹੈ ਵੀ ਜਿੱਥੇ ਨਹੀਂ ਐਕਸਪੈਕਟੇਸ਼ਨ ਤੇ ਬਣਦੀ ਵੀ ਉਹਦਾ ਕੁਛ ਮਿਲੂਗਾ। ਫਿਰ ਜਿੱਥੇ ਐਕਸਪੈਕਟੇਸ਼ਨ ਤੇ ਨਹੀਂ ਬਣੇ, ਦੇਖੋ ਉਹ ਤਾਂ ਸਪੈਕੂਲੇਸ਼ਨ ਆ, ਪਰ ਡਿਵੈਲਪਰ ਆਪ ਆਪਣਾ ਰਿਸਕ ਲੈ ਰਿਹਾ ਕਿ ਮੇ ਬੀ ਇੱਥੇ ਕੁਛ ਬਣ ਜਾਊਗਾ, ਬਟ ਸਿਟੀ ਨੇ ਕਦੇ ਵੀ ਉੱਥੇ ਕੋਈ ਪ੍ਰੋਮਿਸ ਨਹੀਂ ਕੀਤਾ ਹੁੰਦਾ ਕਿ ਹਾਂਜੀ 100% ਇੱਥੇ ਆ ਬਣੂਗਾ, ਰਾਈਟ। ਸੋ ਉਹ ਇੱਕ ਆਪਣਾ ਬਿਜ਼ਨਸ ਦਾ ਆਪਣਾ ਆਪਣੇ ਰਿਸਕਸ ਹੁੰਦੇ ਆ ਕਿ ਹਾਂਜੀ ਇੱਥੇ ਆਪਾਂ ਟਰਾਈ ਕਰਕੇ ਦੇਖ ਲੈਂਦੇ, ਪਰ ਜੇ ਨਹੀਂ ਬਣ ਰਿਹਾ ਉਹਦੇ ਵਿੱਚ ਕਿਸੇ ਨੇ ਕੋਈ ਪ੍ਰੋਮਿਸ ਨਹੀਂ ਕੀਤਾ। ਸੋ ਮੈਨੂੰ ਲੱਗਦਾ ਨਹੀਂ ਕਿ ਉਹ ਡਿਵੈਲਪਰਸ ਨੂੰ, ਬਿਲਡਰਸ ਨੂੰ, ਸਿਟੀ ਨੂੰ ਕੋਈ ਕੰਪਨਸੇਟ ਕਰਨਾ ਚਾਹੀਦਾ ਉਹਦੇ ਵਿੱਚ। ਤੇ ਜਿਹੜਾ ਦੂਸਰਾ ਜਿਹੜਾ ਐਪ ਦਾ ਕੁਐਸਚਨ ਸੀਗਾ, ਉਹਨਾਂ ਨੇ ਦੇਖੋ ਉਹ ਐਪ ਇਸ ਕਰਕੇ ਬੰਦ ਹੋਈ ਸੀ ਕਿਉਂਕਿ ਇੱਕ ਨਵੀਂ ਵਰਜਨ ਅਸੀਂ ਐਪ ਸੀ, ਰਾਈਟ ਵੇ, ਉਹ ਬੰਦ ਕਰਨ ਤੋਂ ਪਹਿਲਾਂ ਦੂਸਰੀ ਐਪ ਸਟਾਰਟ ਕਰ ਦਿੱਤੀ ਸੀ, ਉਹ ਹੈ ਕਿ ਮਾਈ ਸਰੀ ਐਪ। ਤੇ ਉਹਦੇ ਵਿੱਚ ਹੋਰ ਬਹੁਤ ਜ਼ਿਆਦੀਆਂ ਆਪਸ਼ਨਸ ਹੈਗੀਆਂ ਆ ਜਿਹੜੀਆਂ ਤੁਸੀਂ ਉੱਥੇ ਕਰ ਸਕਦੇ, ਇਨਕਲੂਡਿੰਗ ਤੁਹਾਡੇ ਪੋਟ ਹੋਲਸ ਆ, ਤੁਹਾਡੇ ਰੋਡ ਟੁੱਟੇ ਆ, ਗਾਰਬੇਜ ਹੈਗਾ, ਤੁਹਾਡੀ ਡਿਚ ਘਰ ਦੇ ਸਾਹਮਣੇ ਕਲੀਨ ਨਹੀਂ ਹੋਈ, ਐਂਡ ਇਨਕਲੂਡਿੰਗ ਜਸਟ ਵਿਦਿਨ ਫਿਊ ਵੀਕਸ ਜਿਹੜੀਆਂ ਬਿਲਡਿੰਗ, ਪਲੰਬਿੰਗ, ਇਲੈਕਟ੍ਰਿਕ ਦੀਆਂ ਜਿਹੜੀਆਂ ਇੰਸਪੈਕਸ਼ਨਸ ਹੈਗੀਆਂ ਆ, ਉਹ ਵੀ ਸਾਰੀਆਂ ਮਾਈ ਸਰੀ ਦੀ ਜਿਹੜੀ ਐਪ ਆ ਉਹਦੇ ਤੇ ਤੁਸੀਂ ਜਾ ਕੇ ਉਹ ਇੰਸਪੈਕਸ਼ਨਸ ਵੀ ਬੁੱਕ ਕਰ ਸਕਦੇ ਆ। ਸੋ ਇਹ ਮਾਈ ਸਰੀ ਐਪ ਤੁਸੀਂ ਡਾਊਨਲੋਡ ਕਰ ਲਓ। ਇਹ ਆਲਰੇਡੀ ਪਿਛਲੇ 1 ਸਾਲ ਤੋਂ ਚੱਲ ਰਹੀ ਹੈ। ਤੁਹਾਡੇ ਕੋਈ ਇਲੀਗਲ ਸਾਈਨਸ ਹੈਗੇ ਆ, ਤੁਹਾਨੂੰ ਲੱਗਦਾ ਕਿ ਰੋਡ ਤੇ ਕੋਈ ਇਲੀਗਲ ਸਾਈਨ ਆ, ਤੁਸੀਂ ਉਹਦੇ ਤੇ ਇਹਦੀ ਫੀਚਰ ਹੈਗੀ ਕਿ ਤੁਸੀਂ ਫੋਟੋ ਖਿੱਚ ਕੇ ਉਹ ਤੁਸੀਂ ਐਪ ਤੇ ਪਾ ਦਿਓ, ਉਹ ਨੈਕਸਟ ਡੇ ਆ ਕੇ ਉਹ ਜਿਹੜੇ ਸਾਈਨਸ ਹੈਗੇ ਆ ਜਿਨ੍ਹਾਂ ਦੀ ਤੁਸੀਂ ਕੰਪਲੇਂਟ ਕਰਦੇ ਹੋ ਉਹ ਰਿਮੂਵ ਕਰ ਦਿੰਦੇ ਆ ਕੇ। ਸੋ ਬਹੁਤ ਇਫੈਕਟਿਵਲੀ ਕੰਮ ਕਰ ਰਹੀ ਹੈ, ਇਹਨੂੰ ਹੋਰ ਇੰਪਰੂਵ ਕਰ ਰਹੇ ਹਾਂ ਅਸੀਂ, ਤੇ ਇਹਦੇ ਵਿੱਚ ਜਿਹੜੀਆਂ ਇੰਸਪੈਕਸ਼ਨਸ ਦੀ ਆਪਸ਼ਨਸ ਆ ਉਹ ਵੀ ਐਡ ਕਰ ਰਹੇ ਹਾਂ। ਸੋ ਬਾਈ ਐਂਡ ਹੋਲਡ ਕਰਿਓ ਨਾਗਰਾ ਸਾਹਿਬ, ਹੋਲਡ ਕਰਿਓ, ਹੋਲਡ ਕਰਿਓ ਪਲੀਜ਼। ਆਈਡੀ ਚੱਲਣੀ ਆ ਟਾਪ ਆਫਰ ਦੇ ਵਿੱਚ। ਇੱਕ ਜਨਰਲ ਥੋੜੇ ਜਿਹੇ ਸਵਾਲ ਨੇ ਲੋਕਾਂ ਦੇ। ਇਲੀਗਲ ਡੰਪਿੰਗ ਆ ਜਿਹੜੀ ਲੋਕਾਂ ਦੇ ਗਾਰਬੇਜ ਦੀ, ਇੱਕ
ਸਬਜ਼ੀਆਂ ਮਾੜੀਆਂ ਮਾੜੀਆਂ ਗੱਲਾਂ, ਲੋਕ ਸਬਜ਼ੀਆਂ ਤੋੜ ਕੇ ਲੈ ਜਾਂਦੇ ਆ ਬਾਹਰੋਂ, ਫੁੱਲ ਤੋੜ ਕੇ ਲੈ ਜਾਂਦੇ ਆ। ਇੱਕ ਜਿਹੜੇ ਡੌਗਸ ਨੇ ਉਹਨਾਂ ਨੂੰ ਕਲੀਨ ਨਹੀਂ ਕਰਦੇ, ਉਹਨਾਂ ਤੋਂ ਬਾਅਦ ਉਹਨਾਂ ਦਾ ਜਿਹੜਾ ਉਹ ਇੱਕ ਬਹੁਤ ਵੱਡਾ ਇੱਕ ਇਸ਼ੂ ਹੈ। ਉਹਦੇ ਵਿੱਚ ਸ਼ਹਿਰੀਆਂ ਦੇ ਕੀ ਹੱਕ ਨੇ ਜੀ, ਉਹਦੇ ਬਾਰੇ ਵੀ ਦੱਸਿਓ। ਚਲੋ ਵੈਲ ਤੁਸੀਂ ਬਾਇਲਾਸ ਨੂੰ ਕੰਪਲੇਂਟ ਕਰ ਸਕਦੇ ਕਿ ਜੇ ਆਫਟਰ ਡੌਗ ਜੇ ਕੋਈ ਕਲੀਨ ਨਹੀਂ ਕਰ ਰਿਹਾ, ਪਰ ਅਸੀਂ ਉੱਥੇ ਹਰ ਇੱਕ ਪਾਰਕ ਦੇ ਵਿੱਚ ਸਿਟੀ ਆਫ ਸਰੀ ਨੇ ਸਾਈਨ ਲਾਏ ਹੋਏ ਆ ਕਿ ਤੁਸੀਂ, ਪਰ ਇਹ ਜਿਹੜੀਆਂ ਇਹ ਚੀਜ਼ਾਂ ਹੈ ਕਿ ਕੋਈ ਕਿਸੇ ਦੀਆਂ ਸਬਜ਼ੀਆਂ ਤੋੜ ਰਿਹਾ, ਡੌਗ ਤੋਂ ਬਾਅਦ ਕਲੀਨ ਨਹੀਂ ਕਰ ਰਿਹਾ, ਇਹ ਦੇਖੋ ਸੋਸ਼ਲ ਰਿਸਪੌਂਸਿਬਿਲਿਟੀਜ਼ ਹੈਗੀ। ਆਪਾਂ ਸੁਸਾਇਟੀ ਦੇ ਵਿੱਚ ਕਿੱਦਾਂ ਰਹਿਣਾ, ਉਹ ਸਿਟੀ ਆਫ ਸਰੀ ਤੁਹਾਨੂੰ ਡਿਕਟੇਟ ਨਹੀਂ ਕਰ ਸਕਦੀ ਐਵਰੀ ਸਿੰਗਲ ਥਿੰਗ ਕਿ ਉਹ, ਪਰ ਆਪਣੀਆਂ ਰਿਸਪੌਂਸਿਬਿਲਿਟੀਜ਼ ਹੈਗੀਆਂ ਕਿ ਅਸੀਂ ਇਹ ਸੁਸਾਇਟੀ ਦੇ ਵਿੱਚ ਜਿੱਥੇ ਆਪਾਂ ਰਹਿੰਦੇ ਹਾਂ ਉਹਨੂੰ ਕਲੀਨ ਰੱਖੀਏ ਤੇ ਆਪਾਂ ਦੂਸਰਿਆਂ ਦੇ ਨਾਲ ਮਿਲ ਕੇ ਰਹੀਏ। ਸੋ ਇਹ ਸੋਸ਼ਲ ਚੀਜ਼ਾਂ ਹੈਗੀਆਂ ਇਹਦੇ ਵਿੱਚ ਸਿਟੀ ਆਫ ਸਰੀ। ਜਾਂ ਮੈਨੂੰ ਲੱਗਦਾ ਕਿ ਕੋਈ ਵੀ ਗਵਰਨਮੈਂਟ ਉਹ ਜਿੰਨਾ ਮਰਜ਼ੀ ਟਰਾਈ ਕਰੇ ਉਹ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਨਹੀਂ ਕਰ ਸਕਦੀ, ਬਟ ਹਾਂ ਰਿਕੁਐਸਟ ਜ਼ਰੂਰ ਕਰ ਸਕਦੇ ਆਪਾਂ ਸਾਰੇ ਇੱਦਾਂ ਮਿਲ ਕੇ ਰਹੀਏ। ਜੀ ਬਿਲਕੁਲ। ਇਸ ਸਵਾਲ ਬਹੁਤ ਚਿਰਾਂ ਦੇ ਸੀ ਵੀ ਸਾਡੀਆਂ ਸਬਜ਼ੀਆਂ ਤੋੜ ਗਏ, ਤੇ ਇੱਕ ਵਾਰ ਨਾਗਰਾਜ ਨੂੰ ਪੁੱਛਿਆ ਤਾਂ ਤੁਹਾਨੂੰ ਪੁੱਛਿਆ। ਅੱਛਾ, ਅਖੀਰ ਦੇ ਵਿੱਚ ਧੰਨਵਾਦ, ਤੁਸੀਂ 20 ਮਿੰਟ ਦੀ ਜਗ੍ਹਾ ਮੈਂ ਤੁਹਾਡਾ ਘੰਟਾ ਲੈ ਰਿਹਾ। ਅਖੀਰ 'ਚ ਸੁਣਨ ਵਾਲਿਆਂ ਨੂੰ ਕੁਝ ਹੋਰ ਐਡ ਕਰਨਾ ਚਾਹਾਂ। ਮੈਂ ਇੱਕ ਹੋਰ ਜਿਹੜੀ ਕੱਲ ਬਹੁਤ ਵੱਡੀ ਚੇਂਜ ਜਿਹੜੀ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਉਹ ਆਈ ਆ, ਉਹਦਾ ਵੀ ਥੋੜਾ ਜਿਹਾ ਮੈਂਸ਼ਨ ਕਰਨਾ ਚਾਹੁੰਦਾ ਜਸਟ ਇੱਕ ਮਿੰਟ ਵਾਸਤੇ, ਕਿ ਜਿਹੜਾ ਇਨਵਾਇਰਮੈਂਟਲ ਇਸ਼ੂਜ਼ ਬਹੁਤ ਆਉਂਦੇ ਸੀਗੇ ਆਪਣੇ ਡਿਵੈਲਪਰਸ ਨੂੰ, ਜਿਨ੍ਹਾਂ ਦੇ ਜਿਹੜੀਆਂ ਕ੍ਰੀਕ ਵਾਲੀਆਂ ਪ੍ਰਾਪਰਟੀ ਸੀਗੀਆਂ ਉਹ ਕਹਿੰਦੇ ਸੀ ਕਿ ਉਹ ਗਿਵ ਅਪ ਕਰਦੇ ਅਸੀਂ ਕਿ ਡਿਵੈਲਪ ਕਰ ਹੀ ਨਹੀਂ ਸਕਦੇ। ਸੋ ਉਹਦੇ ਵਿੱਚ ਕੀ ਹੋਇਆ, ਜਿਹੜੀ ਲੈਜਿਸਲੇਸ਼ਨ ਹੈ ਜਿਹੜੀ ਇਨਵਾਇਰਮੈਂਟਲ ਦੀ, ਇਹ ਪ੍ਰੋਵਿੰਸ ਦੀ ਹੈ, ਸਿਟੀ ਦੀ ਕੋਈ ਲੈਜਿਸਲੇਸ਼ਨ ਨਹੀਂ। ਹੋਰ ਵੀ ਮਿਊਨਿਸਪੈਲਿਟੀਜ਼ ਕੀ ਕਰ ਰਹੀਆਂ ਸੀਗੀਆਂ ਕਿ ਉਹ ਕਹਿੰਦੇ ਕਿ ਕੰਸਲਟੈਂਟ ਤੁਸੀਂ ਹਾਇਰ ਕਰੋ, ਕੰਸਲਟੈਂਟ ਉਹ ਤੁਹਾਨੂੰ ਇੱਕ ਲਿਸਟ ਦੇਣਗੇ ਕਿ ਥੀਸ ਆਰ ਦਾ ਥਿੰਗਸ ਵੀ ਆਰ ਲੁਕਿੰਗ ਫॉर, ਤੁਸੀਂ ਉਹ ਪ੍ਰੋਵਾਈਡ ਕਰੂਗਾ ਤੁਹਾਡਾ ਕੰਸਲਟੈਂਟ ਜਿਹੜਾ ਇਨਵਾਇਰਮੈਂਟਲ ਪ੍ਰੋਫੈਸ਼ਨਲ ਤੁਸੀਂ ਹਾਇਰ ਕਰਦੇ ਹੋ। ਸੋ ਉਹਦਾ ਰਿਵਿਊ ਤੁਹਾਡਾ ਸੈਕਿੰਡ ਕੰਸਲਟੈਂਟ ਤੁਸੀਂ ਹਾਇਰ ਕਰੋਗੇ ਉਹਨੂੰ ਰਿਵਿਊ ਕਰਨ ਵਾਸਤੇ, ਉਹ ਦੋਨੋਂ ਕੰਸਲਟੈਂਟਸ ਦੀ ਜਿਹੜੀ ਰਿਪੋਰਟ ਹੈ ਤੁਸੀਂ ਪ੍ਰੋਵਿੰਸ ਨੂੰ ਦਓਗੇ। ਜਿਹੜੀ ਸਿਟੀ ਆਫ ਸਰੀ ਦੇ ਵਿੱਚ ਇੱਕ ਡਿਪਾਰਟਮੈਂਟ ਕ੍ਰੀਏਟ ਕੀਤਾ ਸੀਗਾ ਪਿਛਲੇ 3 ਸਾਲ ਤੋਂ, ਉਹ ਡਿਪਾਰਟਮੈਂਟ ਦੇ ਉਹਨੂੰ ਆਲਮੋਸਟ ਉਹ ਐਲੀਮੀਨੇਟ ਹੋ ਜਾਊਗਾ। ਉਹ ਪ੍ਰੋਵਿੰਸ ਤੁਹਾਨੂੰ ਪਰਮਿਟ ਦਊਗੀ ਤੇ ਤੁਹਾਡਾ ਜਿਹੜਾ ਅੱਗੇ ਜਿਹੜਾ ਬਾਕੀ ਦਾ ਪਰਮਿਟਿੰਗ ਪ੍ਰੋਸੈਸ ਆ ਉਹ ਸਟਾਰਟ ਹੋ ਜਾਊਗਾ। ਸੋ ਜਿਹੜੀ ਇਨਵਾਇਰਮੈਂਟਲ ਡਿਪਾਰਟਮੈਂਟ ਦੀ ਇੱਕ ਰੈੱਡ ਟੇਪ ਲੱਗੀ ਸੀ ਸਿਟੀ ਆਫ ਸਰੀ ਦੇ ਵਿੱਚ, ਉਹ ਕੱਲ ਰਾਤ ਜਿਹੜੀ ਕਾਉਂਸਲ ਮੀਟਿੰਗ ਹੈ ਉਹਦੇ ਵਿੱਚ ਰਿਮੂਵ ਹੋ ਗਈ ਹੈ। ਉਹਦੇ ਨਾਲ ਜਿਹੜੇ ਵੱਡੀਆਂ ਲੈਂਡ ਡਿਵੈਲਪਰਸ ਆ, ਬਿਲਡਰਸ ਵਾਸਤੇ ਜਿਨ੍ਹਾਂ ਦੀਆਂ ਕ੍ਰੀਕ ਵਾਲੀਆਂ ਪ੍ਰਾਪਰਟੀਜ਼ ਜਾਂ ਜਿਹੜੀਆਂ ਸਟੀਪ ਸਲੋਪਸ ਤੇ ਪ੍ਰਾਪਰਟੀਆਂ ਹੈਗੀਆਂ ਆ, ਉਹਨਾਂ ਦਾ ਜਿਹੜਾ ਪ੍ਰੋਸੈਸ ਹੈ ਬਹੁਤ ਈਜ਼ੀ ਹੋ ਗਿਆ। ਉਹਨਾਂ ਨੂੰ ਜਿਹੜੇ 6-6 ਮਹੀਨੇ ਬੈਕ ਐਂਡ ਫੋਰਥ ਸਿਟੀ ਹਾਲ ਦੇ ਨਾਲ ਸੀ ਉਹ ਐਲੀਮੀਨੇਟ ਹੋ ਗਿਆ। ਹੁਣ ਉਹ ਪ੍ਰੋਵਿੰਸ ਦੇ ਨਾਲ ਉਹਨਾਂ ਦੇ ਕੰਸਲਟੈਂਟ ਨਾਲ ਕੰਮ ਕਰਕੇ ਉਹ ਆਪਣਾ ਪ੍ਰੋਸੈਸ ਅੱਗੇ ਲੈ ਕੇ ਜਾ ਸਕਦੇ ਆ। ਅੱਛਾ ਜੀ, ਇੱਕ ਆਪਣਾ ਟੈਕਸ ਵੀ ਦੱਸ ਦਿਓ, ਪ੍ਰਾਪਰਟੀ ਟੈਕਸ ਕਿੰਨੀ ਡੈਡਲਾਈਨ ਉਹਦੀ ਕਦ ਹੈ ਜੀ, ਕਦ ਪੇ ਕਰਨਾ ਹੈ? ਉਹਦੀ October 1 ਹੈਗੀ ਡੈਡਲਾਈਨ ਉਹਦੀ ਪ੍ਰਾਪਰਟੀ ਟੈਕਸਸ ਦੀ। 90 ਡੇਜ਼ ਵਾਸਤੇ ਆਪਾਂ ਡਿਫਰ ਕੀਤਾ ਸੀ। ਹਾਂਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਵਕਤ ਦਰ ਵਕਤ ਪਲੀਜ਼ ਸਮਾਂ ਕੱਢ ਕੇ ਆਇਆ ਕਰੋ, ਲੋਕਾਂ ਦੇ ਸਵਾਲ ਬਹੁਤ ਨੇ ਤੇ ਕਈ ਵਾਰ ਬਹੁਤ ਜਨਰਲ ਕੁਐਸਚਨ ਹੁੰਦੇ ਨੇ ਜਿਹੜੇ ਤੁਹਾਨੂੰ ਇੱਕੋ ਕਿਸਮ ਦੇ 10 ਫੋਨ ਆਉਂਦੇ ਨੇ, ਉਹਨਾਂ ਨੂੰ ਤੁਹਾਡਾ ਵੀ ਸਮਾਂ ਬਚ ਸਕਦਾ ਤੇ ਲੋਕਾਂ ਨੂੰ ਵੀ ਸਰਵ ਹੋ ਸਕਦਾ। ਧੰਨਵਾਦ, ਬਹੁਤ ਬਹੁਤ ਸ਼ੁਭ ਸ਼ਾਮਾਂ ਜੀ ਤੁਹਾਨੂੰ। ਥੈਂਕ ਯੂ ਸੋ ਮਚ ਮਿਸਟਰ। ਥੈਂਕ ਯੂ। ਇਸ ਮਿਸਟਰ ਨਾਗਰਾ ਜੀ, ਮਨਦੀਪ ਸਿੰਘ ਨਾਗਰਾ ਕਾਉਂਸਲਰ ਨੇ ਸਾਡੇ, ਤੇ ਕੋਸ਼ਿਸ਼ ਕੀਤੀ ਉਹਨਾਂ ਨੇ 20 ਮਿੰਟ ਦਾ ਆਪਾਂ ਸਮਾਂ ਲਿਆ ਸੀ, ਪਰ 1 ਘੰਟਾ ਆਪਾਂ ਗੱਲਬਾਤ ਕੀਤੀ। ਤੁਹਾਡੇ ਸਵਾਲ ਕੋਸ਼ਿਸ਼ ਕਰਿਆ ਕਰਾਂਗੇ ਕਿ ਉਹਨਾਂ ਨੂੰ ਮਹੀਨੇ 'ਚ 1 ਵਾਰ ਲੈ ਕੇ ਆਇਆ ਕਰੀਏ ਤਾਂ ਤੁਸੀਂ ਉਹਨਾਂ ਨੂੰ ਸਵਾਲ ਪੁੱਛ ਸਕਦੇ। ਇੱਕ ਗੀਤ ਹਰਜੀਤ ਹਰਮਨ ਦਾ ਤੁਹਾਡੇ ਲਈ, ਤੇ ਉਸ ਤੋਂ ਬਾਅਦ ਨਵਾਂ ਵਿਸ਼ਾ ਤੋਰਦੇ ਆ ਕਿ ਜਿਹੜੀ YouTube ਦੀ ਚੱਕਰੀ ਕਮਾਈ ਹੋਈ ਆ ਬੇਬੇ ਉਹਨਾਂ ਨੇ, ਇਹਦਾ ਕੀ ਹੀਲਾ ਹੁਣ। ਜਿਹੜੀ ਆਪਾਂ ਆਹ ਘੰਟੇ ਦੇ ਵਿੱਚ ਗੱਲ ਕਰਨੀ ਹੈ ਉਹਦਾ ਇਹ ਪਲੀਜ਼ ਪਹਿਲਾਂ ਗੱਲ ਦਾ ਖਿਆਲ ਰੱਖਣਾ ਕਿ ਇਹਦੇ 'ਚ ਮਾਪਿਆਂ ਦੇ ਸਤਿਕਾਰ ਦੀ ਕੋਈ ਭਾਵਨਾ ਨੂੰ ਠੇਸ ਨਹੀਂ ਪਹੁੰਚਣਾ ਚਾਹੀਦਾ। ਜਿਹੜੇ ਪੈਸੇ ਧੇਲੇ ਖਾਤਰ ਆਪਣੇ ਮਾਪਿਆਂ ਨੂੰ ਨਾ ਧੱਕੇ ਨਾਲ ਮੰਗਦੇ ਆ ਵੀ ਦਿਓ ਜੀ ਚੈੱਕ ਤੇ ਫੜਾਓ ਉਰੇ ਕਾਰਡ ਤੁਹਾਡੀ ਪੈਨਸ਼ਨ ਵਾਲਾ $2200 ਵਾਲਾ, ਜੇ 5-7 ਹਜ਼ਾਰ ਨਾਲ ਕੁਛ ਨਾ ਬਣਿਆ ਤਾਂ 2200-2500 ਨਾਲ ਵੀ ਕੱਖ ਨਹੀਂ ਬਣਨਾ। ਇਹ ਨਹੀਂ ਕਰਨਾ। ਇਹ ਜਿਹੜੀ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਦੇ ਫਾਇਦੇ ਤੇ ਨੁਕਸਾਨਾਂ ਦੀ ਗੱਲ ਮੈਂ ਇਸ ਵਿਸ਼ੇ ਤੇ ਇਹ ਹੈ ਕਿਉਂਕਿ ਉਹ ਇੱਕ ਢਲਦੀ ਉਮਰ ਦੇ ਵਿੱਚ ਆ ਕੇ ਉਹਨਾਂ ਨੂੰ ਟੂਲ ਮਿਲ ਗਿਆ, ਫੋਨ ਆ ਗਏ ਤੇ ਫੋਨ ਦੇ ਵਿੱਚ ਸਦਾ ਹੀ ਕੁਛ ਨਾ ਕੁਛ ਚੱਲਦਾ ਰਹਿੰਦਾ। ਉਹ ਪੰਜਾਬ ਨਾਲ ਜੁੜੇ ਰਹਿੰਦੇ ਨੇ, ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਮੈਂ ਉਹ ਵਿਸ਼ੇ ਤੇ ਗੱਲ ਕਰਨੀ
ਜਿਹੜੇ ਸ਼ੋਸ਼ਣ ਕਰਦੇ ਆ ਤੇ ਧੱਕਾ ਕਰਦੇ ਆ, ਮਾਪਿਆਂ ਨੂੰ ਗਲਤ ਬੋਲਦੇ ਆ, ਤੇ ਇਹ ਚੀਜ਼ ਦਾ ਬਹੁਤ ਖਿਆਲ ਰੱਖਣ ਦੀ ਲੋੜ ਹੈ। ਹਰ ਰੋਜ਼ ਕੋਈ ਨਾ ਕੋਈ ਸੁਨੇਹਾ ਮੈਨੂੰ ਬਜ਼ੁਰਗਾਂ ਦਾ ਆਇਆ ਰਹਿੰਦਾ, ਸਾਡੇ ਧੀ ਪੁੱਤ ਐ, ਸਾਡੇ ਨੂੰਹ ਇਸ ਤਰ੍ਹਾਂ ਕਹਿੰਦੀ ਹੈ, ਸਾਡੇ ਪੁੱਤੜਾ ਐ ਕਹਿੰਦਾ, ਉਹ ਆਹ ਮੰਗਦੇ, ਸਾਤੋਂ ਆਹ ਮੰਗਦੇ ਆ, ਧੱਕਾ ਕਰਦੇ ਆ, ਸਾਡੇ ਨਾਲ ਆਹ ਕਰਦੇ ਆ। ਜੇ ਕਿਸੇ ਬਜ਼ੁਰਗ ਨੇ ਕਿਤੇ ਪੁਲਿਸ ਨੂੰ ਫੋਨ ਕਰ ਦਿੱਤਾ, ਉਹਨੇ ਦੱਸ ਦਿੱਤਾ, ਉਹ ਅਬਿਊਜ਼ ਹੋਇਆ, ਤੇ ਇਹ ਦੇਖ ਲਿਓ ਫਿਰ ਗਾਂ ਕੀ ਹੋਣਾ। ਤੇ ਜਾਂ ਉਹ ਚਲੇ ਗਏ ਜਿਨ੍ਹਾਂ ਦੇ ਮਾਪੇ ਉਰੇ ਹੈ ਨਹੀਂ, ਉਹਨਾਂ ਨੂੰ ਪੁੱਛ ਕੇ ਵੇਖਿਓ ਤੜਫਦੇ ਕਿਵੇਂ ਆ ਵੀ ਸਾਡੇ ਕੋਈ ਪੁੱਤਾਂ ਨੂੰ, ਪੁੱਤਾਂ ਧੀਆਂ ਨੂੰ ਸਾਂਭਣ ਵਾਲਾ ਹੋਵੇ। ਅਸੀਂ ਦਿਹਾੜੀ ਦਿਨੇ ਕੰਮ ਕਰਕੇ ਆਥਣੇ ਨੂੰ ਆਪਣੇ ਘਰੇ ਆਉਂਦੇ ਹੋਈਏ ਤੇ ਰਾਤ ਨੂੰ ਇੱਕ ਕਮਰੇ 'ਚ ਸੌਂ ਸਕੀ, ਨਹੀਂ ਤਾਂ 6 ਦਿਨ ਖੂਹ ਦੀਆਂ ਟਿੰਡਾਂ ਵਾਂਗੂ ਤੁਰਦੇ ਨੇ। ਬੰਦਾ ਆਉਂਦਾ, ਇਸਤਰੀ ਚਲੇ ਜਾਂਦੀ ਹੈ, ਘਰ ਵਾਲੀ ਆਉਂਦੀ ਹੈ, ਬੰਦਾ ਚਲੇ ਜਾਂਦਾ। ਤੇ ਉਹ ਜ਼ਿੰਦਗੀ ਵੇਖ ਲਓ 6 ਦਿਨ ਕਿਹੋ ਜਿਹੀ ਆ, ਨਾ ਖਾਣਾ, ਨਾ ਪੈਣਾ, ਨਾ ਬਹਿਣਾ, ਨਾ ਕਦੇ ਕੁਛ ਕਰਨਾ। ਸੋ ਇਹ ਜਿਹੜੀ ਇਹ ਗੱਲ ਮੈਂ ਨੋਟ ਕੀਤੀ ਹੈ, ਇਸ ਤੇ ਤੁਹਾਡੇ ਮੈਂ ਸੁਝਾਅ ਲੈਣੇ ਚਾਹੁੰਦਾ ਵੀ ਇਹ ਕੀਤਾ ਕੀ ਜਾਵੇ। ਗੱਲ ਇਹ ਹੈ ਕਿ ਸੋਸ਼ਲ ਮੀਡੀਆ ਆ ਗਿਆ, ਸੋਸ਼ਲ ਮੀਡੀਆ ਤੋਂ ਬਾਅਦ YouTube ਤੇ Facebook ਤੇ ਤਾਂ ਚਲੋ ਜਾਂਦੇ ਨਹੀਂ, ਲੌਗਇਨ ਵਗੈਰਾ ਉਹਨਾਂ ਨੂੰ ਬਹੁਤ ਔਖਾ ਹੈ। ਧੀਆਂ ਪੁੱਤਾਂ ਤੋਂ ਉਹਨਾਂ ਨੇ YouTube ਦਾ ਜਿਹੜਾ ਐਪ ਡਾਊਨਲੋਡ ਕਰ ਲਿਆ ਤੇ ਘਰ 'ਚ ਵਾਈਫਾਈ ਚੱਲ, ਤੇ ਉਹਦੇ ਤੇ YouTube ਤੇ ਬਹੁਤ ਕੁਝ ਹੈ ਜਿਹੜਾ ਤੁਸੀਂ ਉਹ ਸੁਣਦੇ ਹੋ, ਸ਼ਬਦ ਨੇ ਹਰ ਰੋਜ਼ ਦੇ, ਤੇ ਕੀਰਤਨ ਹੈ, ਤੇ ਬਾਣੀ ਹੈ, ਜਿਹੜੀ ਸਰਬ ਚੱਲਦੀ ਰਹਿੰਦੀ ਹੈ। ਇੱਕ ਤਾਂ ਪੱਖ ਉਹ ਹੈ, ਇੱਕ ਪੱਖ ਉਹ ਹੈ ਵੀ ਅੱਜ ਦੀ ਤਾਜ਼ਾ ਖਬਰ ਆ ਜਿਹੜੀ ਡਮਰੂ ਚਲਾਉਂਦਾ ਹੈ, ਤਾਜ਼ਾ ਖਬਰ ਉਹ ਜੀ। ਫਿਰ ਉਹ ਜਦ ਹੁਣ ਉਸ ਢਲਦੀ ਉਮਰ ਦੇ ਵਿੱਚ ਜਦੋਂ ਕੁਝ ਸੁਣਦੇ ਨੇ ਜਿਹਦਾ ਖਬਰਾਂ 'ਚ ਕੋਈ ਜਾਨ ਕੋਈ ਨਹੀਂ ਹੁੰਦੀ, ਪਰ ਝੂਠ ਦਾ ਪਲੰਦਾ ਹੁੰਦੀਆਂ ਨੇ, ਉਹ ਉਹਨਾਂ ਨੂੰ ਅਫੈਕਟ ਕਰਦਾ। ਤੇ ਉਹ YouTube ਦੀ ਇੱਕ ਐਡਿਕਸ਼ਨ ਹੈ। ਆਪਾਂ ਵੀ ਮੰਨ ਲਈਏ ਵੀ ਜਦ ਤੁਸੀਂ ਇੱਕ ਮੁੱਕਣੀ ਆ ਤਾਂ ਵੀਡੀਓ ਜਦ ਨੂੰ ਦੂਜੀ ਆ ਜਾਣੀ, ਦੂਜੀ ਮੁੱਕਣੀ ਆ, ਤੀਜੀ ਆ ਜਾਣੀ ਆ, ਅਗਲੀ ਵਾਰ ਨੂੰ ਜਦ ਤੁਸੀਂ ਖੋਲਣਾ ਤਾਂ ਉਹ ਜਿਹੜੀਆਂ ਦੇਖੀਆਂ 4 ਉਹਨਾਂ ਦੀਆਂ 40 ਮੂਹਰੇ ਪਈਆਂ ਹੋਣੀਆਂ। ਤੇ ਇੱਕ ਤਾਂ ਇਹ ਹੈ, ਇੱਕ ਆ ਜਿਹੜਾ Facebook ਤੇ ਸੌਦਾ ਆਉਂਦਾ, WhatsApp ਤੇ ਸੌਦਾ ਆਉਂਦਾ, ਜਿਹਦੇ 'ਚ ਹੁਣ ਕੀ ਕਰਦੇ ਨੇ, ਪਰਿਵਾਰ ਦਾ ਇੱਕ ਗਰੁੱਪ ਬਣਾ ਲੈਂਦੇ ਨੇ, ਪਰਿਵਾਰ ਦੇ ਗਰੁੱਪਾਂ 'ਚ ਭਤੀਜੇ ਭਤੀਜੀਆਂ, ਭਾਣਜੇ ਭਾਣਜੀਆਂ, ਸਾਰਾ ਟੱਬਰ ਇੱਕ ਜਗ੍ਹਾ 30 ਜੀ ਨੇ, ਉਹ ਕੁਝ ਨਾ ਕੁਝ ਕੱਢ ਕੇ ਭੇਜਦੇ ਰਹਿੰਦੇ ਆ ਇੱਕ ਦੂਜੇ ਨੂੰ, ਤੇ ਸਾਰਾ ਦਿਨ ਫੋਨ ਨੂੰ ਇਹ ਬਜ਼ੁਰਗ ਸਾਡੇ ਚਿੰਬੜੇ ਰਹਿੰਦੇ ਆ। ਐਡਿਕਸ਼ਨ ਹੋ ਗਈ, ਐਡਿਕਸ਼ਨ। 5 ਵਜੇ ਤੋਂ ਲੈ ਕੇ ਤੇ ਕਮਰਾ ਬੰਦ ਕਰਕੇ ਫੋਨ ਨੂੰ ਹੀ ਲੱਗੇ ਰਹਿੰਦੇ ਆ। ਇੱਕ ਦੋਸਤ ਦਾ ਫੋਨ ਆ, ਕਹਿੰਦਾ ਕੀ ਕਰਾਂ ਯਾਰ, ਬਜ਼ੁਰਗਾਂ ਨੂੰ ਜਦ ਸਮਾਂ ਮਿਲਦਾ ਬਹਿਣ ਦੀ ਕੋਸ਼ਿਸ਼ ਕਰਨ, ਜਦ ਨੂੰ ਫੋਨ ਦੋਨੇ ਲਈ ਬੈਠੇ ਹੁੰਦੇ ਨੇ, ਇੱਕ ਦੂਜੇ ਦੇ ਮੂਹਰੇ ਬਹਿੰਦੇ, ਆਪਣਾ ਫੋਨ ਲੈ ਕੇ ਸੈਰ ਕਰਨ ਵੀ ਨਹੀਂ ਜਾਂਦੇ, ਘਰੋਂ ਨਿਕਲਣ ਨੂੰ ਹੀ ਬੰਦ ਹੋ ਗਏ। ਜਦ ਦੇਖੋ YouTube ਤੇ, ਜਦ ਦੇਖੋ ਸਾਸ ਵੀ ਕभी ਬਹੂ ਥੀ, ਇਹ ਹੈ ਮੁਹੱਬਤਾਂ ਤੇ ਸੱਸ ਤੇ ਨੂੰਹ ਦੀ ਜਿਹੜੀ ਲੜਾਈ ਆ ਫਿਰ ਘਰੇ ਇੰਪਲੀਮੈਂਟ ਹੁੰਦੀ ਆ ਵੀ ਅੱਛਾ ਆਹ ਗੱਲ ਇਹ ਹੈ ਮੁਹੱਬਤਾਂ ਦੇ ਵਿੱਚ ਇਸ ਤਰ੍ਹਾਂ ਚੱਲਦੀ ਸੀ, ਇਦੋਂ ਅੱਗੇ ਫਿਰ ਹੁਣ ਆਹ ਗੱਲ ਚੱਲਣੀ ਆ। ਉਹ ਘਰ ਦੇ ਵਿੱਚ ਇੰਪਲੀਮੈਂਟ ਕਰ ਦਿੰਦੇ ਨੇ। ਤੇ ਉਹਦਾ ਸਮਾਂ ਕੋਈ ਵੀਕਐਂਡ ਹੈ, ਜਵਾਕ ਮਸਾਂ 2 ਦਿਨ ਆਏ ਨੇ, ਕੋਈ ਸੁੱਤਾ ਪਿਆ ਸਵੇਰੇ, ਕੋਈ ਉਹ, ਤੇ ਉੱਧਰ ਫਿਰ ਆਥਣ ਹੋਇਆ ਹੁੰਦਾ ਪੰਜਾਬ, 5-5:30 ਵਜੇ ਹੁੰਦੇ ਨੇ, 6 ਵਜੇ ਉੱਥੋਂ ਫਿਰ WhatsApp ਦੀ ਜਿਹੜੀ ਕਾਲ ਚੱਲਣੀ ਹੈ, ਹੁਣ ਉਹਦੇ ਤੇ ਲੱਗਦਾ ਕੱਖ ਨਹੀਂ, ਕੋਈ ਕਾਲਿੰਗ ਕਾਰਡ ਨਹੀਂ ਲਾਉਣਾ, ਇੱਕ ਬਟਨੇ ਨੱਪਣਾ ਬਸ। ਹੋਰ ਸੁਣਾ ਪਿੰਡ ਦਾ ਕੀ ਹਾਲ ਹੈ? ਅੱਛਾ ਉੱਥੇ ਚੋਈ ਜਾਂਦੇ ਆ ਹਲੇ, ਨਾਲੇ ਕਹਿੰਦੇ ਮੀਂਹ ਤਾਂ ਇਹੋ ਜਿਹਾ ਰੌ ਜ਼ਿਆਦਾ ਆਇਆ ਸੀ 1945 'ਚ ਹੱਲਿਆਂ ਵੇਲੇ। ਆਪਣੇ ਪਿੰਡ ਦੇਖ ਲੈ, ਲੱਖ ਪਾਣੀ ਸੀ, ਸੌਂਦ ਲਾ ਲੈ। ਆਪਸ ਵਿੱਚ ਜਦ ਜਿਉਂ ਚੱਲਦੇ ਆ, ਉੱਪਰ ਅਗਲੇ ਸੁੱਤੇ ਪਏ, ਜਵਾਕ ਆਉਂਦੇ ਨੇ ਉੱਪਰੋਂ, ਆਦਮ ਬੋ ਆਦਮ ਕਰਦੇ, ਉਹ ਬਾਪੂ ਜੀ ਤੁਸੀਂ ਸਵੇਰੇ 6 ਵਜੇ ਕਿਹੜੇ ਭੁਚਾਲਾਂ ਦੀ ਗੱਲ ਕਰਦੇ ਹੋ? ਹੁਣ ਇਹ ਕੱਲ ਦੇ ਜੰਮੇ ਸਾਨੂੰ ਅਕਲਾਂ ਦਿੰਦੇ ਆ। ਅੱਛਾ ਫੋਨ ਵੀ ਨਹੀਂ ਅਸੀਂ ਵਰਤ ਸਕਦੇ, ਤੁਸੀਂ ਇਕੱਲੇ ਰੱਖੀ ਬੈਠੇ, ਉਹਦੇ ਤੋਂ ਫਿਰ ਅਲਟਰਕੇਸ਼ਨ ਜਿਹੜੀ ਸ਼ੁਰੂ ਹੋਣੀ। ਬਜ਼ੁਰਗ ਹਲੇ ਫੇਰ ਵੀ ਘੱਟ ਨੂੰ ਫੋਨ ਲਾਉਂਦੇ, ਬੀਬੀਆਂ ਦੇ ਕੋਲ ਫੋਨ ਇੰਨਾ ਚੱਲਦਾ ਹੈ, ਜੇ ਉਹਨਾਂ ਕੋਲ ਆਹ ਕੀ ਕਰਦਾ, ਬਾਣੀਓ ਸੁਣਦੀਆਂ, ਮੈਂ ਕੀ ਸੁਣਦੀਆਂ, ਦੇ ਸੁਖਮਨੀ ਸਾਹਿਬ ਤੇ ਦੇਸ ਚੌਪਈ, ਜਾਂ ਤੂੰ ਮੇਰੇ ਵੱਲ ਹੈ, ਚੱਲੀ ਚੱਲ, ਉਹ ਅੰਦਰ ਚੱਲਦਾ, ਜਾਂ ਤੂੰ ਮੇਰੇ ਵੱਲ ਬਾਹਰ ਤੜਕਾ ਲੱਗਦਾ। ਜਾ ਕੇ ਉਹ ਸੁਣਿਆ ਹੋਣਾ ਇੱਕ ਸ਼ਬਦ, ਜਿਹੜੇ ਫੇਰ ਕੜਛੀ ਫੇਰ ਦੇਣੀ। ਜਾਨੂੰ Facebook ਤੇ WhatsApp ਤੇ ਕੁਛ ਨਾ ਕੁਛ ਆ ਗਿਆ। ਮਤਲਬ ਐਡਿਕਸ਼ਨ, ਆਪਾਂ ਨੂੰ ਪਤਾ ਹੈ ਇਹ ਐਡਿਕਸ਼ਨ ਇਹਦੀ ਕੀ ਹੈ। ਜਦ ਤੁਸੀਂ ਮੀਡੀਆ ਤੇ ਬਹਿਣ ਲੱਗ ਗਏ, ਜਦ ਤੁਸੀਂ ਹੁਣ ਆ Facebook ਦੀ ਮਾਰਕੀਟ ਪਲੇਸ ਨੇ 70% ਬੀਬੀਆਂ ਕਮਲੀਆਂ ਕੀਤੀਆਂ ਪਈਆਂ ਨੇ, ਜਿਹੜੀਆਂ ਘਰੇ ਨੇ, ਜਿਹੜੀਆਂ ਕੰਮ ਤੇ ਨੇ, ਚਲੋ ਉਹ ਤਾਂ ਚਲੇ ਗਿਆ,
70% ਮਾਰਕੀਟ ਪਲੇਸ ਤੋਂ ਡੀਲਾਂ ਹੀ ਲੱਭੀ ਜਾਂਦੀਆਂ ਸਾਰਾ ਲੱਗੇ। ਅੱਛਾ, ਜਾਂ ਫਿਰ ਰੈਸਪੀਆਂ ਵਾਲੀਆਂ ਬੀਬੀਆਂ ਤੜਕਾ ਜਿਹੜੇ ਘਰ 'ਚ ਤੁਸੀਂ ਸਭ ਕੁਝ ਬਣਾਉਂਦੀਆਂ ਆਈਆਂ ਹੋ, ਉਹਦੇ 'ਚ ਹੁਣ ਹਿੰਗ ਪਾ ਕੇ ਦਾਲ ਕਿਹੜੀ ਵਧੀਆ ਬਣ ਜੂ? ਕੋਈ ਕਿਤੇ ਵਾਲੀ ਰੈਸਪੀ, ਕੋਈ ਕਿਤੇ ਵਾਲੀ ਰੈਸਪੀ। ਚਲੋ ਚੱਲ, ਹੁਣ ਖਰਚਾ ਕੋਈ ਹੈ ਨਹੀਂ, ਵਾਈਫਾਈ ਘਰੇ ਫ੍ਰੀ ਹੈ। ਜੇ ਤਾਂ ਚਲੋ ਡੇਟਾ ਡੂਟਾ ਆਵੇ 1 GB ਵੱਧ ਜਾਵੇ ਤੇ $25 ਬਿੱਲ ਵਧੇ, ਫਿਰ ਤਾਂ ਪਤਾ ਲੱਗੇ। ਪਰ ਹੁਣ ਇਹ ਜਿਹੜੀ ਐਡਿਕਸ਼ਨ ਹੈ ਦਿਨ ਰਾਤ ਦੀ ਹੈ, ਰਾਤ ਨੂੰ ਆਪਾਂ ਵੀ ਵਿੱਚ ਹੀ ਆ ਉਹਦੇ 'ਚ। ਆਪਾਂ 10-10 ਵਜੇ ਤੱਕ ਬੈੱਡ ਤੇ ਬੈਠੇ ਆਪਾਂ ਫੋਨ ਲੱਭੀ ਜਾਂਦੇ, ਕੋਈ ਫੇਸਬੁੱਕ ਦੀ ਨੋਟੀਫਿਕੇਸ਼ਨ ਆ ਗਈ। ਸਾਡਾ ਐਡਿਕਸ਼ਨ ਹੋਰ ਹੈ, ਬਜ਼ੁਰਗਾਂ ਦੀ ਹੋਰ ਹੈ। YouTube 'ਤੇ ਤਾਂ ਫੇਰ ਵੀ ਟਾਈਪ ਕਰਨਾ, ਕੁਛ ਲੱਭਣਾ ਪੈਣਾ। ਜਿਹੜਾ WhatsApp ਵਾਲੇ ਗਰੁੱਪ ਨੇ ਨਾ, ਉਹਦੇ 'ਚ ਚੱਲਦੀ ਹੈ ਗੱਲ। ਪਿੰਡ 'ਚ ਕੋਈ ਗੱਲਬਾਤ ਹੋ ਗਈ, ਉਹਦੇ 'ਚ ਫਿਰ ਮੈਸੇਜ ਲਿਖਣਾ ਤਾਂ ਹੈ ਨਹੀਂ, ਮੈਸੇਜ ਭਰ ਕੇ ਫਲਾਣਿਆਂ ਦੀ ਕੁੜੀ ਫਲਾਣਿਆਂ ਨਾਲ ਆਹ ਗੱਲ ਹੋ, ਬਸ ਉਧਰੋਂ ਇਧਰੋਂ ਕਹਾਣੀ ਚੱਲਣੀ ਹੈ। ਫਿਰ ਮੈਸੇਜ ਚੱਲਦੇ ਨੇ, ਅੱਛਾ ਬਹੁਤ ਮਾੜੀ ਗੱਲ ਹੋ ਗਈ ਇਹ ਤਾਂ, ਉਧਰੋਂ ਫੇਰ ਹੋਣੇ ਹੋਰ ਪੈਣੇ, ਇਹ ਐ ਹੋ ਗਿਆ ਮਤਲਬ। ਅੱਛਾ, ਜਿਹੜਾ ਹੁਣ ਮਾਨਸਿਕ ਇੱਕ ਜਿਹੜੀ ਐਡਿਕਸ਼ਨ ਤਾਂ ਹੋ ਗਈ, ਜਿਹੜਾ ਇਹਦੇ ਵਿੱਚੋਂ ਦੁੱਖ ਦੀ ਕਹਾਣੀ ਆ, ਮੀਡੀਆ ਦੇ ਉੱਪਰ ਚੱਲਦੀਆਂ ਖਬਰਾਂ ਜਿਹੜੀਆਂ 10 ਦੇ ਵਿੱਚੋਂ 8 ਝੂਠੀਆਂ, ਜਿਹਦੇ 'ਚ TPR ਤੇ ਜੇ ਆਪਣੀ ਰੇਟਿੰਗ ਦਾ ਰੌਲਾ ਤੇ ਆਪਣੇ ਸੌਦਾ ਵੇਚਣ ਦਾ। ਔਰ ਲੋਕਾਂ ਨੂੰ ਇਹ ਪਤਾ ਨਹੀਂ ਵੀ 1 ਮਿਲੀਅਨ ਦਾ $1500-1600 1 ਮਿਲੀਅਨ ਵਿਊ ਹੋ ਜਾਵੇ, $1500-1600 ਜਿਹੜਾ ਉਹ ਬੰਦੇ ਨੂੰ ਮਿਲ ਜਾਂਦਾ। YouTube ਤੋਂ ਕਮਾਈ ਹੁੰਦੀ ਮਿਲੀਅਨ ਤੋਂ ਉੱਪਰ। ਹੁਣ ਜਿਹਦੇ 50-50, 60-60 ਮਿਲੀਅਨ ਦੇ ਵਿਊ ਹੋ ਗਏ, ਚਲੋ ਮੈਂ ਉਦੋਂ 1000 ਹੀ ਲਾ ਲਓ 1 ਮਿਲੀਅਨ ਦਾ, 70 ਮਿਲੀਅਨ ਹੋ ਗਿਆ ਤੇ $70,000 ਪੰਜਾਬ 'ਚ ਬੰਦਾ ਬੈਠਾ, 35 ਲੱਖ ਰੁਪਈਆ 1 ਵੀਕ 'ਚ ਬਣ ਗਿਆ। ਉਹਨੇ ਦੂਜਾ ਜਿਹੜਾ ਹੋਰ ਕਹਿਣਾ ਹੋ ਕੇ ਗਾਉਣਾ, ਉਹਨੇ ਕਹਿਣਾ ਅੱਛਾ ਇਹ 'ਚ 70 ਬਣ ਗਿਆ, ਲੈ ਹੋਰ ਚੱਕ। ਹੁਣ ਪਹਿਲਾਂ 1 ਚੱਕੀ ਸੀ ਰਫਲ, ਹੁਣ 3 ਚੱਕ ਇਕੱਠੀਆਂ, ਜੀਪਾਂ ਲਿਆ, ਟਰੈਕਟਰ ਲਿਆ, ਜੇ ਲਿਆ ਤੇ ਘੋੜੇ ਲਿਆ, ਫੇਰ ਲਾਈਏ। ਹੁਣ ਗੱਲ ਹੈ ਵੀ ਬੰਦਾ ਤਾਂ 2.5 ਕਰੋੜ ਹੈ ਪੰਜਾਬ 'ਚ, 3 ਕਰੋੜ ਹੈ, ਉਹਦੇ 'ਚੋਂ ਕਿੰਨਿਆਂ ਕੋਲ ਉਹ ਗੀਤ YouTube ਹੈ। ਉਹ ਜਿਹੜੀ ਕਾਊਂਟਿੰਗ ਹੈ $70 ਮਿਲੀਅਨ ਹੈ, 70 ਮਿਲੀਅਨ ਵਿਊਅਰ ਨੇ। ਇਹ ਜਿਹੜੀ ਐਡਿਕਸ਼ਨ ਹੈ ਸੋਸ਼ਲ ਮੀਡੀਆ ਦੀ, ਇਹ ਤੁਹਾਡੇ ਘਰਾਂ 'ਚ ਤੁਹਾਡੇ ਮਾਪੇ ਇਸ ਨੂੰ ਵਰਤ ਰਹੇ ਨੇ। ਉਹਨਾਂ ਦੀ ਮਾਨਸਿਕ ਸਿਹਤ, ਸਰੀਰਕ ਆਪਣੀ ਉਹਨਾਂ ਦੀ ਸਿਹਤ ਇਹਨਾਂ ਨਾਲ ਵਿਗਾੜ ਪੈ ਰਿਹਾ। ਤੁਰਦੇ ਨਹੀਂ, ਘਰੋਂ ਨਿਕਲਦੇ ਨਹੀਂ, ਗੁਰਦੁਆਰੇ ਜਾਣੋਂ ਹਟ ਗਏ, ਸੈਰ ਕਰਨੋਂ ਹਟ ਗਏ। ਉਹ ਕਹਿੰਦੇ ਚੱਲੀ ਚੱਲ, ਬਸ ਚੱਲ WhatsApp, ਚੱਲ ਇੱਧਰ ਨੂੰ ਇੱਕ ਦੂਜੇ ਨਾਲ ਗੱਲਬਾਤ ਜਿਹੜੀ ਹੈ ਉਹ ਬਹੁਤ ਘਟ ਗਈ। YouTube ਤੇ WhatsApp, ਬਜ਼ੁਰਗਾਂ ਦਾ ਸੋਸ਼ਲ ਮੀਡੀਆ ਨੂੰ ਵਰਤਣਾ ਕਿੰਨਾ ਕੁ ਵਰਤਣਾ ਚਾਹੀਦਾ, ਕੀ ਵਰਤਣਾ ਚਾਹੀਦਾ, ਜਿਹਦੀ ਇਹਦੀ ਐਡਿਕਸ਼ਨ ਹੋ ਜਾਵੇ, ਇਹਦੀ ਲਲਕ ਪੈ ਜਾਏ ਤਾਂ ਇਹ ਕਿੰਨੀ ਘਾਤਕ ਹੈ। 1844 247 1550। ਧਾਲੀਵਾਲ ਸਾਹਿਬ, ਲਾਈਨ ਨੰਬਰ 2। ਹੈਲੋ ਜੀ, ਸਰਦਾਰ ਹਰਜੀਤ ਸਿੰਘ ਗਿੱਲ ਜੀ, ਸਤਿ ਸ੍ਰੀ ਅਕਾਲ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਬਹੁਤ ਵਧੀਆ ਤੁਹਾਡੇ ਸਾਰੇ ਪ੍ਰੋਗਰਾਮ ਹੁੰਦੇ ਆ, ਵੀ ਬਹੁਤ ਵਧੀਆ। ਮੈਂ ਬੇਨਤੀ ਕਰਦਾ ਬਜ਼ੁਰਗਾਂ ਨੂੰ, ਸਾਰੇ ਪਰਿਵਾਰ ਨੂੰ ਹੀ, ਬਈ ਥੋੜੀ ਜਿਹੀ ਲਚਕ ਬਜ਼ੁਰਗ ਵੀ ਰੱਖਣ ਤੇ ਉਹ ਦੂਜਾ ਨੂੰਹ ਪੁੱਤ ਵੀ ਰੱਖੇ, ਵਧੀਆ ਟਾਈਮ ਲੰਘ ਸਕਦਾ। ਜੇ ਇੱਕ ਨੇ ਗੱਲ ਕਹਿਤੀ, ਇੱਕ ਆਏ ਨਹੀਂ ਬਈ ਮੈਂ ਮੋੜ ਕੇ ਉਹਨੂੰ ਵੱਧ ਕਹਿਣੀ ਆ, ਚਲੋ ਜਰੈਦ ਕਰ ਲਿਆ, ਦੂਜਾ ਜਰੈਦ ਨਾਲ ਹੀ ਗੱਲ ਸਾਵੇ ਟਾਈਮ ਲੰਘਦਾ। ਜੇ ਆਪਾਂ ਇੱਕ ਤੋਂ ਵੱਧ ਚੜ ਕੇ ਗੱਲ ਕਰਾਂਗੇ, ਫੇਰ ਉਹ ਗੱਲ ਵੱਧਦੀ ਆ। ਦੂਜੀ ਬੇਨਤੀ ਮੇਰੀ ਇਹ ਆ ਵੀ ਮੇਰੇ ਕੋਲੇ ਸਾਦਾ ਫੋਨ ਆ, ਇਹਦੇ ਤੇ ਕੁਛ ਨਹੀਂ ਆਉਂਦਾ ਜਮਾਂ ਹੀ। ਇਹ ਫੋਨ ਨੂੰ ਬੱਚੇ ਵੀ ਨਹੀਂ ਫੜਦੇ, ਗੱਲ ਸਾਹਿਬ ਮੇਰੇ ਵਾਲੇ ਫੋਨ ਨੂੰ ਹੱਥ ਨਹੀਂ ਲਾਉਂਦੇ ਜਵਾਕ, ਕਹਿੰਦੇ ਤੇ ਆਉਣਾ ਕੁਛ ਨਹੀਂ। YouTube ਮੈਂ ਦੇਖੀ ਨਹੀਂ ਕਿਤੇ। ਆ ਜਿਹੜਾ ਤੁਸੀਂ ਗਰੁੱਪ ਵਾਲਾ ਦੱਸਿਆ, ਇਹ ਮੈਨੂੰ ਪਤਾ ਹੀ ਨਹੀਂ। ਮੇਰਾ ਰੇਟ ਗੱਲ ਜਾਂਦਾ ਜੀ ਆ ਧਾਰਮਿਕ ਪ੍ਰੋਗਰਾਮ ਵਾਲਾ $25 ਵਾਲਾ। ਤੁਹਾਡਾ ਪ੍ਰੋਗਰਾਮ ਜਦੋਂ ਬੰਦ ਹੋ ਗਿਆ ਫਿਰ ਮੈਂ ਉਹ ਲਾ ਲੈਣਾ। TV ਤੇ ਹਰਿਮੰਦਰ ਸਾਹਿਬ ਤੋਂ, ਦਰਬਾਰ ਸਾਹਿਬ ਤੋਂ ਪ੍ਰੋਗਰਾਮ ਹੋਰ ਸੁਣਨਾ। ਗੱਲ ਸਾਹਿਬ ਕਿਤਾਬਾਂ ਮੇਰੇ ਕੋਲ 8-10 ਪਈਆਂ, ਉਹ ਮੈਂ ਪੜ੍ਹਦਾ। ਮੈਂ ਤਾਂ ਬਜ਼ੁਰਗਾਂ ਨੂੰ ਇਹ ਬੇਨਤੀ ਕਰਦਾ ਵੀ YouTube ਦਾ ਤੁਸੀਂ ਖੜਾ ਹੀ ਛੱਡੋ, ਤੁਸੀਂ TV ਦੇਖੋ, ਆ ਪ੍ਰੋਗਰਾਮ ਆਪਣੇ ਪੰਜਾਬੀ ਸੁਣੋ ਤੇ ਕਿਤਾਬਾਂ ਪੜ੍ਹੋ। ਮਿਹਰਬਾਨੀ, ਸਤਿ ਸ੍ਰੀ ਅਕਾਲ। ਬਹੁਤ ਸੋਹਣਾ ਪ੍ਰੋਗਰਾਮ ਆ ਜੀ, ਧੰਨਵਾਦ ਜੀ। ਵਪਾਰਕ ਸਲੇਸ਼, ਬਜ਼ੁਰਗਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਵਰਤਦੇ ਆ ਇਸ ਨੂੰ, ਆਪਣੇ WhatsApp ਤੇ YouTube ਨੂੰ। ਹੁਣ ਦੱਸ ਕੇ ਗਏ ਨੇ ਧਾਲੀਵਾਲ ਜੀ, ਉਹ ਕਹਿੰਦੇ ਨਾ ਅਸੀਂ ਤਾਂ ਇਹ ਆਪਣਾ ਕੰਮ ਹੀ ਹੈ ਨਹੀਂ। ਇਹ ਕਿਹੜੇ ਕੰਮਾਂ ਚੋਂ ਕੰਮ ਹੈ? ਇਹ ਜਿਹੜੇ ਹੁਣ ਅਲੀਟ ਜਿਹੜੇ ਪੜ੍ਹੇ ਲਿਖੇ ਬਜ਼ੁਰਗ ਨਾ, ਉਹ ਕਹਿੰਦੇ ਅਸੀਂ WhatsApp ਤੇ YouTube ਵਰਤਦੇ ਹਾਂ। ਬੀਬੀਆਂ ਨੂੰ ਖਾਸ ਤੌਰ ਤੇ
ਉਹ WhatsApp ਤੇ ਟੈਕਸਟ ਔਰ ਹਰ ਵਕਤ ਕੰਨ ਕੋਲ ਫੋਨ ਲੱਗਿਆ ਰਹਿਣਾ, ਹਰ ਵਕਤ। ਤੇ ਚੱਕਲਾ ਹੋਣੀਆਂ ਉਧਰੋਂ ਇੱਧਰੋਂ ਉਧਰ, ਪਿੱਛੇ ਪਿੰਡ ਭਤੀਜੇ ਬੈਠੇ, ਭਤੀਜੀਆਂ ਬੈਠੀਆਂ ਨੇ, ਉਹਦੀ ਖਬਰ ਸਾਰਾ ਇੱਥੋਂ ਰੱਖਣੀ, ਕੀ ਕਰਦਾ ਗਾਹਾਂ। ਉਹਨਾਂ ਦੇ ਜਵਾਕ ਹੋਏ ਨੇ, ਮਤਲਬ ਉਹ ਆਪਣੇ ਸਿਰ ਤੇ ਹੀ ਰੱਖਣੀ ਹੈ ਜ਼ਿੰਮੇਵਾਰੀ ਵੀ ਜੇ ਮੈਂ ਪਰਾਂ ਹੋ ਗਈ ਇਹ ਤਾਂ ਨਹੀਂ ਬਚਦੇ। ਸਰ ਕੇਵਲ ਸਿੰਘ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਤੁਸੀਂ ਗੱਲ ਸੀਗੀ ਵੀ ਤੁਸੀਂ ਗੱਲ ਤੋਰੀ ਸੀਗੀ ਉਹ ਜਿਹੜੇ ਆਪਣੇ ਗਿਆਨੀ ਅੱਜ ਕੱਲ ਬੜੇ ਤਾਜ਼ੇ ਲੰਮੇ ਹੇਕਾਂ ਦੇ ਵਿੱਚ ਗੀਤ ਬਣਾ ਕੇ ਭੇਜ ਰਿਹਾ, ਉਹਨਾਂ ਦੀ ਜਿਹੜੇ ਵਿਊ ਆ ਉਹਨਾਂ ਨੂੰ 2.5 3 ਮਿਲੀਅਨ 5 ਮਿਲੀਅਨ ਵਿਊ ਉਹਨਾਂ ਦਾ ਹੋ ਗਿਆ ਹੈਗਾ। ਉਹਨਾਂ ਨੂੰ ਘਰ ਬੈਠਿਆਂ ਨੂੰ ਐਸੀ ਆਮਦਨ ਆ ਰਹੀ ਆ ਤੇ ਸਾਨੂੰ ਉਹ ਕੁਛ ਨਹੀਂ ਤਾਰ ਰਿਹਾ। ਦੂਸਰੀ ਗੱਲ ਤੁਸੀਂ ਕੀਤੀ ਸੀਗੀ ਜਿਹੜੇ ਆਪਣੇ ਹੈਗੇ ਆ ਗਾਉਣ ਵਾਲੇ, ਚੱਕ ਲਓ ਰਫਲਾਂ, ਚੱਕ ਲਓ ਦਨਾਲੀਆਂ, ਉਹਨਾਂ ਦੇ ਵਿਊ ਦੇਖੋ 4-5 ਮਿਲੀਅਨ ਤੋਂ ਉੱਪਰ। ਉਹਨਾਂ ਨੂੰ ਮੁਫਤ ਦੀ ਪੈਨਸ਼ਨ ਲੱਗ ਰਹੀ ਘਰ ਬੈਠਿਆਂ ਨੂੰ। ਅਗਲੀ ਤੁਸੀਂ ਗੱਲ ਕੀਤੀ ਸੀਗੀ ਇਹਦੀ ਆਪਣੇ ਫੋਨ ਦੇ ਉੱਤੇ ਮੈਨੂੰ ਆਪ ਨੂੰ ਅਡਿਕਸ਼ਨ ਇਦਾਂ ਦੀ ਹੈਗੀ ਆ ਬਈ ਮੈਂ ਵੀ ਪੇਰੈਂਟਸ ਵਿੱਚੋਂ ਇੱਕ ਪੇਰੈਂਟਸ ਆ। ਇੱਕ ਗੇਮ ਹੀ ਮੈਂ ਖੇਡ ਰਿਹਾ ਪਿਛਲੇ 2-3 ਹਫ਼ਤਿਆਂ ਤੋਂ, ਮੇਰੇ ਕੋਲ 2123 ਬਿਲੀਅਨ ਪੁਆਇੰਟ ਹੋ ਚੁੱਕੇ ਆ, ਜਦ ਕਿ ਮੇਰੀ ਬੈਟਿੰਗ 169 ਮਿਲੀਅਨ ਦੀ ਇੱਕ ਬਿੱਟ ਜਾ ਰਹੀ ਹੈਗੀ ਆ। ਉਹਦੀ ਅਡਿਕਸ਼ਨ ਇਸ ਤਰ੍ਹਾਂ ਦੀ ਹੋਏ ਹੈਗੀ ਵੀ ਜ਼ਿਆਦਾ ਲੋੜ ਤੋਂ ਜ਼ਿਆਦਾ ਹੋ ਗਈ ਹੈਗੀ ਆ। ਤੇ ਬਾਕੀ ਰਹਿ ਗਈ YouTube ਦੀ ਗੱਲ। YouTube ਦੇ ਉੱਤੇ ਹੁਣ ਸਵੇਰ ਨੂੰ ਤੁਹਾਡਾ ਪ੍ਰੋਗਰਾਮ, ਬਾਕੀ ਦੀਆਂ ਖਬਰਾਂ ਸਾਰੀਆਂ, ਹੁਣ ਮੈਂ ਸਵੇਰ ਦਾ ਤੁਹਾਡੇ ਕਹਿਣ ਵਾਂਗੂ ਵੀ 6 ਵਜੇ ਦੇ ਉੱਤੇ, ਹਾਂ ਮੈਂ 8 ਵਜੇ ਦਾ ਫੋਨ ਫੜਿਆ ਹੱਥ 'ਚ। ਹੁਣ ਕੰਮਕਾਰ ਮੈਨੂੰ ਘਰ ਕੋਈ ਹੈ ਨਹੀਂ ਹੈਗਾ ਤਾਂ ਮੈਂ ਕਰੂੰ ਵੀ ਕੀ? ਹੁਣ ਮੱਛੀਆਂ ਆਪਾਂ ਨਹੀਂ ਫੜਦੇ, ਫੁੱਟਬਾਲ ਆਪਾਂ ਨਹੀਂ ਖੇਡਦੇ, ਸੋਕਰ ਆਪਾਂ ਨੇ ਕੋਈ ਆਪਣੇ ਕੋਲ ਕਿੱਤਾ ਹੈ ਨਹੀਂ ਕੰਮ ਕਰਨ ਨੂੰ। ਸੋ ਜੇ ਹੁਣ ਜਾ ਕੇ ਬੇਰੀ ਤੋੜਾਂਗੇ ਉਹ ਕੰਮ ਨਹੀਂ ਹੈਗੇ। ਸੋ ਮੈਂ ਤਾਂ ਤੁਹਾਨੂੰ ਹਾਂ ਗੱਲ ਕਰਨੀ ਇਹਦੇ 'ਚ ਤੁਸੀਂ ਠੀਕ ਆ, ਕੱਲੀ ਗੱਲ ਤੁਹਾਡੀ ਉਹਦੇ 'ਚ ਰਾਈਟ ਆ। ਸੋ ਇਹ ਛੱਡਣਾ ਵੀ ਮੁਸ਼ਕਿਲ ਆ, ਇਦੋਂ ਸ਼ਰਾਬ ਛੱਡਣੀ ਸੌਖੀ ਫੋਨ ਨਾਲੋਂ। ਚਲੋ ਜੀ ਠੀਕ ਹੈ, ਮੈਂ ਤੁਹਾਨੂੰ ਦੱਸਣਾ ਸੀਗਾ ਜੀ ਤੁਹਾਡੀ ਕੱਲੀ ਗੱਲ ਇਹਦੇ 'ਚ ਸਹੀ ਹੈਗੀ ਆ। ਥੈਂਕ ਯੂ। ਨਹੀਂ ਜੇ ਤੁਸੀਂ ਆਪਣੇ ਆਪ ਨੂੰ ਇਹਦੇ 'ਚ ਬਿਜ਼ੀ ਰੱਖਦੇ ਹੋ, ਵਿਅਸਤ ਰੱਖਦੇ ਹੋ, ਕੋਈ ਔਖਾ ਨਹੀਂ ਹੈ, ਪਰ ਟੂ ਮੱਚ ਹੁਣ ਜਿਵੇਂ ਤੁਸੀਂ ਦੱਸਿਓ ਹਟ ਨਹੀਂ ਹੁੰਦਾ, ਫਿਰ ਲੱਗੇ ਹੀ ਰਹਿੰਦੇ ਆ ਬਈ ਚੱਲ ਇੱਧਰੋਂ ਚੱਲ ਉੱਧਰੋਂ। ਉਹ ਚੰਗਾ ਨਹੀਂ ਲੱਗਦਾ ਕੁਛ। ਮੈਨੂੰ ਇਹ ਵੀ ਲੱਗਦਾ ਵੀ ਕੁਛ ਉਮਰ ਦਾ ਤੁਹਾਡਾ ਤਕਾਜ਼ਾ ਜਿਹੜਾ ਜਾਂ ਤੁਸੀਂ 70 ਦੇ ਨੇੜੇ ਹੋ ਗਏ, ਤੁਹਾਨੂੰ ਉਹ ਵੈਸੇ ਵੀ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਘਟਾਉਣੀਆਂ ਚਾਹੀਦੀਆਂ। ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆ ਮਤਲਬ ਤੁਹਾਡਾ ਰਿਟਾਇਰਮੈਂਟ ਦਾ ਆਰਾਮ ਦਾ ਸਮਾਂ ਹੈ, ਉਹ ਆਰਾਮ ਦੇ ਵਿੱਚ ਖਲਝਗੜ ਨਾ ਪਾਓ ਵੀ ਹਰ ਇੱਕ ਗੱਲ ਦਾ ਪਤਾ, ਹਰ ਗੱਲ 'ਚ ਮੈਂ ਬੋਲਣਾ ਤੇ ਮੈਨੂੰ ਹਰ ਇੱਕ ਚੀਜ਼ ਦਾ ਪਤਾ ਹੋਵੇ। ਨਹੀਂ, ਇਹਦੀ ਲੋੜ ਨਹੀਂ ਹੈ। ਬੁਢਾਪਾ ਤਾਂ ਮਤਲਬ ਆਰਾਮ ਦਾ ਸਮਾਂ ਹੈ ਤੁਹਾਡਾ। ਵਾਕ ਕਰ ਲਓ, ਤੁਰਨ ਚਲੇ ਜਾਓ, ਰੱਬ ਦਾ ਨਾਮ ਤੁਸੀਂ ਲੈ ਲਓ, ਪਰ ਇਹ ਜਿਹਦੇ 'ਚ ਉਹ ਖਲਝਗੜ ਹੈ। ਹੁਣ ਸਾਨੂੰ ਆ ਫੇਸਬੁੱਕ ਤੇ ਨੋਟੀਫਿਕੇਸ਼ਨ ਹੋ ਰਿਹਾ ਕੁਛ ਹੈ, ਮੰਨ ਲਓ ਬਈ ਪੰਜਾਬ 'ਚ ਕੁਛ ਹੋ ਗਿਆ, ਅਸੀਂ ਇੱਥੇ ਬੈਠੇ ਉਹ ਗੱਲ ਤਾਂ ਕਰ ਲਾਂਗੇ, ਪਰ ਇੱਕ ਵਾਰ ਤੁਸੀਂ ਉਹ ਚੀਜ਼ ਦੇਖ ਲਈ, ਤੁਹਾਨੂੰ ਉਹਨੇ ਅਫੈਕਟ ਤਾਂ ਕਰਨਾ ਹੀ ਆ। ਮਨੁੱਖੀ ਮਨ ਹੈ, ਇਹਨੂੰ ਵਰਤੋ ਜ਼ਰੂਰ। ਮੈਂ ਨਹੀਂ ਕਹਿੰਦਾ ਇਨ ਟੱਚ ਰਹੋ, ਵਰਤ ਲਓ, ਪਰ ਇਹਨੂੰ ਇਹ ਨਾ ਹੋਵੇ ਵੀ ਇਹਦੇ ਬਿਨਾਂ ਹੁਣ ਜਾਨ ਟੁੱਟਦੀ ਆ ਵੀ ਫੋਨ ਖਰਾਬ ਹੋ ਗਿਆ, ਬਸ ਮੈਂ ਤਾਂ ਗਿਆ ਮੇਰਾ। ਇਹ ਜਿਹੜੀ ਲਲਕ ਹੈ। ਰਜਿੰਦਰ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ। ਇਹਦੇ ਬਿਨਾਂ ਸਰਦਾ ਵੀ ਨਹੀਂ, ਬੜਾ ਕੁਛ ਇਹਦੇ ਤੋਂ ਚੰਗਾ ਵੀ ਸਿੱਖਣ ਨੂੰ ਮਿਲਦਾ, ਬਹੁਤ ਵਧੀਆ ਚੀਜ਼ ਆ, ਪਰ ਇਹ ਬੜੀ ਵੱਡੀ ਪ੍ਰੋਬਲਮ ਆ। ਤੁਹਾਡੀ ਗੱਲ ਸਹੀ ਹੈ, ਨਸ਼ੇ ਵਾਲਾ ਕੰਮ ਹੀ ਹੋ ਗਿਆ। ਇਹ ਤੋਂ ਖਹਿੜਾ ਨਹੀਂ ਛੁੱਟਦਾ, ਘਰੇ ਹੋਈਏ ਬਾਹਰ ਹੋਈਏ ਕਿਤੇ ਹੋਈਏ। ਪਰ ਇਹ ਆ ਵੀ ਕਿਸੇ ਦੇ ਘਰੇ ਵੀ ਜਾਵੜੀਏ ਉਹ ਵੀ ਐਵੇਂ ਆ, 5 ਜੀ ਬੈਠੇ ਆ, 5 ਬੰਦੇ ਲੱਗੇ ਹੋਏ ਆ, ਨਾਲ ਗੱਲਾਂ ਵੀ ਮਾਰੀ ਜਾਂਦੇ ਤੇ ਮੂਹਰੇ ਟੀਵੀ ਵੀ ਲੱਗਾ ਆ, ਤੇ ਜੇ ਚਾਹ ਬਣਾਈ ਜਾਂਦਾ ਉੱਥੇ ਵੀ ਲੱਗੇ ਆ, ਜਿੱਥੇ ਮਰਜ਼ੀ ਆ। ਮੇਰੇ ਖਿਆਲ ਕਾਰਾਂ ਦੇ ਵੀ ਐਕਸੀਡੈਂਟ ਬਹੁਤੇ ਨਹੀਂ ਤਾਂ 50% ਤੁਸੀਂ ਸਵੇਰੇ ਬੈਠਦੇ ਟਰੱਕ ਦੇ ਵਿੱਚ, ਹੁਣ ਅਸੀਂ ਟਰੱਕ ਚਲਾਉਣੇ ਬੈਠੇ ਦੇਖੋ, ਤੁਹਾਨੂੰ ਉੱਪਰ ਬੈਠੇ ਦਿਸਦਾ ਹੁੰਦਾ। ਜੇ 100 ਕਾਰ ਲੰਘੀ ਆ ਬਾਹਲੀ ਨਹੀਂ ਤਾਂ 40 ਕਾਰਾਂ ਵਾਲੇ ਬੰਦੇ ਦਾ ਫੋਨ ਦੇ ਉੱਤੇ ਹੋਣਗੇ ਨਾ। ਮੈਂ ਥੋੜੀ ਕਹਿ ਰਿਹਾ, ਪਰ ਆਪਾਂ ਜੋ ਇਹਦੇ ਦਾ ਪੱਕਾ ਨਾ, ਪਰ ਇਹਦਾ ਇੱਕ ਅਸੂਲ ਬਣਾਇਆ ਜਾਵੇ ਜੀ। ਹੁਣ ਮੈਂ ਘਰੇ ਜਾਂਦਾ, ਮੈਂ ਤਾਂ ਜੋ ਬਿਲਕੁਲ ਇਹਨੂੰ ਬੰਦ ਕਰਤਾ, ਪਹਿਲਾਂ ਮੈਂ ਵੀ ਨਹੀਂ ਖੜਾ ਛੱਡਦਾ ਸੀ, ਹੁਣ ਥੋੜਾ ਬਹੁਤਾ ਟਾਈਮ ਆ, ਪਰ ਇਹਨੂੰ ਵੱਧ ਤੋਂ ਵੱਧ ਘਰ ਜਾ ਕੇ 1 ਘੰਟਾ ਇਹਨੂੰ ਹੱਥ ਨਹੀਂ ਲਾਉਣਾ। ਟਰੱਕ ਦੇ ਉੱਤੇ ਡਰਾਈਵ ਕਰਦੇ ਇਹਨੂੰ ਨਹੀਂ ਹੱਥ ਲਾਉਣਾ, ਪਰ ਜਦੋਂ ਟਰੱਕ ਦੇ ਵਿੱਚ ਬੈਠੇ ਲੋਡ ਲਾਉਂਦਾ ਲੱਦ ਤੇ ਜਾਂ ਵੈਸੇ ਰਾਤ ਨੂੰ
ਇਹਦੇ ਤੋਂ ਖੜਾ ਨਹੀਂ ਛੁੱਟਦਾਗਾ, ਹੋਰ ਕੁਝ ਕਰਨ ਨੂੰ ਵੀ ਨਹੀਂ ਹੁੰਦਾ। ਜਿੱਦਾਂ ਪਹਿਲਾਂ ਕਾਲਰ ਕਹਿ ਕੇ ਆ ਬੈਠੇ ਕੀ ਕਰੀ ਜਾਈਏ, ਤਾਂ ਝਾਕੀ ਜਾਈਏ, ਇਹ ਵੀ ਗੱਲ ਇੱਕ ਸਹੀ ਆ, ਪਰ ਇਹਦਾ ਬਚਾਇਆ ਜਾਵੇ ਚੰਗੀ ਗੱਲ ਹੈ। ਵਾਕਈ ਇਹ ਇੱਕ ਨਸ਼ਾ ਜੀ, ਇੱਕ ਬੜੀ ਵੱਡੀ ਬਿਮਾਰੀ ਆ ਇਹ। ਥੈਂਕ ਯੂ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ। ਗੁਰਚਰਨ ਸਿੰਘ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਚਰਨ ਕਲਾਰ ਇੰਗਲੈਂਡ ਤੋਂ ਬੋਲ ਰਿਹਾ ਜੀ। ਬੱਲੇ ਜੀ, ਬੱਲੇ ਬੱਲੇ। ਧੰਨਵਾਦ ਬਹੁਤ ਬਹੁਤ ਕਲਾਰ ਸਾਹਿਬ, ਬਹੁਤ ਚਿਰ ਬਾਅਦ ਤੁਸੀਂ ਹਾਜ਼ਰੀ ਲੱਗੀ ਤੁਹਾਡੀ। ਥੈਂਕ ਯੂ ਬਹੁਤ ਬਹੁਤ। ਗਿੱਲ ਸਾਹਿਬ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਨਾ, ਉਹ ਟਾਈਮ ਹੀ ਨਹੀਂ ਸੂਤ ਬੈਠਾ। ਮੈਂ ਬੜਾ ਕੋਸ਼ਿਸ਼ ਕੀਤੀ ਪ੍ਰੋਗਰਾਮ, ਪਰ ਨਹੀਂ ਸੂਤ ਬੈਠਾ। ਹੁਣ ਟਾਈਮ ਮਾਲਕ ਦੀ ਕਿਰਪਾ ਨਾਲ ਚ ਆਇਆ ਤੇ ਹੁਣ ਸੁਣ ਹੋ ਜਾ ਕਰਨਾ ਸਾਤੋਂ, ਜਿਹੜਾ ਤੁਹਾਡਾ 10 ਵਜੇ ਤੱਕ ਇੰਗਲੈਂਡ ਦੇ ਟਾਈਮ ਦਾ ਪ੍ਰੋਗਰਾਮ ਹੁੰਦਾ ਨਾ। ਤੇ ਧੰਨਵਾਦ ਬਹੁਤ ਬਹੁਤ, ਧੰਨਵਾਦ ਬਹੁਤ ਧੰਨਵਾਦ। ਬਹੁਤ ਕੁਛ ਸਿੱਖਿਆ ਤੇ ਬਹੁਤ ਕੁਛ ਸਿੱਖ ਰਹੇ ਆ। ਜੋ ਵੀ ਅੱਜ ਕੁਛ ਬੋਲੀ ਦਾ ਆ ਗਿੱਲ ਸਾਹਿਬ ਤੁਹਾਡੀ ਦੇਣ ਆ, ਕਿਉਂਕਿ ਹਮੇਸ਼ਾ ਹੀ ਸਟੂਡੈਂਟ ਬਣ ਕੇ ਰਹੀਦਾ ਆ। ਤੋ ਬੜਾ ਖਜ਼ਾਨੇ ਤੁਹਾਡੇ ਪ੍ਰੋਗਰਾਮਾਂ 'ਚ। ਥੈਂਕ ਯੂ। ਤੇ ਪ੍ਰੋਗਰਾਮ ਦੀ ਤੁਸੀਂ ਜਿਹੜਾ ਗੱਲ ਕਰ ਰਹੇ ਆ ਨਾ, ਇਹ ਬੜੀ ਭੈੜੀ ਬਿਮਾਰੀ ਆ ਗਿੱਲ ਸਾਹਿਬ। ਮੈਨੂੰ ਇਹਦੇ ਨਾਲ ਐਨਕਾਂ ਲੱਗ ਗਈਆਂ। ਮੈਂ ਸੱਚੀ ਕਹਿਣਾ, ਫੋਨ ਦੇ ਨਾਲ ਇੰਨਾ ਫੋਨ ਦੇਖਦਾ ਰਿਹਾ, ਇੰਨਾ ਦੇਖੀ ਜਾਂਦਾ, ਮੇਰੇ ਐਨਕਾਂ ਲੱਗ ਗਈਆਂ। ਇਹਨੇ ਫੋਨ ਨੇ ਮੇਰੇ ਐਨਕਾਂ ਲਵਾ ਦਿੱਤੀਆਂ। ਇੰਨੀ ਮਾੜੀ ਆਦਤ ਆ। ਪਰ ਫਿਰ ਮੈਂ ਇਸ ਚੀਜ਼ ਨੂੰ ਨਾ, ਜਿਹੜਾ ਇਹ ਬਿਜ਼ਨਸ ਵਾਲੇ ਮਾਈਂਡ ਨਾਲ, ਫਿਰ ਮੈਂ ਕਿਹਾ ਵੀ ਜੇ ਕੁਝ ਦੇਖਣਾ ਤੇ ਇਹ 'ਚੋਂ ਕੋਈ ਫਾਇਦਾ ਵੀ ਲਓ, ਕਿਉਂਕਿ ਫੇਸਬੁੱਕ ਤੇ ਹਰ ਚੀਜ਼ ਖਰੀਦ ਸਕਦੇ, ਹਰ ਚੀਜ਼ ਵੇਚ ਸਕਦੇ ਆ। ਸੋ ਮੈਂ ਪੰਜਾਬੀ 'ਚ ਕਹਿ ਲਓ ਵੀ ਜਿਹੜਾ ਖਰੀਦਣ ਵੇਚਣ ਵਾਲਾ ਕੰਮ ਜਿਹੜਾ ਉਹ ਸ਼ੁਰੂ ਕਰ ਲਿਆ। ਥੋੜੇ ਦਾ ਫਾਇਦਾ ਵੀ ਲਈਦਾ। ਹਾਂ ਬਹੁਤ ਹਰ ਇੱਕ ਚੀਜ਼। ਹਾਂ ਬਹੁਤ ਸਾਰੀ ਜਿੱਦਾਂ ਨਾ, ਇਹਦੇ ਵਿੱਚ ਕੋਈ ਸ਼ਰਮ ਨਹੀਂ। ਦੇਖੋ ਕੰਮ ਆ, ਇਹਦੇ ਵਿੱਚ ਕੋਈ ਸ਼ਰਮ ਨਹੀਂ। ਬਹੁਤ ਨਵੀਆਂ ਚੀਜ਼ਾਂ ਕਈ ਵਾਰੀ ਲੋਕਾਂ ਦੇ ਘਰੇ ਪਈਆਂ, ਉਹ ਅੱਧੀ ਪ੍ਰਾਈਸ ਦੇ ਵਿੱਚ ਹੁੰਦੀ ਆ। ਤੁਸੀਂ ਉਹਨੂੰ ਲੈ ਆਓ, ਸਵਾਰ ਕੇ ਉਹਦੀ ਸਰਵਿਸ ਕਰ ਲਓ, ਤਾਂ ਉਹਨੂੰ ਤੁਸੀਂ ਉਹਦੇ ਵਿੱਚੋਂ ਆਪਦੇ ਮੁਨਾਫਾ ਕੱਢ ਲਓ। ਸੋ ਆਪਾਂ ਇਹਨੂੰ ਬਿਜ਼ਨਸ ਮਾਈਂਡ ਦੇ ਨਾਲ ਹੁਣ ਆਪਾਂ ਜ਼ਿਆਦਾਤਰ ਵਰਤੀਦਾ ਆ। ਨਹੀਂ ਤਾਂ ਤੁਹਾਡੀ ਗੱਲ ਸੁਣੋ ਨਾ, ਵੀ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਚੜਿਆ ਰਹਿੰਦਾ। ਬੰਦਾ ਸੋਚਦਾ ਵੀ ਸਾਰੀ ਦੁਨੀਆ ਨੂੰ ਅੱਜ ਸਿੱਧੇ ਰਾਹ ਪਾ ਕੇ ਸੋਣਾ, ਪਰ ਨਹੀਂ ਬਣਨੀ ਗੱਲ। ਉਹ ਨਹੀਂ ਬਣਨੀ। ਆਪਦੀ ਸਿਹਤ ਦੇਖੋ ਜੀ। ਧੰਨਵਾਦ ਗਿੱਲ ਸਾਹਿਬ, ਚੜ੍ਹਦੀ ਕਲਾ। ਧੰਨਵਾਦ ਬਹੁਤ ਬਹੁਤ ਕਲਾਰ ਸਾਹਿਬ, ਬਸ ਤੁਹਾਡੇ ਫੋਨ ਕਰਨ ਦਾ। ਥੈਂਕ ਯੂ ਸਰ। ਰਿਸ਼ਪਾਲ ਸਿੰਘ ਜੀ, ਲਾਈਨ ਨੰਬਰ 5। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਤੁਸੀਂ ਐਡਿਕਸ਼ਨ ਦੱਸੀ ਆ, ਜੇ ਇਹ ਬਿਲਕੁਲ ਸੱਚ ਆ। ਜਿਹੜਾ ਚਲੋ ਹੁਣੇ ਜਿਹੜੇ ਕਾਲਰ ਦੱਸ ਕੇ ਗਏ ਭਾਈ ਸਾਹਿਬ ਭਈ, ਜਿਹਨਾਂ ਨੇ ਬਿਜ਼ਨਸ ਕਰਨਾ ਉਹਨਾਂ ਤੇ ਚਲੋ ਮਜਬੂਰੀ ਆ ਤੇ ਉਹਨਾਂ ਨੂੰ ਸੁੱਖ ਸਹੂਲਤ ਵੀ ਆ। ਮੈਂ ਰਿਟਾਇਰਡ ਆ ਇੱਥੇ। ਮੈਂ ਆਪਦਾ ਸਕੈਜੂਲ 24 ਘੰਟਿਆਂ ਦਾ ਇੱਦਾਂ ਦਾ ਬਣਾਇਆ ਵੀ ਮੇਰੇ ਕੋਲ 1 ਮਿੰਟ ਦਾ ਵਿਹਲ ਨਹੀਂ। ਮੈਂ ਜੇਬ 'ਚ ਸੈੱਲ ਫੋਨ ਨਹੀਂ ਰੱਖਦਾ। ਜਿਹਨੂੰ ਕਾਰ ਰਜਿਸਟਰ ਨੂੰ ਯਾਰ ਦੋਸਤ ਨੂੰ ਕਰਦੀ, ਘਰੋਂ ਲੈਂਡਲਾਈਨ ਤੇ ਕਰੀ ਦੀ ਆ। ਤੇ ਟੀਵੀ ਦੇ ਲਿਮਿਟ ਟਾਈਮ ਆ, ਸ਼ਾਮ ਨੂੰ 1 ਜਾਂ ਅੱਧਾ ਘੰਟਾ ਦੇਖੀਦਾ। ਤੇ ਰੇਡੀਓ ਬੈਡਰੂਮ 'ਚ ਰੱਖਿਆ, ਰੇਡੀਓ ਸੁਣੀਦਾ ਆ। ਬਾਕੀ ਮੇਰਾ ਘੁੰਮਣ ਫਿਰਨ ਦਾ ਜਾਂ ਹੋ ਰਿਹਾ, ਜਿਹੜਾ ਮਤਲਬ ਆਪਾਂ ਕਹਿੰਦੇ ਵੀ ਆਪਾਂ ਮੱਛੀਆਂ ਨਹੀਂ ਫੜ ਸਕਦੇ, ਆਹ ਨਹੀਂ ਕਰ ਸਕਦੇ। ਤੁਸੀਂ ਆਪਣਾ ਸਕੈਜੂਲ ਤੁਹਾਡੇ ਹੱਥ ਵੱਸ ਆ। ਤੁਹਾਨੂੰ ਐਡਿਕਸ਼ਨ ਲਾਉਣੀ, ਨਸ਼ਾ ਲਾਉਣਾ, ਡਰੱਗ ਲਾਉਣੀ, ਬਿਮਾਰੀਆਂ ਲਵਾਉਣੀਆਂ, ਤੁਹਾਡੇ ਹੱਥ ਵੱਸ ਆ, ਕਿਸੇ ਦੇ ਹੱਥ ਵੱਸ ਨਹੀਂ। ਤੁਸੀਂ ਆਪਣੀ ਲਾਈਫ ਨੂੰ, ਆਪਣੇ ਟਾਈਮ ਨੂੰ ਕਿੱਦਾਂ ਮੇਨਟੇਨ ਕਰਨਾ, ਤੁਹਾਡੇ ਹੱਥ ਵੱਸ ਦੀ ਗੱਲ ਆ। ਸੋ ਮੈਂ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬੜਾ ਦੂਰ ਆ। ਤੇ ਮੇਰਾ ਟਾਈਮ ਏਦਾਂ ਨਿਕਲਦਾ, ਮੈਨੂੰ 24 ਘੰਟੇ ਪਤਾ ਹੀ ਨਹੀਂ ਲੱਗਦਾ ਕਿੱਦਾਂ ਟਾਈਮ ਨਿਕਲ ਜਾਂਦਾ। ਸੋ ਆਪਣੇ ਆਪ ਤੇ ਕੰਟਰੋਲ ਕਰੋ, ਆਪਣੇ ਆਪ ਦਾ ਸਕੈਜੂਲ ਲਾਈਫ ਦਾ ਬਣਾਓ, ਇਹਨਾਂ ਚੀਜ਼ਾਂ ਤੋਂ ਬਚੋ। ਸਤਿ ਸ੍ਰੀ ਅਕਾਲ ਜੀ। ਸਰ ਜਗਮੇਲ ਸਿੰਘ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ। ਹਾਂਜੀ ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਜਿਹੜਾ ਸੈੱਲ ਫੋਨ ਹੈ ਨਾ, ਇਹ ਸਮੇਂ ਦੀ ਜ਼ਰੂਰਤ ਹੈ, ਲੇਕਿਨ ਇਹਨੂੰ ਉਨਾ ਕੁ ਵਰਤੋ ਜਿਹੜੀ ਬਹੁਤ ਜ਼ਰੂਰਤ ਹੈ ਜਿਹਦੀ। ਔਰ ਕਿਸੇ ਔਖੇ ਸਮੇਂ ਤੁਸੀਂ ਸਫ਼ਰ ਕਰ ਰਹੇ ਹੋ, ਤੁਹਾਡੀ ਗੱਡੀ ਬ੍ਰੇਕ ਡਾਊਨ ਹੋ ਗਈ, ਤੁਹਾਨੂੰ ਕਿਸੇ ਚੀਜ਼, ਤੁਸੀਂ ਕੋਈ ਚੀਜ਼ ਘਰ ਭੁੱਲਿਆ ਹੈ ਤੇ ਉਹ ਤੁਸੀਂ ਕਿ ਸੁਨੇਹਾ ਦੇਣਾ ਹੋਵੇ, ਜਿਹੜੀ ਅਰਜੈਂਟ ਕੰਮ ਵਾਸਤੇ ਹੈ। ਕਿਉਂਕਿ ਸਾਡਾ ਡਿਪਾਰਟਮੈਂਟ ਉਹ ਸੀਗਾ ਆਰਮੀ 'ਚ, ਕੋਰ ਆਫ ਸਿਗਨਲਸ। ਉੱਤੇ ਲਿਖਿਆ ਹੁੰਦਾ ਸੀ ਦੀਵਾਰ ਤੇ, ਡੂ ਨਾਟ ਇੰਗੇਜ ਦੀ ਲਾਈਨ ਅਨਨੈਸੈਸਰੀਲੀ, ਇਟ ਇਜ਼ ਮੋਸਟ ਐਸੈਂਸ਼ੀਅਲ ਡਿਵਾਈਸ, ਯੂ ਹੈਵ ਟੂ ਟੇਕ ਕੇਅਰ ਆਫ ਦਿਸ ਥਿੰਗ। ਸੋ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ। ਹੁਣ ਆ ਗਈ ਗੱਲ ਟੀਵੀ ਦੀ।
ਟੀਵੀ ਤਾਂ ਬੰਦੇ ਨੂੰ ਹੱਥਕੜੀ ਲਾ ਲੈਂਦਾ, ਨਿਗਾਹ ਨਾ ਦੇਖਣਾ ਵੀ ਪਊਗਾ। ਰੇਡੀਓ ਨੂੰ ਪਏ ਸੁਣੇ ਜਾਓ, ਜਦ ਤੁਰੇ ਫਿਰਦੇ ਉਹ ਵੀ ਸੁਣ ਲਓ ਉਸਨੂੰ। ਤੇ ਜੇ ਤੁਹਾਡੀ ਇਜਾਜ਼ਤ ਹੋਵੇ, ਕਈ ਵਾਰੀ ਐਸੀ ਚੀਜ਼ ਜਿਹੜੀ ਹੈ ਦੂਜੇ ਪਾਸੇ ਸੁਨੇਹਾ ਆਉਂਦਾ ਹੈ ਕਿ ਬੰਦਾ ਇੱਕ ਵਾਰੀ ਤਾਂ ਮੇਰੇ ਕਹਿਣ ਦਾ ਮਤਲਬ ਉਹਨੂੰ ਸੋਚਣਾ ਪੈਂਦਾ ਹੈ ਆਪਦੇ ਦਿਮਾਗ ਤੇ ਹੱਥ ਰੱਖ ਕੇ ਦੇ ਬਈ ਸਾਡੇ ਪਰਿਵਾਰਾਂ 'ਚ ਕੀ ਹੋ ਰਿਹਾ। ਜੇ ਕਹੋ ਤਾਂ ਮੈਂ ਇੱਕ ਉਹ ਸੁਣਾ ਦਿਆਂ ਤੁਹਾਨੂੰ, ਉਹ 3 ਮਿੰਟ ਦੀ ਹੈ। ਸੁਣਾ ਦਿਓ। ਥੈਂਕ ਯੂ। ਜਗਵੀਰ ਸਿੰਘ ਉਹਨਾਂ ਨੇ ਦੁੱਖ ਦੀ ਇੱਕ ਵੇਦਨਾ ਸੁਣਾ ਦਿੱਤੀ ਖਾਲਸਾ ਜੀ ਨੇ। ਸਰ ਰਜਿੰਦਰ ਸਿੰਘ ਲਾਈਨ ਨੰਬਰ 3। ਹਾਂਜੀ ਗਿਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਗਿਲ ਸਾਹਿਬ ਆਪਣਾ ਫਰੈਂਡ ਇੱਕ ਗੱਲ ਕਰੇ ਕਿ ਜਿਹੜਾ ਇਹ WhatsApp ਹੈ ਵੀ ਉਹ ਮੁਰਗੀ ਦੇ ਆਲੇ ਵਾਂਗ ਆ, ਜੇ ਉਹਦੀ ਐਡਿਕਸ਼ਨ ਹੋ ਜਾਏ ਕਿ ਜਿੱਦਾਂ ਉਹ ਬਾਰ-ਬਾਰ ਕਹਿੰਦੇ ਖੋਲ ਕੇ ਦੇਖਦਾ ਬੰਦਾ ਵੀ ਮੁਰਗੀ ਨੇ ਅੰਡਾ ਦਿੱਤਾ ਕਿ ਨਹੀਂ, ਤੇ ਕਹਿੰਦਾ ਵੀ ਇਹਨੂੰ ਖੋਲ ਕੇ ਬਾਰ-ਬਾਰ ਦੇਖੀ ਜਾਵੇ WhatsApp ਤੇ ਕੋਈ ਪੋਸਟ ਵੀਡੀਓ ਆਈ ਹੈ ਕਿ ਨਹੀਂ, ਇਸ ਤਰ੍ਹਾਂ ਕਹਿੰਦਾ ਹੋ ਜਾਂਦਾ ਇਹਦਾ ਵੀ। ਬਾਕੀ ਜੇ ਆਪਾਂ ਜੀ ਟਰੱਕ 'ਚ ਵੇਖ ਲਈਦਾ ਆ, ਫਿਰ ਜੋ ਘਰ ਆਈਦਾ ਫਿਰ ਨਹੀਂ ਫੋਨ ਨੂੰ ਹੱਥ ਲਾਉਣਾ, ਫਿਰ ਉਹ ਫੈਮਲੀ ਨਾਲ ਬੈਠ ਕੇ ਗੱਲਾਂ ਕਰਨੀਆਂ, ਉਹਨਾਂ ਨਾਲ ਖਾਣਾ ਪੀਣਾ। ਫਿਰ ਨਾਲ ਜੇ ਅਸੀਂ ਆਪ ਫੜਾਂਗੇ ਫਿਰ ਬੱਚੇ ਵੀ ਫੜਨਗੇ ਫੋਨ, ਇਸ ਤਰ੍ਹਾਂ ਫਿਰ ਉਹ ਬੱਚਿਆਂ ਨੇ ਵੀ ਨਹੀਂ ਹੱਥ ਲਾਉਣਾ ਬੇਟੇ ਨੇ ਫੋਨ ਨੂੰ। ਤਾਂ ਕੱਲ ਨਾ ਜੀ ਮੈਂ ਆਪਣੇ ਫਰੈਂਡ ਨਾਲ ਇੱਥੇ ਪਾਕਿਸਤਾਨ ਤੋਂ ਉਹਨਾਂ ਘਰ ਲਿਆ, ਉਹਨਾਂ ਮੈਨੂੰ ਘਰ ਰਾਤੀ ਡਿਨਰ ਤੇ ਇਨਵਾਈਟ ਕੀਤਾ ਤੇ ਮੈਂ ਗਿਆ। ਉਹ ਗੱਲ ਦੱਸਣ ਕਿ ਬੱਚਿਆਂ ਨੂੰ ਦਿੱਤੇ ਨੇ ਹੁਣ ਸਕੂਲ ਦੇ ਸਿਲੇਬਸ ਵਾਸਤੇ ਆਈਪੈਡ ਲੈ ਕੇ, ਤੇ ਪਰ ਉਹਨਾਂ ਦਾ ਮੈਂ ਸਿਸਟਮ ਇਹ ਕੀਤਾ ਹੈ ਕਿ ਜੇ ਉਹ ਕੋਈ ਅੱਛੀ ਚੀਜ਼ ਹੋਰ ਡਾਊਨਲੋਡ ਕਰਨਗੇ ਤੇ ਮੈਨੂੰ ਈਮੇਲ ਆ ਜਾਂਦਾ ਉਹਦਾ ਨੋਟੀਫਿਕੇਸ਼ਨ। ਤਾਂ ਉਹ ਏਦਾਂ ਕਹਿੰਦਾ ਵੀ ਬੇਟੀ ਲੱਗੀ ਡਾਊਨਲੋਡ ਕਰਨ ਉਹਦੇ ਤੇ ਆਪਣੇ ਟੈਬ ਤੇ ਕੋਈ ਵੀਡੀਓ ਗੇਮ, ਉਹ ਮੈਨੂੰ ਨੋਟੀਫਿਕੇਸ਼ਨ ਆ ਗਿਆ ਤੇ ਕਹਿੰਦਾ ਮੈਂ ਬੇਟੀ ਨਾਲ ਗੱਲ ਕੀਤੀ ਤੇ ਇਸ ਤਰ੍ਹਾਂ ਤੁਸੀਂ ਡਾਊਨਲੋਡ ਕਰ ਰਹੇ ਸੀ ਕੋਈ ਗੇਮ। ਉਹ ਪੁੱਛਦੀ ਵੀ ਪਾਪਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ, ਤੇ ਕਹਿੰਦਾ ਵੀ ਉਹ ਜਿਹੜੇ ਘਰ ਸਮੋਕ ਡਿਟੈਕਟਰ ਲਾਏ ਨਾ, ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਵੀ ਕੈਮਰੇ ਲੱਗੇ ਆ ਘਰ 'ਚ, ਮੈਂ ਕੈਮਰੇ 'ਚ ਵੇਖ ਲਿਆ ਸੀ। ਉਹ ਹੁਣ ਕਹਿੰਦੇ ਵੀ ਉਹ ਬੇਟੀ ਥੋੜੀ ਜਿਹੀ ਇਹ ਗੱਲ ਹੋ ਗਈ ਵੀ ਜੇ ਮੈਂ ਅੱਗੇ ਤੋਂ ਡਾਊਨਲੋਡ ਕਰੂੰ ਤੇ ਨਾ ਕੈਮਰੇ 'ਚ ਦੇਖ ਲੈਣਾ। ਤਾਂ ਫਿਰ ਨਾ ਜੀ ਉਹ ਕਹਿੰਦੇ ਵੀ ਇਹਨਾਂ ਨੇ ਮੈਂ ਰੱਖਿਆ ਹੈ ਟਾਈਮ, ਤੇ ਆਪਣੇ 4 ਤੋਂ 6 ਇਹਨਾਂ ਨੇ ਬਾਹਰ ਖੇਡਣਾ, ਤੇ 6 ਤੋਂ 7 ਸਿਰਫ 1 ਘੰਟਾ ਟੀ ਵੀ ਵੇਖਣਾ, ਤੇ 7 ਤੋਂ 9 ਪੜ੍ਹਨਾ 2 ਘੰਟੇ, ਉਸ ਤੋਂ ਬਾਅਦ ਸੌ ਜਾਣਾ। ਰੂਟੀਨ ਇਹਨਾਂ ਦੀ ਕਹਿੰਦਾ ਇਹ ਆ। ਮੈਂ ਨਹੀਂ ਚਾਹੁੰਦਾ ਕਹਿੰਦਾ ਬੱਚੇ ਉਹ ਉਹਨਾਂ ਦੀ ਐਡਿਕਸ਼ਨ ਫੋਨ ਦੀ ਬਸ ਉੱਥੇ ਆਪਣੀ ਫਿਜ਼ੀਕਲੀ ਵੀਕ ਹੋਣ, ਆਈਸਾਈਟ ਵੀਕ ਕਰਨ। ਕਹਿੰਦਾ ਬਾਹਰ ਖੇਡਦੇ ਆ, ਦੌੜ ਭੱਜ ਕਰਦੇ, ਪੀਂਘਾਂ ਝੂਟਦੇ, ਬਾਲ ਖੇਡਦੇ ਆ, ਫਿਜ਼ੀਕਲੀ ਸਟਰੋਂਗ, ਮੈਂਟਲੀ ਸਾਰਾ ਕੁਝ। ਕਹਿੰਦਾ ਮੈਂ ਬੱਚੇ ਆਪਣੇ ਇਸ ਤਰ੍ਹਾਂ ਦੀ। ਮੈਨੂੰ ਤਾਂ ਉਹ ਗੱਲ ਵਧੀਆ ਲੱਗੀ ਵੀ ਉਹ ਬੱਚਿਆਂ ਦੀ ਰੂਟੀਨ ਵੀ ਇਸ ਤਰ੍ਹਾਂ ਹੀ ਬਣਾਈ ਆ ਉਹਨਾਂ ਨੇ। ਇੰਨੀ ਗੱਲ ਕਰਨੀ ਜੀ। ਥੈਂਕ ਯੂ। ਬਹੁਤ ਵਧੀਆ ਜੀ, ਠੀਕ ਹੈ ਤੁਹਾਡੀ ਗੱਲ। ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਕੱਲ ਨੂੰ ਸ਼ੁੱਕਰਵਾਰ ਕੱਲ ਨੂੰ ਬੁੱਧਵਾਰ ਤੇ ਕਹਾਣੀ ਤੁਹਾਡੇ ਸਨਮੁਖ ਹੋਏਗੀ। ਧੰਨਵਾਦ ਹੈ ਸਾਰਿਆਂ ਦਾ ਜਿਹੜੇ ਹਿੱਸਾ ਪਾਉਂਦੇ ਹੋ, ਤੇ ਇਸੇ ਤਰ੍ਹਾਂ ਹੀ ਪ੍ਰੋਗਰਾਮ 'ਚ ਹਿੱਸਾ ਪਾਉਂਦੇ ਰਿਹਾ ਕਰੋ ਤੇ ਪ੍ਰੋਗਰਾਮਾਂ ਨੂੰ ਵਧੀਆ ਬਣਾਉਂਦੇ ਰਿਹਾ ਕਰੋ, ਸੁਝਾਅ ਵੀ ਭੇਜਿਆ ਕਰੋ। ਧੰਨਵਾਦ ਬਹੁਤ।